देखो इस तरह है कि जिहड़ी सरकार ने विदिन लेस दैन 1 ईयर 30,000 करोड़ का कर्जा लै लिया हो, 45% ਜਿਹੜਾ ਇੰਟਰਸਟ ਦਾ ਕੰਪੋਨੈਂਟ ਹੈ ਉਹ ਰੈਵਨਿਊ ਦਾ ਹੋਵੇ ਤੇ ਤੁਸੀਂ ਕੀ ਸਰਕਾਰ ਨੂੰ ਕਰਜ਼ਾ ਮੁਕਤ ਕਿਸ ਤਰ੍ਹਾਂ ਹੋ ਜਾਏਗੀ? 4600 ਕਰੋੜ ਰੁਪਈਆ ਮੋੜਿਆ ਸੀ। 2 ਮਿੰਟ ਰੁਕ ਜਾਓ। 4600 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਦਾ ਲਾਇਆ ਸੀ। 2008 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨਾਂ ਦਾ 71000 ਕਰੋੜ ਰੁਪਈਆ ਮਾਫ ਕੀਤਾ ਸੀ। ਗੁਰਿੰਦਰ ਜੀ 1 ਲੱਖ ਕਰੋੜ ਕਿਸਾਨਾਂ ਦੇ ਉੱਪਰ ਕਰਜ਼ਾ ਸੀ ਜੀ, ਤਾਂ ਕਹਿ ਰਹੇ ਨੇ 4000 ਕਰੋੜ ਮਾਫ ਕੀਤਾ ਸੀ। ਉਦਮ ਤੇ ਜੀਰਾ ਹੁਣ ਇਹਨਾਂ ਨੂੰ ਪੁੱਛ ਲਓ ਕਿ ਜਿਹੜੇ ਇਹਨਾਂ ਦੇ ਬੰਦੇ ਮੰਤਰੀ ਜਿਹੜੇ ਜਾਂ ਐਮਐਲਏ ਪੁਰਾਣੇ ਫੜੇ ਜਾ ਰਹੇ ਨੇ, ਇਹ ਤੋਂ 3000 ਕਰੋੜ ਦਾ ਇਲਜ਼ਾਮ ਲੱਗ ਰਿਹਾ ਕਿ ਕਿਹੜੇ ਜਿਹੜੇ ਡਰਗ ਨੈਕਸਸ ਦੇ ਨਾਲ ਇਨਵੋਲਵ ਸੀਗੇ ਲੋਕੀ, ਕਰਜ਼ਾ ਕਿਹੜੇ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਐਕਸਾਈਜ਼ ਪਾਲਿਸੀ ਆਪ ਬਣਾਉਂਦੇ ਸੀਗੇ, ਐਲਵਨ ਆਪ ਬਣਾਉਂਦੇ ਸੀਗੇ, ਫੈਕਟਰੀਆਂ ਆਪ ਬਣਾਉਂਦੇ ਸੀਗੇ। ਇਹਨਾਂ 10 ਸਾਲ ਸਰਕਾਰ ਹਟਾਈ ਹੈ ਅਕਾਲੀ ਦਲ ਦੇ ਨਾਲ। ਪਾਰਟੀ ਦੇ ਨੇਤਾ ਨੇ ਸੋਈ ਸਾਹਿਬ, ਜਿਨ੍ਹਾਂ ਦੀ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ 2 ਲੱਖ ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਸੋਈ ਸਾਹਿਬ ਤੁਹਾਡੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ ਜਿੰਦਲ ਸਾਹਿਬ, ਕਰ ਲੈਣ ਦਿਓ, ਕੋਈ ਗੱਲ ਨਹੀਂ। ਦੇਸ਼ ਦੀ ਬੇਇੱਜ਼ਤੀ ਜਿਹੜੀ ਹੈ ਦੂਜੇ ਦੇਸ਼ਾਂ 'ਚ ਜਾ ਕੇ ਕਰਨ ਨੂੰ ਆਪਣੀ ਇੱਜ਼ਤ ਸਮਝਦੇ ਨੇ। ਪੰਜਾਬੀਓ ਦੇਖੋ, ਕਿਸੇ ਨੇ ਨਹੀਂ ਕੀਤੀ, ਕਿਸੇ ਨੇ ਨਹੀਂ ਕੀਤੀ ਕੋਈ ਬੇਇੱਜ਼ਤੀ। ਅਸੀਂ ਉਸ ਪੰਜਾਬ ਦੇ ਵਾਸੀ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਸੋ ਕਿਉ ਮੰਦਾ ਆਖੀਏ ਜਿਨ ਜੰਮੇ ਰਾਜਾਨ। ਤੁਸੀਂ ਸੋਨੀਆ ਗਾਂਧੀ ਦੀ ਬੇਇੱਜ਼ਤੀ ਤੁਹਾਡਾ ਪ੍ਰਧਾਨ ਮੰਤਰੀ ਕਰਦਾ ਰਿਹਾ ਬਾਹਰਲੇ ਦੇਸ਼ਾਂ 'ਚ ਜਾ ਕੇ। ਡਰ ਚੁੱਕੇ ਹੋ ਕਾਂਗਰਸ ਪਾਰਟੀ ਤੋਂ, ਇਸ ਕਰਕੇ ਜਿਹੜਾ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੇਠਲੇ ਪੱਧਰ ਦੇ ਕੰਮ ਕਰ ਰਹੇ ਹੋ। ਦੇਸ਼ ਮਾਫ ਨਹੀਂ ਕਰੇਗਾ 2024 ਦੇ ਚੋਣਾਂ 'ਚ ਕਾਂਗਰਸ ਸਰਕਾਰ ਬਣਾਵੇਗੀ। ਉਸ ਸਮੇਂ ਕਰਜ਼ਾ ਆਇਆ, ਉਸ ਸਮੇਂ ਡਰੱਗਸ ਆਏ ਨੇ, ਉਸ ਸਮੇਂ ਆਬਕਾਰੀ ਨੀਤੀਆਂ ਬਣੀਆਂ ਨੇ, ਉਸ ਸਮੇਂ ਜਿਹੜਾ ਬਹੁਤ ਵੱਡਾ ਜਿਹੜਾ ਰੇਤ ਜਿਹੜੀ ਆ ਉਹ ਸੋਨੇ ਦੇ ਭਾਅ ਵੇਚੀ ਗਈ ਆ। 10 ਸਾਲ ਤੁਹਾਡੀ ਸਰਕਾਰ ਰਹੀ ਹੈ ਅਕਾਲੀ ਦਲ ਦੇ ਨਾਲ ਸੋਈ ਸਾਹਿਬ। ਤੇ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੇ ਵੱਲੋਂ ਮਾਲੀਏ ਨੂੰ ਲੈ ਕੇ ਤੇ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਆਪਣੀ ਸਰਕਾਰ ਦੇ ਦੌਰਾਨ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜੋ ਮਾਲੀਆ ਵਧਿਆ ਏ ਉਸ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਮੁੱਖ ਮੰਤਰੀ ਨੇ ਇਸ ਦੌਰਾਨ ਇੱਕ ਵੱਡੀ ਗੱਲ ਜਿਹੜੀ ਕਹੀ ਹੈ ਉਹ ਇਹ ਹੈ ਕਿ PSPCL ਦਾ ਕਰੀਬ 20,200 ਕਰੋੜ ਰੁਪਇਆ ਅਦਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਜੋ ਅਦਾਇਗੀ PSPCL ਦੀ ਬਾਕੀ ਰਹਿ ਗਈ ਹੈ ਉਹ ਪਿਛਲੀਆਂ ਸਰਕਾਰਾਂ ਦੇ 9,000 ਕਰੋੜ ਰੁਪਏ ਦੇ ਕਰਜ਼ ਨੂੰ ਦੱਸਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਸਿਰਫ ਉਹੀ ਪੈਂਡਿੰਗ ਹੈ ਤੇ ਉਹ ਵੀ ਅਗਲੀਆਂ 5 ਕਿਸ਼ਤਾਂ ਦੇ ਵਿੱਚ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਬਕਾਰੀ ਨੀਤੀ ਹੋਵੇ, GST ਦੀ ਕਲੈਕਸ਼ਨ ਹੋਵੇ, ਹੋਰ तमाम ਵੱਖ-ਵੱਖ ਮਹਿਕਮਿਆਂ ਦਾ ਮੁੱਖ ਮੰਤਰੀ ਨੇ ਅੱਜ ਜ਼ਿਕਰ ਕੀਤਾ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਜਿਹੜਾ ਆਰਥਿਕ ਬੋਝ ਸਾਡੇ ਤੇ ਛੱਡ ਕੇ ਗਈਆਂ ਸੀ, ਅਸੀਂ ਹੌਲੀ-ਹੌਲੀ ਉਹਨੂੰ ਉਤਾਰ ਰਹੇ ਹਾਂ ਤੇ ਪੰਜਾਬ ਆਰਥਿਕਤਾ ਦੀ ਲੀਹ ਦੇ ਉੱਤੇ, ਪੰਜਾਬ ਪਟੜੀ ਦੇ ਉੱਤੇ ਆ ਰਿਹਾ ਹੈ। ਤੇ ਉਹਨਾਂ ਨੇ ਕਿਹਾ ਹੈ ਕਿ ਇਸ ਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਸਾਡੀ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕੀਤਾ, ਸਾਡੇ ਲੋਕਾਂ ਨੇ, ਸਾਡੇ ਲੀਡਰਾਂ ਨੇ ਆਪਣੇ ਖਜ਼ਾਨੇ ਨਹੀਂ ਭਰੇ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਸਵਾਲ ਵੀ ਚੁੱਕੇ ਨੇ। ਅਕਾਲੀ ਦਲ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਆਬਕਾਰੀ ਨੀਤੀ ਤੇ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਕਿ ਦਿੱਲੀ ਦੇ ਵਿੱਚ ਹੋ ਰਹੀ ਹੈ। ਉਹਨਾਂ ਦਾ ਇਲਜ਼ਾਮ ਹੈ ਕਿ 200 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਤੇ BJP ਨੂੰ ਉਹਨਾਂ ਨੇ ਸਵਾਲ ਕੀਤਾ ਕਿ ਆਖਿਰ BJP ਦੱਸੇ ਕਿ ਜੇ ਪੰਜਾਬ ਦੇ ਵਿੱਚ ਉਹੀ ਆਬਕਾਰੀ ਨੀਤੀ ਚੱਲ ਰਹੀ ਹੈ ਜੋ ਦਿੱਲੀ 'ਚ ਚੱਲ ਰਹੀ ਸੀ, ਦਿੱਲੀ ਦੇ ਵਿੱਚ ਤਾਂ ਤੁਸੀਂ ਕਾਰਵਾਈ ਕੀਤੀ, ਮਨੀਸ਼ ਸਿਸੋਦੀਆ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਪਰ ਉਹੀ ਚੀਜ਼ਾਂ ਜਦੋਂ ਪੰਜਾਬ 'ਚ ਹੋ ਰਹੀਆਂ ਨੇ ਤਾਂ ਇੱਥੇ ਆਖਰ BJP ਚੁੱਪ ਕਿਉਂ ਹੈ? ਇਹ ਸਵਾਲ ਅਕਾਲੀ ਦਲ ਨੇ BJP ਨੂੰ ਕੀਤਾ ਹੈ। तमाम ਸਾਡੇ ਨਾਲ ਮਹਿਮਾਨ ਜੁੜਨਗੇ। ਪਹਿਲਾਂ ਇੱਕ ਰਿਪੋਰਟ ਤੁਹਾਨੂੰ ਵਿਖਾਉਂਦੇ ਹਾਂ ਤੇ ਇਹਨਾਂ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਈ ਪੰਜਾਬ ਦੀ ਆਰਥਿਕਤਾ ਲੀਹ ਦੇ ਉੱਤੇ ਆ ਗਈ ਹੈ। ਜਦੋਂ ਵੀ ਵੋਟਾਂ ਪੈਂਦੀਆਂ ਨੇ ਤਾਂ ਇੱਕ ਚੀਜ਼ ਸਭ ਤੋਂ ਪਹਿਲਾਂ ਆਉਂਦੀ ਹੈ, ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ। ਤੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਖਜ਼ਾਨਾ ਖਾਲੀ ਹੁੰਦਾ ਹੈ ਤੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਖਜ਼ਾਨਾ ਖਾਲੀ ਹੁੰਦਾ ਹੈ। ਪਰ ਹੁਣ CM ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚੋਂ ਕੱਢ ਰਹੇ ਹਾਂ ਅਤੇ 20,000 ਕਰੋੜ ਰੁਪਏ ਦੀ ਦੇਣਦਾਰੀ ਪੂਰੀ ਕਰ ਦਿੱਤੀ ਹੈ। ਉੱਥੇ ਹੀ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਵੀ ਜਵਾਬ ਦਿੱਤਾ ਤੇ ਉਲਟਾ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਵੱਲੋਂ ਵਿਰਸੇ ਦੇ ਵਿੱਚ ਮਿਲੇ
9000 ਕਰੋੜ ਦੇ ਕਰਜ਼ੇ ਦੀ ਪਹਿਲੀ ਕਿਸ਼ਤ ਵੀ ਵਿਆਜ ਸਮੇਤ ਦਿੱਤੀ ਗਈ ਹੈ। ਕਿੱਥੇ ਗਈ ਮਿੱਤਰ ਪਿਆਰੇ ਤੇਰੀ ਸਿਆਹੀ? ਤੇ ਜਦੋਂ ਬਿਜਲੀ ਫ੍ਰੀ ਦੇਣ ਦੀ ਗੱਲ ਕੀਤੀ ਸੀ, ਲੋਕਾਂ ਨੂੰ ਦੱਸਿਆ ਸੀ ਵੀ ਕਰਜ਼ਾ ਚੁੱਕ ਕੇ 25000 ਕਰੋੜ ਦਾ ਤੂੰ ਫ੍ਰੀ ਬਣੇਗਾ ਕਿਸੇ ਨੂੰ, ਤੇ ਉਹ ਕਰਜ਼ਾ ਕਿਹਨੇ ਮੋੜਨਾ ਮਿੱਤਰਾ? ਅਸੀਂ 600 ਯੂਨਿਟ ਫ੍ਰੀ ਵੀ ਦੇ ਰਹੇ ਹਾਂ, ਉਹਦਾ ਪੈਸਾ ਵੀ ਨਾਲ ਦਿੱਤਾ ਅਸੀਂ। ਇਹ ਜਿਹੜੇ ਕਹਿੰਦੇ ਸੀ ਨਾ, ਉਹਨਾਂ ਨੂੰ ਪੁੱਛ ਲਿਓ ਕਿਰਪਾ ਕਰਕੇ ਕਿ ਉਹਨਾਂ ਨੂੰ ਤਾਂ ਪੈਸਾ ਦਿਖਾਤਾ ਕੱਲਾ ਕੱਲਾ। ਤੁਸੀਂ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ, ਆਹ ਪੈਸੇ ਅਸੀਂ ਦੇਤੇ ਜੀ 1 ਸਾਲ ਦੇ। ਉਹ ਪਹਿਲੀ ਵਾਰ ਹੋਇਆ, ਔਰ ਪੁਰਾਣੇ ਵੀ ਭਰ ਰਹੇ ਆ ਕਰਜ਼ੇ ਉਹਨਾਂ ਦੇ ਜਿਹੜੇ ਚਾੜੇ ਹੋਏ ਨੇ। ਇੱਕ ਪਾਸੇ ਸੀਐਮ ਮਾਨ ਕਰਜ਼ ਉਤਾਰਨ ਦੀ ਗੱਲ ਕਹਿ ਰਹੇ ਨੇ, ਤਾਂ ਉੱਥੇ ਹੀ ਇੱਕ ਉਦਾਹਰਨ ਦਾ ਜ਼ਿਕਰ ਕਰਦਿਆਂ ਸੀਐਮ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਕਰਜ਼ ਮੁਕਤ ਬਣਾਵਾਂਗੇ। ਜਿਵੇਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ MCD ਬਣੀ ਹੈ ਤੇ ਕੂੜੇ ਦੇ ਪਹਾੜ ਨਾਲ ਮੱਥਾ ਲਾ ਲਿਆ, ਉਹਨਾਂ ਨੂੰ ਚੱਕਣ ਲੱਗ ਗਏ, ਹੌਲੀ ਹੌਲੀ ਘਟ ਜਾਣਗੇ ਉਹ। ਤੋਂ ਜਿਹੜੇ ਇਹ ਕਰਜ਼ੇ ਦੇ ਪਹਾੜ ਸਾਨੂੰ ਇਹ ਛੱਡ ਕੇ ਗਏ ਨੇ, ਅਸੀਂ ਉਹਨਾਂ ਨੂੰ ਮੱਥਾ ਲਾ ਚੁੱਕੇ ਹਾਂ। ਹੁਣ ਅਸੀਂ ਉਹਨਾਂ ਨੂੰ ਬਿਲਕੁਲ ਕਲੀਅਰ ਕਰ ਦੇਣਾ ਤੇ ਪੰਜਾਬ ਜਿਹੜਾ ਉਹ ਫੇਰ ਦੁਬਾਰਾ ਜਿਹੜਾ ਉਹ ਕਰਜ਼ਾ ਰਹਿਤ ਵੀ ਹੋਊਗਾ ਔਰ ਨੌਕਰੀਆਂ ਵੀ ਹੋਣਗੀਆਂ ਔਰ ਪੰਜਾਬ ਰੰਗਲਾ ਪੰਜਾਬ ਬਣਾਉਣਾ ਸਾਡਾ ਸੁਪਨਾ ਵੀ ਪੂਰਾ ਹੋਊਗਾ। ਸਰਕਾਰ ਬੇਸ਼ੱਕ ਮਾਲੀਏ ਦੇ ਵਿੱਚ ਵਾਧਾ ਹੋਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਵਿਰੋਧੀ ਇਹਨਾਂ ਦਾਅਵਿਆਂ ਨੂੰ ਖੋਖਲੇ ਦੱਸ ਰਹੇ ਨੇ। ਅਕਾਲੀ ਦਲ ਨੇ ਇਲਜ਼ਾਮ ਲਾਉਂਦਿਆਂ ਬੀਜੇਪੀ ਤੋਂ ਪੁੱਛਿਆ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਦਿੱਲੀ ਦੀ ਤਰਜ਼ ਉੱਤੇ ਆਖਰ ਕਿਉਂ ਨਹੀਂ ਕੀਤੀ ਜਾ ਰਹੀ। ਲੁੱਟ ਹੋਈ ਔਰ ਜੋ ਲੁੱਟ ਕਿਹੜੀ, ਮੈਂ ਤਾਂ ਅੱਜ ਪੁੱਛਣਾ ਚਾਹੁੰਦਾ ਅਸ਼ਵਨੀ ਸ਼ਰਮਾ ਜੀ ਨੂੰ, ਭਾਜਪਾ ਦੇ ਪ੍ਰਧਾਨ ਸਾਹਿਬ ਨੂੰ, ਇਹ ਕੀ ਚੱਕਰ ਹੈ? ਤੁਹਾਡੇ ਨਾਲ ਵੀ ਕੋਈ ਸੈਟਿੰਗ ਹੋ ਗਈ ਹੈ ਇਹਨਾਂ ਦੀ, ਝਾੜੂ ਵਾਲਿਆਂ ਦੀ? ਇੱਕ ਤੁਹਾਡੇ ਇਸ਼ਾਰੇ ਤੇ ਚੱਲਣ ਲੱਗ ਗਏ ਕਿ ਕੀ ਹੋ ਗਿਆ? ਦਿੱਲੀ ਦਾ ਸਸੋਦੀਆ ਫੜ ਲਿਆ ਔਰ ਫੜ ਕੇ ਇਹ ਗੱਲ ਕਹੀ ਕਿ ਇਹਨੇ ਜਿਹੜੀ ਐਕਸਾਈਜ਼ ਪਾਲਿਸੀ ਬਣਾਈ ਸੀ ਉਹਦੇ 'ਚ ਕਰੋੜਾਂ ਦੀ ਧਾਂਦਲੀ ਕੀਤੀ। ਜਨਾਬ ਉਸੇ ਬੰਦੇ ਨੇ ਪਾਲਿਸੀ ਇੱਥੇ ਬਣਾਈ ਔਰ ਇੱਥੇ ਵੀ ਆ ਮੰਤਰੀ ਤਸਦੀਕ ਕਰ ਰਹੇ ਆ। ਇਹ ਦਾਅਵੇ ਸਰਕਾਰ ਦੇ ਨੇ। ਅਸਲ ਦੇ ਵਿੱਚ ਰੈਵਨਿਊ ਕਿੰਨਾ ਹੋਇਆ, ਪੰਜਾਬ ਦੇ ਖਜ਼ਾਨੇ 'ਚ ਕਿੰਨਾ ਪੈਸਾ ਆਇਆ ਤੇ ਕਿੰਨਾ ਗਿਆ, ਤੇ ਕੀ ਵਾਕਈ ਪੰਜਾਬ ਦੀ ਆਰਥਿਕਤਾ ਲੀਹ ਦੇ ਉੱਤੇ ਆ ਚੁੱਕੀ ਹੈ? ਇਹ ਸਵਾਲ ਬਰਕਰਾਰ ਨੇ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤੇ ਡਿਬੇਟ ਦੇ ਵਿੱਚ ਅੱਗੇ ਵਧਾਂਗੇ, ਉਸ ਤੋਂ ਪਹਿਲਾਂ ਕੁਝ ਅੰਕੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੇ ਜੋ ਦਾਅਵੇ ਅੱਜ ਮੁੱਖ ਮੰਤਰੀ ਮਾਨ ਕਰਕੇ ਗਏ ਨੇ। ਉਹਨਾਂ ਨੇ ਕਿਹਾ ਹੈ ਕਿ ਆਬਕਾਰੀ ਮਾਲੀਏ ਦੇ ਵਿੱਚ 2587 ਕਰੋੜ ਰੁਪਏ ਜਿਹੜੇ ਨੇ ਉਹ ਅਸੀਂ ਵਧੇਰੇ ਕਮਾਏ ਨੇ। ਟਰਾਂਸਪੋਰਟ ਵਿਭਾਗ ਦੇ ਵਿੱਚ 661 ਕਰੋੜ ਰੁਪਏ ਦਾ ਵਾਧਾ ਹੋਇਆ ਹੈ। GST ਦੀ ਵਸੂਲੀ ਜਿਹੜੀ ਹੈ ਉਹ 16.6% ਵਧੀ ਹੈ। ਜਾਇਦਾਦ ਦੀਆਂ ਰਜਿਸਟਰੀਆਂ ਦੇ ਮਾਲੀਏ ਦੇ ਵਿੱਚ 26% ਦਾ ਇਜ਼ਾਫਾ ਹੋਇਆ ਹੈ। ਇਸ ਤੋਂ ਇਲਾਵਾ ਉਹ ਕਹਿ ਰਹੇ ਨੇ ਕਿ ਵਿੱਤੀ ਸਾਲ 2022-23 ਦੇ ਲਈ PSPCLU ਸਬਸਿਡੀ ਬਿੱਲ ਦਾ ਅਸੀਂ 20,200 ਕਰੋੜ ਰੁਪਇਆ ਅਦਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਬਕਾਏ ਦੇ ਨਿਪਟਾਰੇ ਲਈ ਵੀ PSPCLU 5 ਕਿਸ਼ਤਾਂ ਦੇ ਵਿੱਚ ਜਿਹੜਾ 9,020 ਕਰੋੜ ਰੁਪਇਆ ਪਿਛਲੀਆਂ ਸਰਕਾਰਾਂ ਸਮੇਂ ਦੇ ਬਕਾਏ ਦਾ ਉਹ ਜ਼ਿਕਰ ਕਰ ਰਹੇ ਨੇ ਕਿ ਉਹ ਅਸੀਂ 1,804 ਕਰੋੜ ਰੁਪਏ ਦੀਆਂ 5 ਕਿਸ਼ਤਾਂ ਦੇ ਵਿੱਚ ਜਿਹੜਾ ਉਹ ਦੇਵਾਂਗੇ ਤੇ ਪਹਿਲੀ ਕਿਸ਼ਤ ਇਹਦੀ ਅਸੀਂ ਜਾਰੀ ਕਰ ਦਿੱਤੀ ਆ। ਸੋ ਬੀਤੇ ਸਾਲ ਦੇ ਦੌਰਾਨ ਹਰੇਕ ਖੇਤਰ ਦਾ ਜਿਹੜਾ ਮਾਲੀਏ ਨਾਲ ਸੰਬੰਧਿਤ ਅੰਕੜੇ ਸੀ ਉਹ ਮੁੱਖ ਮੰਤਰੀ ਨੇ ਉਸ ਤੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਖਾਸ ਮਹਿਮਾਨ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਤੇ ਇਹਨਾਂ ਦਾਅਵਿਆਂ ਦੇ ਉੱਤੇ ਗੱਲਬਾਤ ਕਰਾਂਗੇ। ਕਾਂਗਰਸ ਪਾਰਟੀ ਤੋਂ ਜਸਕਰਨ ਸਿੰਘ ਕਾਲੋ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਕਾਲੋ ਸਾਹਿਬ ਸਵਾਗਤ ਹੈ ਤੁਹਾਡਾ। ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਤੋਂ ਸਰਬਜੀਤ ਸਿੰਘ ਝਿੰਜਰ ਜੀ ਨੇ, ਕਮਲਜੀਤ ਸਿੰਘ ਸੋਹੀ ਜੀ ਨੇ ਭਾਜਪਾ ਤੋਂ, ਤੇ ਆਕਾਸ਼ ਜਿੰਦਲ ਜੀ ਨੇ ਅਰਥ ਸ਼ਾਸਤਰੀ ਨੇ। ਪੰਜਾਬ ਦੀ ਆਰਥਿਕਤਾ ਬਾਰੇ ਉਹਨਾਂ ਕੋਲੋਂ ਵੀ ਜੋ ਅੰਕੜੇ ਦਿੱਤੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਕਾਲੋ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰੂੰਗਾ ਕਿਉਂਕਿ ਕਾਂਗਰਸ ਦੀ ਕੋਈ ਪ੍ਰਤੀਕਿਰਿਆ ਨਹੀਂ ਹੈ, ਮੇਰੇ ਕੋਲ ਬੀਜੇਪੀ ਦੀ ਨਹੀਂ ਹੈ। ਅੱਜ ਜੋ ਮੁੱਖ ਮੰਤਰੀ ਮਾਨ ਨੇ ਅੰਕੜੇ ਪੇਸ਼ ਕੀਤੇ ਨੇ, ਜ਼ਿਕਰ ਉਹ ਮੁੜ ਤੋਂ ਪਿਛਲੀਆਂ ਸਰਕਾਰਾਂ ਦਾ ਕਰਕੇ ਗਏ। ਉਹ ਕਹਿੰਦੇ ਦੇਖੋ ਅਸੀਂ 20,200 ਕਰੋੜ ਲਾ ਰਹੇ ਹਾਂ, ਇਸ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਨੇ ਅਜਿਹਾ ਨਹੀਂ ਕੀਤਾ ਕਿ ਸਬਸਿਡੀ ਜਿਹੜੀ ਆ ਪੂਰੀ ਅਦਾ ਕਰ ਦਿੱਤੀ ਹੋਵੇ। ਉਹ ਕਹਿੰਦੇ ਕਿ ਸਿਰਫ 9,000 ਕਰੋੜ ਰੁਪਇਆ ਬਾਕੀ ਰਹਿ ਗਿਆ, ਉਹ ਅਸੀਂ ਅਗਲੇ 5 ਸਾਲਾਂ 'ਚ ਲਾ ਦੇਵਾਂਗੇ। ਉਹ ਕਹਿੰਦੇ ਕਿ ਇਹ ਇੱਕ ਸਬੂਤ ਹੈ ਕਿ ਸਾਡੀ ਸਰਕਾਰ ਦੀ ਨੀਅਤ ਕਿੰਨੀ ਸਾਫ਼ ਹੈ ਤੇ ਅਸੀਂ ਕਿੰਨੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਦੇਖੋ PR ਦੀ ਆਧਾਰ ਦੇ ਉੱਤੇ ਸਟੰਟ ਬਾਜ਼ਾਂ ਨੇ ਦੀ ਇੱਕ ਸਰਕਾਰ ਬਣੀ ਹੈ ਔਰ ਉਹ ਕੋਈ ਮੌਕਾ ਨਹੀਂ ਛੱਡਦੇ। CM ਸਾਹਿਬ ਤੇ ਸ਼ਾਇਦ ਜਿਹੜੇ ਟੋਲ ਪਲਾਜ਼ਿਆਂ ਦੀ ਮਿਆਦ ਮੁੱਕੀ ਹੁੰਦੀ ਆ ਉਹਨਾਂ ਨੂੰ ਵੀ ਬੰਦ ਕਰਾਉਣ ਉੱਥੇ ਚਲੇ ਜਾਂਦੇ ਨੇ। CM ਸਾਹਿਬ ਦੀ ਕਿਹੜੀ ਗੱਲ ਦਾ ਯਕੀਨ ਕੀਤਾ ਜਾਵੇ ਤੇ ਕਿਹੜੀ ਗੱਲ ਨੂੰ ਛੱਡਿਆ ਜਾਵੇ? ਅੱਜ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ 9,000 ਕਰੋੜ ਜਿਹੜਾ ਉਹ ਘਰੇਲੂ ਦਾ ਉਤਪਾਦਕਾਂ ਦਾ ਤੇ 9,000 ਕਰੋੜ ਰੁਪਈਆ ਜਿਹੜਾ ਅਸੀਂ ਮੋਟਰਾਂ ਦਾ ਮਾਫ ਕਰ ਦਿੱਤਾ ਹੈ ਤੇ ਭਵਿੱਖ ਦੇ ਵਿੱਚ ਵੀ ਜਿਹੜਾ ਆ ਪਹਿਲੀ ਵਾਰੀ ਸ਼ਾਇਦ ਹੋਇਆ। ਦੇਖੋ ਮੈਂ ਤਾਂ ਇਹ ਕਹਿਣਾ ਚਾਹੂੰਗਾ CM ਸਾਹਿਬ ਨੂੰ ਕਿ CM ਸਾਹਿਬ ਤੁਸੀਂ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਜਾਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਕਿ ਸਰਕਾਰ ਕੋਈ ਬਣੀ ਹੈ ਔਰ ਸਰਕਾਰ ਜਿਹੜੀ ਹੈ ਆਪਣੇ ਕਿਸੇ ਦੂਸਰੇ ਅਦਾਰੇ ਦੇ ਪੈਸੇ ਜਿਹੜੀ ਹੈ ਉਹ ਦੇ ਰਹੀ ਹੈ। ਇਹ ਪਹਿਲੀਆਂ ਸਰਕਾਰਾਂ ਵੀ ਜਦੋਂ ਤੋਂ ਸਬਸਿਡੀ ਜਿਹੜੀ ਹੈ ਮੋਟਰਾਂ ਦੇ ਉੱਤੇ ਸਬਸਿਡੀ, ਮੈਂ ਅੱਜ ਦੱਸ ਦਿਆਂ ਦਰਸ਼ਕਾਂ ਨੂੰ ਕਿ ਪਹਿਲੀ ਵਾਰ ਜਨਵਰੀ 1997 ਦੇ ਵਿੱਚ ਕਾਂਗਰਸ ਦੀ ਜਦੋਂ ਸਰਕਾਰ ਸੀ, ਜਨਵਰੀ 1997 ਦੇ ਵਿੱਚ 7.5 ਏਕੜ ਵਾਲੇ ਜਿਹੜਾ
ਕਿਸਾਨ ਸੀ 7.5 ਏਕੜ ਤੱਕ ਦਾ ਕਿਸਾਨ, ਉਹਦੀ ਜਿਹੜੀ ਮੋਟਰ ਦਾ ਜਿਹੜਾ ਬਿੱਲ ਸੀਗਾ ਉਹ 7.5 ਏਕੜ ਤੱਕ ਮਾਫ ਸੀਗਾ। ਇਹ ਸਰਕਾਰਾਂ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਕਾਂਗਰਸ ਦੀ ਸਰਕਾਰ ਵੀ ਰਹੀ, ਫਿਰ ਅਕਾਲੀ ਦਲ ਭਾਜਪਾ ਦੀ ਸਰਕਾਰ ਵੀ ਰਹੀ, ਫਿਰ ਕਾਂਗਰਸ ਦੀ ਸਰਕਾਰ ਰਹੀ। ਉਸ ਮੈਂ ਇਹ ਦੱਸਣਾ ਚਾਹੁੰਦਾ ਕਿ ਪਹਿਲੀ ਵਾਰੀ ਨਹੀਂ ਹੋਇਆ ਜਿਹੜਾ ਅੱਜ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਪਹਿਲੀ ਵਾਰੀ ਹੋਇਆ ਕਿ ਜਿਹੜਾ ਅਸੀਂ ਸਭ ਜਿਹੜੇ ਪੈਸੇ ਜਿਹੜੇ PSPCL ਨੂੰ ਦਿੱਤੇ ਆ। ਨਾਲ ਇਹ ਵੀ ਦੱਸ ਦਿੰਦੇ ਕਿ ਥੋੜੇ ਦਿਨ ਪਹਿਲਾਂ PSPCL ਨੂੰ ਆਪਣੇ EMPLOYEES ਦੀ ਤਨਖਾਹ ਦੇਣ ਲਈ 500 ਕਰੋੜ ਰੁਪਏ ਦਾ ਲੋਨ ਵੀ ਲੈਣਾ ਪਿਆ, ਉਹਦਾ ਜ਼ਿਕਰ ਵੀ ਕਰ ਦਿੰਦੇ ਤੇ ਮੇਰੇ ਖਿਆਲ ਨਾਲ ਬਿਹਤਰ ਹੁੰਦਾ। ਸੋ ਕਹਿਣਾ ਮੈਂ ਇਹ ਚਾਹੁੰਦਾ ਕਿ ਇਹ ਜਿਹੜੀ ਮਾਨ ਸਾਹਿਬ ਦੀ ਜਿਹੜੀ ਆਦਤ ਹੈ ਨਾ ਹਰ ਚੀਜ਼ ਨੂੰ ਸਟੰਟ ਵਾਂਗੂ ਕਰਨਾ, ਔਰ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਵੀ ਆਦਤ ਹੈ ਜਿਹੜਾ ਜ਼ਿਕਰ ਕਰ ਰਿਹਾ ਕਾਲੂ ਸਾਹਿਬ, ਜਿਹੜਾ ਮੁੱਖ ਮੰਤਰੀ ਕਹਿਣਾ ਚਾਹੁੰਦੇ ਆ ਕਿ ਸਬਸਿਡੀਆਂ ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਪਿਛਲੀਆਂ ਸਰਕਾਰਾਂ ਨੇ ਸ਼ੁਰੂ ਕੀਤੀਆਂ, ਉਹ ਦਿੰਦੇ ਰਹੇ ਹੋ, ਤੁਸੀਂ ਵਿਦਾਇਗੀ ਕਰਦੇ ਰਹੇ ਹੋ, ਪਰ ਉਹ ਕਹਿ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਨਾਲ ਅੱਜ ਤੱਕ ਕਿਸੇ ਨੇ ਕਲੀਅਰ ਨਹੀਂ ਸੀ ਕੀਤੀ ਜਿਵੇਂ ਅਸੀਂ ਕਰਤੀ ਹੈ। ਨਹੀਂ, ਹਮੇਸ਼ਾ ਪੈਂਡਿੰਗ ਰਹਿੰਦੇ ਸੀ ਪੈਸੇ, ਹਰੇਕ ਵਾਰੀ ਸਬਸਿਡੀ ਦੀ ਕੁਛ ਨਾ ਕੁਛ ਪੈਸੇ ਜਿਹੜੇ ਸੀ ਹਜ਼ਾਰਾਂ ਕਰੋੜ ਰੁਪਏ ਬਚਦੇ ਅੱਜ ਸਥਿਤੀ ਇਹ ਹੈ ਕਿ 9000 ਕਰੋੜ ਰੁਪਇਆ ਉਹ ਬਕਾਇਆ ਜਿਹੜੀ ਪੁਰਾਣੀ ਸਬਸਿਡੀ PSPCL ਨੂੰ ਦਿੱਤੀ ਜਾਣੀ ਸੀ ਉਹ ਨਹੀਂ ਦਿੱਤੀ ਗਈ, ਜਿਹਦੇ ਕਰਕੇ PSPCL ਦੀ ਹਾਲਤ ਹਮੇਸ਼ਾ ਪਤਲੀ ਹੁੰਦੀ ਚਲੀ ਗਈ। ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੈ। ਪੁਰਾਣੇ ਕਾਂਗਰਸ ਦੇ ਸਮੇਂ ਵੀ ਆਪਾਂ ਸਾਰੇ ਇਸ ਚੀਜ਼ ਦੇ ਗਵਾਹ ਆ ਕਿ ਪਿਛਲੇ 1.5-2 ਸਾਲ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ, ਉਹ ਕੋਵਿਡ ਦੇ ਵਿੱਚ ਵੀ ਬਹੁਤ ਸਮਾਂ ਜਿਹੜਾ ਖਰਾਬ ਹੋਇਆ, ਉਹ ਪੂਰੇ ਦੇਸ਼ ਦਾ, ਪੂਰੇ ਵਿਸ਼ਵ ਦੇ ਉੱਤੇ ਇੱਕ ਸੰਕਟ ਸੀਗਾ। ਉਸ ਸਮੇਂ ਸਟੇਟ ਦਾ ਜਿਹੜਾ ਰੈਵਨਿਊ ਸੀਗਾ, ਵੈਸੇ ਹੀ ਸਟੇਟ ਜਿਹੜੀ ਹੈ, ਪੰਜਾਬ ਐਸਾ ਸੂਬਾ ਹੈ ਕਿ ਇਹਦੇ ਕੋਲ ਬਹੁਤੇ ਸਾਧਨ ਸੰਸਾਧਨ ਨਹੀਂ ਹੈ ਰੈਵਨਿਊ ਜਨਰੇਸ਼ਨ ਦੇ। ਸੋ ਸਾਡਾ ਜਿਹੜਾ ਉਸ ਸਮੇਂ ਦਾ ਜਿਹੜਾ ਰੈਵਨਿਊ ਸੀਗਾ ਉਹਦੀ ਜਨਰੇਸ਼ਨ ਵੀ ਉਸ ਤਰੀਕੇ ਨਾਲ ਨਹੀਂ ਹੋ ਸਕੀ ਕਿ ਹੋ ਸਕਦਾ ਹੈ ਕਿ ਕਿਤੇ ਥੋੜਾ ਬਹੁਤਾ ਅਮਾਉਂਟ ਜਿਹੜਾ ਉਹ ਰਹਿ ਗਿਆ ਹੋਵੇ, ਪਰ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਕਿ ਜਿਸ ਤਰੀਕੇ ਨਾਲ CM ਸਾਹਿਬ ਆਪਣੀ ਪਿੱਠ ਥਾਪੜ ਰਹੇ ਨੇ। CM ਸਾਹਿਬ ਇਹ ਵੀ ਦੱਸ ਦਿੰਦੇ ਕਿ ਜਿਹੜੀ ਇਹਨਾਂ ਨੇ ਅੱਜ ਕਿਹਾ ਕਿ ਅਸੀਂ ਕਰਜ਼ਾ ਮੁਕਤ ਕਰ ਦਿਆਂਗੇ, ਇਹਨਾਂ ਕੋਲ ਫਾਰਮੂਲਾ ਕੀ ਹੈ। ਅਸੀਂ ਤੇ ਉਸ ਚੀਜ਼ ਤੇ ਵੀ ਸਵਾਲ ਚੁੱਕਦੇ ਹਾਂ ਕਿ ਇਹਨਾਂ ਦੇ ਸੁਪਰ CM ਅਰਵਿੰਦ ਕੇਜਰੀਵਾਲ ਜੀ ਨੇ ਇਲੈਕਸ਼ਨ ਤੋਂ ਪਹਿਲਾਂ ਇੱਕ 52 ਜਾਂ 58,000 ਕਰੋੜ ਰੁਪਏ ਦੇ ਕਿਹੜੇ ਸੀ ਮੇਰੀ ਜੇਬ ਮੇਂ ਮੈਂ ਡਾਲ ਕੇ ਚਲਤਾ ਹੂੰ, ਉਹਦੇ ਬਾਰੇ ਵੀ ਗੱਲ ਕਰ ਦਿੰਦੇ। ਪੰਜਾਬ ਜੇ ਕਰਜ਼ਾ ਮੁਕਤ ਹੋਵੇਗਾ ਤਾਂ ਚੰਗੀ ਗੱਲ ਹੈ, ਅਸੀਂ ਵੀ ਇਸ ਚੀਜ਼ ਦੀ ਸ਼ਲਾਘਾ ਕਰਾਂਗੇ, ਪਰ ਇਹਨਾਂ ਦੇ ਕੋਲ ਨਾ ਤੇ ਇਹਨਾਂ ਦੀ ਨੀਅਤ ਹੈ ਨਾ ਨੀਤੀ ਹੈ। ਇਹ ਕਰਨਗੇ ਕਿਵੇਂ? ਜਿਹੜੀ ਆਬਕਾਰੀ ਦੀ ਨੀਤੀ ਦੀ ਜਿਹੜੀ ਗੱਲ ਕਰੀਏ ਤੇ ਆਬਕਾਰੀ ਨੀਤੀ ਵੀ ਜਿਹੜੀ ਇਹਨਾਂ ਦੀ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ। ਕਿਉਂ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ? ਜਾਂ ਤੇ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਇਹ ਉਹ ਆਬਕਾਰੀ ਨੀਤੀ ਹੈ ਜਿਹੜੀ ਦਿੱਲੀ 'ਚ ਲਾਗੂ ਕੀਤੀ ਹੈ, ਤੇ ਜੇ ਦਿੱਲੀ 'ਚ ਲਾਗੂ ਕੀਤੀ ਆਬਕਾਰੀ ਨੀਤੀ ਪੰਜਾਬ ਦੇ ਵਿੱਚ ਜਿਹੜੀ ਚੱਲ ਰਹੀ ਹੈ, ਤੇ ਇਹਦਾ ਮਤਲਬ ਕਿ ਜਿੱਦਾਂ ਕਾਰਵਾਈ ਦਿੱਲੀ 'ਚ ਹੋਈ ਹੈ, ਪੰਜਾਬ 'ਚ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ। ਤੇਲ ਦੇ ਰੋਕ ਰਿਹਾ ਤੁਹਾਨੂੰ ਮੈਂ ਥੋੜਾ, ਜਿਹੜਾ ਅੱਜ ਮੁੱਖ ਮੰਤਰੀ ਨੇ ਜਿਹੜੇ ਮਾਲੀਏ ਦਾ ਜ਼ਿਕਰ ਕੀਤਾ ਸੀ ਉਹਦੇ ਤੇ ਗੱਲ ਕਰ ਲਈ, ਫਿਰ ਇੱਕ ਚੀਜ਼ ਤੇ ਅਸੀਂ ਆਵਾਂਗੇ। ਸੋਈ ਸਾਹਿਬ, ਤੁਹਾਡੇ ਕੋਲ ਮੈਂ ਜਾਣਨਾ ਚਾਹੂੰਗਾ, ਜੋ ਅੱਜ ਮੁੱਖ ਮੰਤਰੀ ਵੱਖ-ਵੱਖ ਦਾਅਵੇ ਕਰਕੇ ਗਏ ਹੈ ਕਿ ਦੇਖੋ ਅਸੀਂ ਆਬਕਾਰੀ ਨੀਤੀ 'ਚ ਇੰਨਾ ਮਾਲੀਆ ਇਕੱਠਾ ਕਰ ਲਿਆ, PSPCL ਨੂੰ ਪੂਰੀ ਅਦਾਇਗੀ ਕਰਤੀ, ਬਾਕੀ ਵੀ ਉਹ ਬਹੁਤ ਸਾਰੇ ਮਾਲੀਏ ਦਾ ਜ਼ਿਕਰ ਕਰਕੇ ਗਏ ਹੈ। ਉਹ ਕਹਿ ਰਹੇ ਨੇ ਕਿ ਇਹ ਇੱਕ ਸੰਕੇਤ ਹੈ ਕਿ ਸਾਡੀ ਸਰਕਾਰ ਕਿੰਨੀ ਸਾਫ਼ ਨੀਅਤ ਨਾਲ ਚੱਲ ਰਹੀ ਹੈ ਤੇ ਪਹਿਲੀਆਂ ਸਰਕਾਰਾਂ 'ਚ ਇੰਨਾ ਵਾਧਾ ਨਹੀਂ ਹੋ ਗਿਆ ਜਿੰਨਾ ਸਾਡੀ ਸਰਕਾਰ 'ਚ ਹੋ ਰਿਹਾ ਮਾਲੀਏ 'ਚ। ਦੇਖੋ, ਇਸ ਤਰ੍ਹਾਂ ਹੈ ਕਿ ਜਿਹੜੀ ਸਰਕਾਰ ਨੇ ਵਿਦਿਨ ਲੈਸ ਦੈਨ 1 ਈਅਰ 30,000 ਕਰੋੜ ਦਾ ਕਰਜ਼ਾ ਲੈ ਲਿਆ ਹੋਵੇ, 45% ਜਿਹੜਾ ਇੰਟਰਸਟ ਦਾ ਕੰਪੋਨੈਂਟ ਹੈ ਉਹ ਰੈਵਨਿਊ ਦਾ ਹੋਵੇ, ਤੇ ਤੁਸੀਂ ਇਹ ਸਰਕਾਰ ਨੂੰ ਕਰਜ਼ਾ ਮੁਕਤ ਕਿਸ ਤਰ੍ਹਾਂ ਹੋ ਜਾਏਗੀ? ਪੰਜਾਬ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਉਹ 2,67,000 ਕਰੋੜ ਦਾ ਕਰਜ਼ਾ ਛੱਡ ਕੇ ਗਈ ਸੀ ਪੰਜਾਬੀਆਂ ਦੇ ਉੱਪਰ, ਤੇ ਅੱਜ ਉਹ ਕਰਜ਼ਾ ਵੱਧ ਕੇ 3 ਲੱਖ ਕਰੋੜ ਤੋਂ ਉੱਪਰ ਹੋ ਗਿਆ। ਮਤਲਬ ਇਹਦਾ ਹੈਗਾ ਕਿ 1 ਲੱਖ ਰੁਪਈਆ ਦੇ ਕਰਜ਼ਾ ਹਰ ਪੰਜਾਬੀ ਦੇ ਉੱਪਰ ਜਮਦਿਆ ਹੀ ਹੁੰਦਾ। ਤੁਸੀਂ ਸਾਬੋ 300 ਦੀ ਸਾਡੀ ਪਾਪੂਲੇਸ਼ਨ ਹੋਈ ਤੇ 1 ਕਰੋੜ ਇਨਫੈਕਟ ਕਰਜ਼ਾ ਜਿਹੜਾ ਹੈ ਹਰ ਪੰਜਾਬੀ ਦੇ ਉੱਪਰ ਇਸ ਵਕਤ ਹੈਗਾ। ਤੇ ਪੰਜਾਬ ਇਜ਼ ਨੋਟ ਅ ਡੈਟ ਸਟ੍ਰੈਸ ਸਟੇਟ, ਪੰਜਾਬ ਇਜ਼ ਅ ਡੈਟ ਟ੍ਰੈਪ ਸਟੇਟ। ਉਹ ਡੈਟ ਟ੍ਰੈਪ ਸਟੇਟ ਇਸ ਤਰ੍ਹਾਂ ਹੋਈ ਹੈ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਇਹਨਾਂ ਨੇ ਜਦੋਂ ਸੱਚੀ ਨਾ ਜੀ ਉਹ ਕਹਿੰਦੇ ਸੀਗੇ ਕਿ ਜੇ ਅਸੀਂ 20,000 ਕਰੋੜ ਰੁਪਇਆ ਰੇਤਾ ਚੋਂ ਰੈਵਨਿਊ ਕਮਾਵਾਂਗੇ ਤੇ ਅਸੀਂ ਤਕਰੀਬਨ 20,000 ਰੁਪਇਆ ਜਿਹੜਾ ਸਾਡਾ ਐਕਸਾਈਜ਼ ਹੈ, ਜਿਹੜੀ ਵੈਟ ਹੈ, ਉਹਦੇ ਚੋਂ ਕਮਾਵਾਂਗੇ। ਜੇ 40,000 ਕਰੋੜ ਰੁਪਇਆ ਕਰਪਸ਼ਨ ਫ੍ਰੀ ਕਰਾਂਗੇ ਤੇ ਉਹਦੇ ਚੋਂ ਕਮਾਵਾਂਗੇ। ਹੁਣ ਉਹ ਕਿੱਥੇ ਗਿਆ ਕਰਪਸ਼ਨ ਫ੍ਰੀ? ਉਹ ਕਿੱਥੇ ਗਿਆ? ਇਹਨਾਂ ਨੇ ਤੇ ਖੁਦ ਉਸ ਤੋਂ ਨਹੀਂ, ਸੋਈ ਸਾਹਿਬ ਉਹੀ ਤਾਂ ਦਾਵਾ ਕਰ ਰਿਹਾ। ਸੋਈ ਸਾਹਿਬ ਦੇਖੋ, ਮੁੱਖ ਮੰਤਰੀ ਦਾਵਾ ਕੀ ਕਰ ਰਿਹਾ, ਜਿਹੜਾ ਤੁਸੀਂ ਕਹਿ ਰਹੇ ਉਹ ਕਹਿੰਦੇ ਕਿ ਵਿਰੋਧੀ ਸਾਨੂੰ ਪੁੱਛਦੇ ਸੀ ਕਿ ਭਾਈ ਤੁਸੀਂ 600 ਯੂਨਿਟ ਮੁਫਤ ਕਰਤੇ, ਪੈਸੇ ਕਿੱਥੋਂ ਲੈ ਕੇ ਆਓਗੇ? ਉਹ ਕਹਿੰਦੇ ਦੇਖੋ ਅਸੀਂ ਤਾਂ ਪਹਿਲੇ ਸਾਲ ਦੇ ਵਿੱਚ 20,200 ਕਰੋੜ ਦੇ ਕੇ PSPCL ਦਾ ਸਾਰਾ ਕੁਝ ਕਲੀਅਰ ਕਰਤਾ, ਫਿਰ ਭਾਵੇਂ ਉਹ ਖਪਤਕਾਰਾਂ ਦੇ ਪੈਸੇ ਹੈ, ਖੇਤੀਬਾੜੀ ਦੀ ਸਬਸਿਡੀ ਦੇਣੀ ਹੈ। ਜਿਹੜਾ ਤੁਸੀਂ ਆਬਕਾਰੀ ਦਾ ਕਹਿ ਰਹੇ ਹੋ ਉਹ ਦਾਵਾ ਕਰ ਰਿਹਾ ਕਿ ਅਸੀਂ 41.41% ਦਾ ਵਾਧਾ ਕਰ ਦਿੱਤਾ ਹੈ 1 ਸਾਲ ਦੇ ਵਿੱਚ ਹੀ ਆਬਕਾਰੀ ਦੇ ਮਾਲੀਏ 'ਚ। ਮੈਂ ਨਾ ਹੁਣ ਇੱਕ ਗੱਲ ਮੈਨੂੰ ਨਹੀਂ ਕਹਿਣਾ ਚਾਹੁੰਦਾ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਦੇ ਨੇ, PR ਐਕਸਰਸਾਈਜ਼ ਕਰਦੇ ਨੇ। ਜਿਹੜੀ ਬਜਟ ਸਪੀਚ ਸੀਗੀ ਉਦੋਂ ਬਜਟ ਸਪੀਚ 'ਚ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ? ਉਹ ਇੱਕ ਡਾਕੂਮੈਂਟ ਸਦਨ 'ਚ ਪ੍ਰੈਜ਼ੈਂਟ ਕੀਤਾ ਗਿਆ, ਉਦੋਂ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ?
ਕਿਉਂ ਅੱਜ ਪੀਐਸਪੀਸੀਐਲ ਨੂੰ ਤਨਖਾਹਾਂ ਦੇਣ ਵਾਸਤੇ 500 ਕਰੋੜ ਦਾ ਲੋਨ ਲੈਣਾ ਪੈ ਰਿਹਾ ਹੈਗਾ। ਪੀਐਸਪੀਸੀਐਲ ਇਸ ਡੈਪਟ ਰਿਡਨ ਆ, ਬੈਂਕਰਪਸੀ ਦੇ ਕਗਾਰ ਤੇ ਪਹੁੰਚੀ ਹੋਈ ਹੈ। ਹਰ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਇਸ ਵਕਤ ਇਸ ਕਗਾਰ ਤੇ ਪਹੁੰਚੀ ਹੈ ਕਿ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਨੂੰ 3-3 4-4 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ। ਦੇਖੋ ਇਸ ਵਕਤ ਪੰਜਾਬ ਦੀ ਹਾਲਾਤ ਨੇ, ਇਹਨਾਂ ਨੇ ਉਸ ਤੋਂ ਵੀ ਜ਼ਿਆਦਾ ਮਾੜੇ ਕਰ ਛੱਡੇ ਨੇ। ਤੁਸੀਂ ਟਰਾਂਸਪੋਰਟ ਡਿਪਾਰਟਮੈਂਟ ਦੀ ਗੱਲ ਕਰ ਰਹੇ ਸੀ ਕਿ ਟਰਾਂਸਪੋਰਟ ਡਿਪਾਰਟਮੈਂਟ ਨੇ ਮਾਲੇ ਕਰ ਲਿਆ। ਅੱਜ ਤੁਹਾਡੀ ਕਿੰਨੀਆਂ ਅਖਬਾਰਾਂ 'ਚ, ਇੰਨੀਆਂ ਮੀਡੀਆ 'ਚ, ਮੈਂ ਖੁਦ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ, 6-6 ਮਹੀਨੇ ਹੋ ਗਏ ਲੋਕਾਂ ਨੂੰ ਆਰਸੀ ਡੀਐਲ ਨਹੀਂ ਮਿਲੇ। ਤੁਸੀਂ ਗਵਰਨੈਂਸ ਤੁਹਾਡੀ ਕਿੱਥੇ ਜਾ ਰਹੀ ਹੈ ਇਸ ਵਕਤ ਤੇ? ਯੂਰ ਗਵਰਨੈਂਸ ਹੈਜ਼ ਗੋਨ ਫॉर ਅ 6। ਤੁਹਾਨੂੰ ਗਵਰਨੈਂਸ ਕਰਨੀ ਹੀ ਨਹੀਂ ਆ ਰਹੀ। ਹਾਂ, ਬਾਕੀ ਝੂਠ ਜਿੰਨਾ ਮਰਜ਼ੀ ਬੋਲੀ ਜਾਓ, ਕਿਸੇ ਨੇ ਕਿਹੜਾ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਕੁਐਸਚਨ ਕਰਨਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਝੂਠ ਬੋਲਿਆ ਸੀ, ਇਹਦੇ ਉੱਪਰ ਵੀ ਡੈਫਾਮੇਸ਼ਨ ਹੁੰਦੀ ਹੈ ਤੇ ਡੈਫਾਮੇਸ਼ਨ ਕਰੋ। ਆ ਤੇ ਲੋਕਾਂ ਨੂੰ ਜਵਾਬ ਲੈਣੇ ਪੈਣੇ ਨੇ ਤੇ ਲੋਕੀ ਹੌਲੀ ਹੌਲੀ ਜਵਾਬ ਇਹਨਾਂ ਨੂੰ ਲੈਣਾ ਸ਼ੁਰੂ ਕਰ ਦੇਣਗੇ। 3 ਮਹੀਨੇ ਸਰਕਾਰ ਦੇ ਆਉਣ ਤੋਂ ਬਾਅਦ ਸੰਗਰੂਰ ਦਾ ਇਲੈਕਸ਼ਨ ਹੋਇਆ ਸੀ, ਲੋਕਾਂ ਨੇ ਜਵਾਬ ਦੇ ਦਿੱਤਾ। ਸਾਲ ਤੋਂ ਬਾਅਦ ਇਲੈਕਸ਼ਨ ਫੇਰ ਹੋ ਰਿਹਾ, ਲੋਕਾਂ ਨੇ ਇਹਦੇ ਚ ਮੋੜਵਾ ਜਵਾਬ ਦੁਬਾਰਾ ਦੇ। ਠੀਕ ਹੈ ਸੋਈ ਸਾਹਿਬ, ਤੁਹਾਡੀ ਗੱਲ ਕਿ ਜਿਹੜੇ ਆંકੜਿਆਂ ਦਾ ਹੁਣ ਦਾਵਾ ਹੋ ਰਿਹਾ ਹੈ ਬਜਟ ਸੈਸ਼ਨ ਦੇ ਵਿੱਚ ਕਿੰਨੀ ਕਿਹਨਾਂ ਦੀ ਗੱਲ ਹੋਈ ਹੈ, ਇੱਕ ਜ਼ਰੂਰ ਸਵਾਲ ਜਿਹੜਾ ਬਣਦਾ ਹੈ। ਸਾਡੇ ਨਾਲ ਚਿੰਦਰ ਸਾਹਿਬ ਜੁੜੇ ਹੋਏ ਨੇ। ਚਿੰਦਰ ਸਾਹਿਬ, ਤੁਸੀਂ ਕਿਵੇਂ ਦੇਖ ਰਿਹਾ ਅਕਾਲੀ ਦਲ ਜੋ ਅੱਜ ਆંકੜਿਆਂ ਦਾ ਅੱਜ ਜੋ ਪੇਸ਼ਕਾਰੀ ਕੀਤੀ ਗਈ ਹੈ ਮੁੱਖ ਮੰਤਰੀ ਨੇ, ਜੋ ਮੈਂ ਸਵਾਲ ਵਾਕਿਆ ਨੂੰ ਵੀ ਕਰ ਰਿਹਾ ਕਿ ਮਾਲੀਏ ਨੂੰ ਲੈ ਕੇ ਜੋ ਦਾਵਾ ਹੈ ਸਰਕਾਰ ਦਾ ਕਿ ਅਸੀਂ 1 ਸਾਲ ਦੇ ਵਿੱਚ ਹਰੇਕ ਖੇਤਰ ਦੇ ਵਿੱਚ ਜਿਹੜਾ ਹੈ ਉਹ ਮਾਲੀਏ ਦੇ ਵਿੱਚ ਅੱਗੇ ਜਾ ਰਹੇ ਹਾਂ, ਪਹਿਲਾਂ ਨਾਲੋਂ ਬਿਹਤਰ ਕਰ ਰਹੇ ਹਾਂ ਅਸੀਂ। ਦੇਖੋ, ਸਰਕਾਰ ਦੇ ਜਿਹੜੇ ਦਾਅਵੇ ਨੇ, ਦਾਅਵਿਆਂ ਦੇ ਵਿੱਚ ਫਰਕ ਹੈ। ਕਿਉਂਕਿ ਮਾਨ ਸਾਹਿਬ ਕਦੇ ਹੁੰਦਾ ਸੀ, ਠੀਕ ਹੈ, ਮਾਨ ਸਾਹਿਬ ਦਾ ਫੇਸ ਦੇਖ ਕੇ ਲੋਕਾਂ ਨੇ ਦਿੱਲੀ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਸੀ ਸਰਦਾਰ ਭਗਵੰਤ ਸਿੰਘ ਮਾਨ ਦੇ ਮੂੰਹ ਨੂੰ। ਇਹ ਚ ਕਹਿਣ ਚ ਕੋਈ ਗੁਰੇਜ਼ ਨਹੀਂ ਕਿ ਲੋਕਾਂ ਨੂੰ ਲੱਗਦਾ ਸੀ ਕਿ ਜਿਸ ਅੰਦਾਜ਼ ਚ ਉਹ ਆਪਣੀ ਸਪੀਚਾਂ ਕਰਦੇ ਸੀ, ਵਾਅਦੇ ਕਰਦੇ ਸੀ, ਦਾਅਵੇ ਕਰਦੇ ਸੀ, ਦਿਖਾਵਾ ਕਰਦੇ ਸੀ, ਮੈਂ ਬਾਕੀਆਂ ਨਾਲੋਂ ਆਹ ਕੁਝ ਵੱਖਰਾ ਕਰਕੇ ਦਿਖਾਊਂ, ਮੈਂ ਆਮ ਪਰਿਵਾਰ ਦਾ ਧੀ ਪੁੱਤ ਹਾਂ। ਤੇ ਉਹ ਗੱਲ ਤੇ ਵਿਸ਼ਵਾਸ ਕਰਕੇ ਲੋਕਾਂ ਨੇ ਵੋਟਾਂ ਪਾਤੀਆਂ। ਪਰ 1 ਸਾਲ ਦੇ ਵਿੱਚ ਮਾਨ ਸਾਹਿਬ ਸਾਰੀਆਂ ਗੱਲਾਂ ਤੋਂ ਫਿਰ ਗਏ। ਜਦੋਂ ਕਿਸੇ ਗੱਲ ਤੇ ਉਹ ਖਰੇ ਉਤਰ ਨਹੀਂ ਰਹੇ ਤਾਂ ਅੱਜ ਦੇ ਦਾਅਵਿਆਂ ਤੋਂ ਕਿੱਥੋਂ ਖਰੇ ਉਤਰ ਜਾਣਗੇ? ਇਹ ਤਾਂ ਉਵੇਂ ਹੀ ਹੈ। 45,000 ਕਰੋੜ ਦਾ ਤੁਸੀਂ 1 ਸਾਲ ਦੇ ਵਿੱਚ ਕਰਜ਼ਾ ਲੈ ਲਿਆ ਤੇ ਜੇ ਕਿਸੇ ਅਦਾਰੇ ਦਾ 20,000 ਕਰੋੜ ਦੇ ਵੀ ਦਿੱਤਾ ਉਹ ਕਹਿੰਦੇ ਹੋ ਅਸੀਂ ਦੇ ਦਿੱਤਾ। ਇਹ ਇੱਕ ਤਰ੍ਹਾਂ ਦਾ ਬਿਲਕੁਲ ਮੂਰਖ ਬਣਾਉਣ ਵਾਲੀ ਗੱਲ ਹੈ। ਤੇ ਜਿਹੜਾ ਉਹ ਕਰਦੇ ਨੇ ਮਾਲੀਆ ਵੱਧ ਗਿਆ। ਜਦੋਂ ਦਾ ਦੇਸ਼ ਆਜ਼ਾਦ ਹੋਇਆ, ਜਿਹੜੀ ਵੀ ਸਰਕਾਰ ਸਟੈਪ ਬਾਈ ਸਟੈਪ ਬਣਦੀ ਆਉਂਦੀ ਆ, ਥੋੜਾ ਬਹੁਤਾ ਜਿਹੜਾ ਉਹ ਮਾਲੀਆ ਵੱਧ ਜਾਂਦਾ ਹੁੰਦਾ, ਕੋਈ ਖਾਸ ਗੱਲ ਨਹੀਂ। ਪਰ ਇਹਨਾਂ ਦਾ ਦਾਅਵਾ ਬਹੁਤ ਵੱਡਾ ਸੀ ਕਿ ਅਸੀਂ ਇੰਨੇ 1000 ਕਰੋੜ ਇੱਥੋਂ ਬਚਾਵਾਂਗੇ, ਇੰਨੇ 1000 ਕਰੋੜ ਇੱਥੋਂ ਬਚਾਵਾਂਗੇ। ਉਹ ਜ਼ੀਰੋ ਹੈ। 1 ਰੁਪਈਆ ਵੀ ਉਹ ਦੱਸ ਨਹੀਂ ਸਕੇ ਕਿ ਜਿਹੜਾ ਅੱਜ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਭਾਈ ਤੁਸੀਂ 200-300 ਕਰੋੜ ਦੀ ਠੱਗੀ ਮਾਰੀ ਹੈ 1 ਸਾਲ ਦੇ ਵਿੱਚ ਇਕੱਲੇ ਐਕਸਾਈਜ਼ ਪਾਲਿਸੀਆਂ 'ਚ। ਉਹੀ ਪਾਲਿਸੀਆਂ ਤੁਹਾਡੀਆਂ ਦਿੱਲੀ ਸੀ ਜਿਨ੍ਹਾਂ ਦੇ ਵਿੱਚ ਤੁਹਾਡਾ ਉਪ ਮੁੱਖ ਮੰਤਰੀ ਜੇਲ੍ਹ 'ਚ ਬੈਠਾ। ਉਹੀ ਪਾਲਿਸੀਆਂ ਬਣਾਉਣ ਵਾਲੇ ਠੇਕੇਦਾਰ ਤੇ ਅਫਸਰ ਪੰਜਾਬ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕੀਤਾ। ਫਿਰ ਜੇ ਉੱਥੇ ਘਪਲਾ ਹੋਇਆ ਤਾਂ ਇੱਥੇ ਵੀ ਘਪਲਾ ਹੋਇਆ। ਦੂਜੀ ਗੱਲ, ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਇਹ ਕਾਂਗਰਸ ਦੇ ਬੁਲਾਰੇ ਬੈਠੇ ਸੀ, ਹੁਣ ਉਹ ਕਹਿੰਦੇ ਜੀ ਅਸੀਂ ਮੋਟਰਾਂ ਦੇ ਬਿੱਲ 97 ਦੇ ਵਿੱਚ ਸਬਸਿਡੀ ਦਿੱਤੀ। ਪੂਰਾ ਝੂਠ ਬੋਲੀ ਜਾਂਦੇ ਨੇ। ਪੂਰੇ ਪੰਜਾਬ ਦੇ ਕੱਲੇ ਕਿਸਾਨ ਨੂੰ ਪਤਾ ਕਿ ਜੇ ਕਿਸਾਨਾਂ ਦੇ ਪਹਿਲੀ ਵਾਰ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਪੂਰੇ ਭਾਰਤ ਦੇ ਵਿੱਚ ਜੇ ਕਿਸੇ ਸਟੇਟ ਦੇ ਵਿੱਚ ਕਿਸਾਨਾਂ ਦੇ ਬਿੱਲ ਮਾਫ ਕੀਤੇ ਸੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਾਫ ਕੀਤੇ ਸੀ। ਇਹ ਬੋਲੀ ਜਾਂਦੇ ਨੇ, ਉਦੋਂ ਲੈ ਕੇ ਹੁਣ ਤੱਕ ਮਾਫ ਚੱਲੇ ਆਉਂਦੇ ਨੇ। ਸੋ ਇਹਨਾਂ ਦੀ ਜਿਹੜੀ ਮਨਸ਼ਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਹਮੇਸ਼ਾ ਰਹਿੰਦੀ ਹੈ। ਸੋ ਮੈਂ ਮਾਨ ਸਾਹਿਬ ਵਾਲੀ ਗੱਲ ਤੇ ਦੁਬਾਰਾ ਆਉਣਾ ਕਿ ਇਹਨਾਂ ਦੀ ਗੱਲ ਤੇ ਹੁਣ ਕੋਈ ਵੀ ਪੰਜਾਬ ਦਾ ਜਿਹੜਾ ਵਸਿੰਦਾ, ਕੋਈ ਵੀ ਕਿਸਾਨ, ਕੋਈ ਵੀ ਨਾਗਰਿਕ ਵੋਟਰ ਹੁਣ ਯਕੀਨ ਨਹੀਂ ਕਰਦਾ। ਕਿਉਂਕਿ ਇਹਦੇ ਜਿਹੜੇ ਦਾਅਵੇ ਨੇ, ਜਿਵੇਂ ਗਿਣ ਲੱਗ ਗਿਆ ਕੱਲੇ ਪਰ ਰੋਜ਼ ਡਿਬੇਟ ਤੇ ਉਹਨਾਂ ਫਿਰ ਉਹੀ ਗੱਲਾਂ ਰਿਪੀਟ ਹੋ ਜਾਂਦੀਆਂ ਨੇ ਕਿ ਸਿਕਿਉਰਿਟੀ ਵਾਲੀਆਂ ਗੱਲਾਂ ਤੇ ਲਾ ਲਈਏ ਕਿ ਪਹਿਲਾਂ ਕਹਿੰਦੇ ਸੀ ਬਿਨਾਂ ਸਿਕਿਉਰਿਟੀ ਦੇ ਘੁੰਮਣਾ ਚਾਹੀਦਾ, ਲੋੜ ਕੀ ਹੈ, ਤੁਸੀਂ ਇਹੋ ਜਿਹਾ ਕੰਮ ਕਿਉਂ ਕਰਦੇ ਹੋ? ਫਿਰ ਮਾਨ ਸਾਹਿਬ ਜੇ ਤੁਸੀਂ ਠੀਕ ਹੈ ਚੰਦਰ ਸਾਹਿਬ, ਇੱਕ ਛੋਟੀ ਜਿਹੀ ਗੱਲ ਦਾ ਜਵਾਬ ਦਿਓ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਠੀਕ ਹੈ। ਤੁਸੀਂ ਕਹਿ ਰਹੇ ਹੋ ਕਿ ਸਾਡੀ ਸਰਕਾਰ ਸਮੇਂ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸ਼ੁਰੂ ਕੀਤੀ। ਸਵਾਲ ਇਹ ਸੀਗਾ ਵੀ ਇਹ ਜਦੋਂ ਤੋਂ ਸਬਸਿਡੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਪੀਐਸਪੀਸੀਐਲ ਬਿਜਲੀ ਬੋਰਡ ਜਿਹੜਾ ਹੈ ਉਹ ਘਾਟੇ 'ਚ ਜਾਣਾ ਸ਼ੁਰੂ ਹੋ ਜਾਂਦਾ ਹੈ ਹੌਲੀ ਹੌਲੀ। ਅੱਜ ਸਥਿਤੀ ਇਹ ਹੈ ਕਿ 9000 ਕਰੋੜ ਰੁਪਇਆ ਬਕਾਇਆ ਖੜਾ ਸੀ। ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹ ਵੀ ਲਾਉਣਾ ਹੈ, 20000 ਕਰੋੜ ਜਿਹੜਾ ਹੁਣ ਦਾ ਬਣਦਾ ਸੀ ਉਹ ਅਸੀਂ ਪੂਰਾ ਕਰਤਾ ਕਲੀਅਰ। ਤਾਂ ਸਵਾਲ ਇਹ ਸੀ ਕਿ ਜੇ ਸਬਸਿਡੀਆਂ ਤੁਹਾਡੀਆਂ ਸਰਕਾਰਾਂ ਵੇਲੇ ਦਿੱਤੀਆਂ ਜਾਂਦੀਆਂ ਸੀ ਤਾਂ ਇਹ ਜਿਹੜਾ ਬਕਾਇਆ ਹੈ ਇਹ ਬਕਾਇਆ ਕਿਉਂ ਬਚਦਾ ਸੀ? ਇਹ ਕਿਉਂ ਨਹੀਂ ਸੀ ਕਲੀਅਰ ਕੀਤਾ ਜਾਂਦਾ?
ਦੇਖੋ ਥੋੜਾ ਬਹੁਤਾ ਬਕਾਇਆ ਚਲੋ ਰਹਿ ਜਾਂਦਾ ਹੈ, ਉਹ ਫਿਰ ਸਰਕਾਰਾਂ ਪੂਰਾ ਕਰ ਲੈਂਦੀਆਂ ਨੇ। ਕਦੇ ਕਿਸੇ ਸਾਲ ਬਕਾਇਆ ਰਹਿ ਗਿਆ, ਅਗਲੇ ਸਾਲ ਪੂਰਾ ਕਰ ਲਿਆ, ਕੋਈ ਖਾਸ ਗੱਲ ਨਹੀਂ, ਇੰਨਾ ਕੁ ਚੱਲੀ ਜਾਂਦਾ। ਉਹ ਆਪਣੇ ਪਰਿਵਾਰ ਵੀ ਜੇ ਆਪਾਂ ਚਲਾਉਂਦੇ ਆ, ਕਿਸੇ ਸਾਲ ਕਰਜ਼ਾ ਲੈ ਲਿਆ, ਦੂਜੇ ਸਾਲ ਤਾਰਨਾ ਚੱਲਦਾ। ਪਰ ਜਿਹੜੇ ਹਿਸਾਬ ਨਾਲ ਇਹ ਚਲਾ ਰਹੇ ਨੇ, ਇਹ ਲੱਗਦਾ ਨਹੀਂ, ਕਿਉਂਕਿ ਜੇ 50,000 ਦੇ ਕਰੋੜ ਆਪਾਂ ਇੱਕ ਸਾਲ 'ਚ ਲੈ ਗਏ ਤਾਂ ਆਪਾਂ ਸੋਚ ਲਓ ਕਿ 5 ਸਾਲ ਦੇ ਵਿੱਚ ਕਿੱਥੇ ਜਾਣਗੇ। ਇਹ ਸਪੀਡ ਰੁਕਣ ਵਾਲੀ ਨਹੀਂ ਹੈ। ਤੇ ਕੱਲੀ ਜਿਹੜੀਆਂ ਐਡਾਂ ਲਾ ਲਓ, ਕੀ ਇਸ਼ਤਿਹਾਰਬਾਜ਼ੀ ਲਾ ਲਓ, ਕਿੰਨਾ ਕਰੋੜਾਂ ਰੁਪਇਆ ਇਹ ਤਾਂ ਕਹਿੰਦੀ ਸੀ ਅਸੀਂ ਪੈਸੇ ਬਚਾਵਾਂਗੇ, ਪਰ ਇਹ ਤਾਂ ਬਰਬਾਦੀ ਤੇ ਲੱਗੇ ਹੋਏ ਨੇ। ਇਸ ਕਰਕੇ ਇਹਦੀ ਮਨਸ਼ਾ ਤੇ ਸ਼ੱਕ ਹੈ। ਜੇ ਸਰਕਾਰ ਨਜਾਇਜ਼ ਖਰਚੇ ਕਰੇਗੀ ਤਾਂ ਕਿੱਥੋਂ ਕਰਜ਼ੇ ਲਾਏਗੀ? ਸ਼੍ਰੋਮਣੀ ਅਕਾਲੀ ਦਲ ਨੇ ਜੇ ਸਬਸਿਡੀਆਂ ਦਿੱਤੀਆਂ ਸੀ ਤਾਂ ਜੇ ਅੱਜ ਪੰਜਾਬ ਦਾ ਸੂਬਾ ਬਿਜਲੀ ਦੇ ਵਿੱਚ ਸਰਪਲਸ ਹੈ, ਉਹ ਵੀ ਅਸੀਂ ਛਾਤੀ ਦੇ ਹੱਥ ਮਾਰ ਕੇ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੈ। ਕੋਈ ਦੱਸੇ ਕਿ 70 ਸਾਲ 'ਚ ਕਿਹਨੇ ਇੰਨੀ ਬਿਜਲੀ ਪੈਦਾ ਕੀਤੀ ਹੈ? ਪਲਾਂਟ ਕਿਹਨੇ ਲਾਏ ਨੇ? ਥਰਮਲ ਪਲਾਂਟ ਕਿਹਨੇ ਲਾਏ ਨੇ? ਸ਼੍ਰੋਮਣੀ ਅਕਾਲੀ ਦਲ ਨੇ ਲਾਏ ਨੇ। ਕਿਸੇ ਵੀ ਸਟੇਟ ਦੇਸ਼ ਨੂੰ ਚਲਾਉਣ ਲਈ ਬਿਜਲੀ ਅੱਜ ਦੇ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਇਹ ਦੱਸਣ ਕੋਈ ਕਰੀ ਇਹਨਾਂ ਨੇ ਕਿ ਜੇ 5 ਸਾਲ 'ਚ ਇੱਕ ਯੂਨਿਟ ਵੀ ਨਵੀਂ ਪੈਦਾ ਕਰਕੇ ਦਿਖਾ ਦੇਣ, ਜਿੱਥੇ ਮਰਜ਼ੀ ਆ ਕੇ ਡਿਬੇਟ ਕਰਨ, ਜੇ ਇੱਕ ਯੂਨਿਟ ਵੀ ਪੈਦਾ ਕਰਕੇ 5 ਸਾਲ ਦੇ ਵਿੱਚ। ਠੀਕ ਹੈ, ਕਾਲਾ ਸਾਹਿਬ ਤੁਸੀਂ ਜਵਾਬ ਦੇ ਦਿਓ, ਮੇਰੀ ਬੇਨਤੀ ਹੈ। ਮੈਂ ਜਿੰਦਰ ਸਾਹਿਬ ਨੂੰ ਇੱਕ ਮਿੰਟ ਜੋੜਾ, ਤੁਸੀਂ ਪਲੀਜ਼ ਜਵਾਬ ਦੇ ਦਿਓ। ਜਿੰਦਰ ਸਾਹਿਬ, ਤੁਹਾਡੀ ਕੀ ਰਾਏ ਹੈ ਜਿਹੜੀ ਆਰਥਿਕਤਾ ਨੂੰ ਲੈ ਕੇ ਮੁੱਖ ਮੰਤਰੀ ਨੇ ਅੱਜ ਜਿਹੜੇ ਅੰਕੜੇ ਰੱਖੇ ਨੇ? ਜਿੰਦਰ ਸਾਹਿਬ ਜੀ ਮੇਰੀ ਆਵਾਜ਼ ਆ ਰਹੀ ਹੈ? ਸਰ ਤੁਹਾਡੀ ਆਵਾਜ਼ ਜਿਹੜੀ ਹੈ ਮਿਊਟ ਹੈ ਫਿਲਹਾਲ। ਤੁਹਾਡੀ ਅੱਜ ਦੀ ਜਿਹੜੀ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਹੈ, ਤੁਸੀਂ ਉਸ ਤੋਂ ਸਮਝਦੇ ਹੋ ਜੋ ਮੁੱਖ ਮੰਤਰੀ ਕਹਿ ਕੇ ਗਏ ਕਿ ਪੰਜਾਬ ਦੀ ਆਰਥਿਕਤਾ ਲੀਹ ਤੇ ਆ ਰਹੀ ਹੈ, ਕੀ ਇਹ ਸੰਕੇਤ ਹੈ ਕਿ ਪੰਜਾਬ ਦੀ ਆਰਥਿਕਤਾ ਸੁਧਰ ਰਹੀ ਹੈ? ਆਕਾਸ਼ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ ਮੇਰੇ ਕੋਲ ਆਵਾਜ਼ ਆ ਰਹੀ ਹੈ ਜੀ। ਆਕਾਸ਼ ਜੀ, ਜਿਹੜਾ ਮੁੱਖ ਮੰਤਰੀ ਨੇ ਅੱਜ ਦਾਅਵਾ ਕੀਤਾ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਕਿ ਦੇਖੋ ਅਸੀਂ ਹਰੇਕ ਖੇਤਰ ਦੇ ਵਿੱਚ ਮਾਲੀਆ ਵੱਧ ਇਕੱਠਾ ਕਰ ਰਹੇ ਹਾਂ, ਤਾਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਆਰਥਿਕਤਾ ਦੀ ਸਿਹਤ ਸੁਧਰਨ ਦਾ ਜਿਹੜਾ ਉਹ ਦਾਅਵਾ ਕਰ ਰਿਹਾ ਉਹਦੇ 'ਚ ਕੋਈ ਦਮ ਹੈ? See, firstly, I'll start from the first thing. As far as clearing the old subsidy is concerned, yes, I am with this government. They have definitely done something clearing the old subsidy bill. So I congratulate the Aam Aadmi Party. But the much bigger question here is the overall debt of Punjab. How do we tackle this situation where this lovely state of mind is having a huge debt, high debt? Now what is having is whatever our state is ਠੀਕ ਹੈ ਜਿੰਦਰ ਸਾਹਿਬ, ਇੱਕ ਮੇਰੀ ਬੇਨਤੀ ਹੈ, ਸਾਡੇ ਦਰਸ਼ਕ ਜਿਹੜੇ ਨੇ ਅਸੀਂ ਪੰਜਾਬ ਤੇ ਥੋੜਾ ਕੇਂਦਰਿਤ ਹਾਂ, ਤੇ ਅਸੀਂ ਜੇ ਤੁਸੀਂ ਪੰਜਾਬੀ ਦੇ ਵਿੱਚ ਜੇਕਰ ਸਾਡੇ ਦਰਸ਼ਕਾਂ ਨੂੰ ਸੌਖੇ ਸ਼ਬਦਾਂ 'ਚ ਸਮਝਾ ਸਕੋ ਜੀ। I'll speak in Punjabi ਜੀ। ਅੱਜ ਕੀ ਹੋ ਰਿਹਾ ਹੈ, ਮੇਰੇ ਪਿਆਰੇ ਸੂਬੇ ਦੀ ਜਿਹੜੀ ਕਮਾਈ ਦਾ ਮੇਜਰ ਕੰਪੋਨੈਂਟ ਡੈਟ ਰੀਪੇਮੈਂਟ ਦੇ ਵਿੱਚ ਜਾ ਰਿਹਾ ਹੈ। ਕਿ ਅਸੀਂ ਜਿਹੜਾ ਡੈਟ ਹੈ ਉਹ ਰਿਡਿਊਸ ਕਰ ਸਕੇ ਹਾਂ? ਕਿ ਸਾਡੇ ਵਾਸਤੇ ਸਬਸਿਡੀ ਕਲੀਅਰ ਕਰਨਾ ਵਾਜ਼ ਇਟ ਦ ਪ੍ਰਾਈਮ ਟਾਰਗੇਟ, ਔਰ ਵਾਜ਼ ਇਟ ਦ ਪ੍ਰਾਈਮ ਟਾਰਗੇਟ ਹਾਊ ਡੂ ਵੀ ਰਿਡਿਊਸ ਡੈਟ? ਮੇਰੇ ਹਿਸਾਬ ਨਾਲ ਮੇਰੀ ਆਰਗੇਨਾਈਜੇਸ਼ਨ akashmitter.in ਦਾ ਮੰਨਣਾ ਹੈ ਸਾਡੇ ਵਾਸਤੇ ਪ੍ਰਾਈਮ ਟਾਰਗੇਟ ਹੋਣਾ ਚਾਹੀਦਾ ਸੀ ਡੈਟ ਨੂੰ ਰਿਡਿਊਸ ਕਰਨਾ। ਬਿਕੋਜ਼ ਹਾਈ ਡੈਟ ਨਾਲ ਕੀ ਹੁੰਦਾ ਹੈ, ਇੱਕ ਵੱਡਾ ਕੰਪੋਨੈਂਟ ਇਨਕਮ ਦਾ ਉਹ ਇੰਟਰਸਟ ਪੇਮੈਂਟ ਦੇ ਵਿੱਚ ਚਲਾ ਜਾਂਦਾ ਹੈ। ਡੈਟ ਜਿਹੜਾ ਹੈ ਸਟੇਟ ਦਾ ਵੱਧਦਾ ਜਾ ਰਿਹਾ ਹੈ। ਮੈਂ I'll take you back to 1981 when I was a school student in Rampura Phulan district Bathinda. Now in 1981 Punjab had the highest GDP per capita. Per capita GDP ਪੰਜਾਬ ਦੀ ਹਾਈਐਸਟ ਸੀ ਪੂਰੇ ਹਿੰਦੁਸਤਾਨ ਦੀ ਸਟੇਟਸ ਤੋਂ। ਅੱਜ ਦੇਖੋ ਕਿਸ ਲੈਵਲ ਤੇ ਆ, ਕਿਸ ਗਿਣਤੀ 'ਚ ਅਸੀਂ ਪਹੁੰਚੇ ਹੋਏ ਹਾਂ। ਉਹ ਅੰਕੜਾ ਵੀ ਮੈਂ ਗਿਣਾਉਣਾ ਨਹੀਂ ਚਾਹਾਂਗਾ ਇੱਥੇ। ਤਾਂ ਸਭ ਤੋਂ ਪਹਿਲਾਂ ਸਾਡੀ ਜ਼ਰੂਰਤ ਹੈ ਕਿ GDP ਪਰ ਕੈਪੀਟਾ ਨੂੰ ਵਧਾਈਏ ਤੇ ਉਸ ਲੈਵਲ ਦੇ ਕਰੀਬ ਲੈ ਕੇ ਜਾਈਏ ਜਦੋਂ ਸਾਡੀ ਸਟੇਟ ਨੰਬਰ 1 ਸੀਗੀ ਹਿੰਦੁਸਤਾਨ ਦੇ ਵਿੱਚ। ਨੰਬਰ 2 ਕੀ ਹੈ, ਡੈਟ ਨੂੰ ਅਸੀਂ ਰਿਡਿਊਸ ਕੀਤੀ। ਤੀਜੀ ਜਿਹੜੀ ਸਭ ਤੋਂ ਵੱਡੀ ਮੇਜਰ ਪ੍ਰੋਬਲਮ ਪੰਜਾਬ ਦੀ ਅੱਜ ਮੈਂ ਦੇਖ ਰਿਹਾ, ਵੀ ਆਰ ਲੂਜ਼ਿੰਗ ਹਿਊਮਨ ਕੈਪੀਟਲ ਔਨ ਅ ਰੈਗੂਲਰ ਬੇਸਿਸ। ਮੈਂ ਸਾਰੇ ਭਰਾਵਾਂ ਨੂੰ ਆਈ ਹੈਵ ਰਿਸਪੈਕਟ ਫॉर ਆਲ ਪੋਲੀਟੀਕਲ ਪਾਰਟੀਜ਼ ਇਹ ਚੀਜ਼ ਕਹਿੰਦਾ, ਸਾਡੀਆਂ ਜਿਹੜਾ ਅਸਲੀ ਸਰਮਾਇਆ ਹੈ ਕੈਪੀਟਲ ਹੈ, ਸਾਡੀਆਂ ਗੱਡੀਆਂ ਬੈਂਕ ਬੈਲੈਂਸ ਜਾਂ ਕੋਠੀਆਂ ਨਹੀਂ ਹੈਗੀਆਂ, ਉਹ ਹੈਗੇ ਸਾਡੀ ਯੰਗ ਜਨਰੇਸ਼ਨ ਯੂਥ। ਅੱਜ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ, ਇਨ ਐਵਰੀ ਸਮਾਲ ਟਾਊਨ, ਐਵਰੀ ਵਿਲੇਜ ਯੂ ਵਿਲ ਫਾਈਂਡ ਸੈਂਟਰਸ ਵਿਚ ਆਰ ਸੈਂਡਿੰਗ ਯੂਥ ਅਬਰੋਡ, ਕੈਨੇਡਾ, ਦੁਬਈ, ਅਦਰ ਕੰਟਰੀਜ਼ ਆਫ ਗਲਫ ਔਰ US। ਉਹਦੇ ਨਾਲ ਕੀ ਹੋ ਰਿਹਾ ਹੈ, ਵੀ ਆਰ ਲੂਜ਼ਿੰਗ ਹਿਊਮਨ ਕੈਪੀਟਲ। ਜਿਹੜੇ 15 ਸਾਲ 16 ਸਾਲ ਦੇ ਬੱਚੇ ਨੇ ਮੇਰੇ ਸੂਬੇ ਪੰਜਾਬ ਤੇ ਮੇਰੇ ਦੇਸ਼ ਹਿੰਦੁਸਤਾਨ ਦੀ ਇਕਨੋਮੀ 'ਚ ਕੰਟਰੀਬਿਊਟ ਕਰਨਾ ਸੀ, ਉਹ ਕੀ ਕਰ ਰਿਹਾ ਹੈ, ਕੈਨੇਡਾ ਦੀ ਇਕਨੋਮੀ 'ਚ ਕੰਟਰੀਬਿਊਟ ਕਰ ਰਿਹਾ ਹੈ, ਗਲਫ ਦੀ ਇਕਨੋਮੀ 'ਚ ਕੰਟਰੀਬਿਊਟ ਕਰ ਰਿਹਾ ਹੈ, ਸਿਡਨੀ ਜਾ ਕੇ ਆਸਟ੍ਰੇਲੀਆ ਦੀ ਇਕਨੋਮੀ 'ਚ ਕੰਟਰੀਬਿਊਟ ਕਰ ਰਿਹਾ ਹੈ। ਤਾਂ ਆਈ ਥਿੰਕ ਇਹ ਲੀਕੇਜ ਜਿਹੜੀ ਹੈ ਚੈੱਕ ਕਰਨੀ ਬਹੁਤ ਜ਼ਰੂਰੀ ਹੈ। ਇਹ ਕਿਵੇਂ ਚੈੱਕ ਹੋਏਗੀ? ਅਨਲੈਸ ਵੀ ਪ੍ਰੋਵਾਈਡ ਹਿਊਜ ਮੈਸਿਵ ਐਮਪਲੋਇਮੈਂਟ ਓਪਰਚੁਨਿਟੀਜ਼, ਇਹ ਨਹੀਂ ਹੋਏਗੀ। ਤਾਂ ਉਹਦੇ ਵਾਸਤੇ ਜਿਹੜਾ ਹੈ, ਠੀਕ ਹੈ, ਇਸ ਕਦਮ ਦੀ ਮੈਂ ਤਾਰੀਫ ਕਰੂੰਗਾ,
ਡੈਫੀਨਿਟਲੀ ਇਟਸ ਅ ਪ੍ਰੇਜ਼ਵਰਦੀ ਸਟੈਪ, ਬਟ ਵੱਡਾ ਸਟੈਪ ਕੀ ਹੈ ਕਿ ਅਸੀਂ ਲੋਨ ਨੂੰ ਜਿਹੜਾ ਹੈ ਰਿਡਿਊਸ ਕਰੀਏ। ਠੀਕ ਹੈ ਜਿੱਦਾਂ ਸਾਹਿਬ ਤੁਸੀਂ ਲੋਨ ਦੀ ਗੱਲ ਕਰ ਰਹੇ ਹੋ, ਇੱਥੇ ਇੱਕ ਗੱਲ ਆਈ ਕਿ ਸਰਕਾਰ ਭਾਵੇਂ ਇਹ ਕਹਿ ਰਹੀ ਹੈ ਕਿ ਅਸੀਂ ਮਾਲੀਆ ਇਕੱਠਾ ਕਰ ਰਹੇ ਹਾਂ, ਜਿਹੜੇ ਬਾਕੀ ਧਿਰਾਂ ਨੇ ਉਹ ਕਹਿ ਰਹੀਆਂ ਕਿ ਤੁਸੀਂ ਇੱਕ ਪਾਸਿਓਂ ਕਰਜ਼ਾ ਚੱਕ ਲਓ ਤੇ ਦੂਜੇ ਪਾਸੇ ਕਹੋ ਕਿ ਅਸੀਂ ਕਰਜ਼ੇ ਲਾ ਰਹੇ ਹਾਂ। ਕੀ ਪੰਜਾਬ ਇਸ ਸਥਿਤੀ ਵਿੱਚ ਹੈ ਕਿ ਪੰਜਾਬ ਇੱਕ ਪਾਸਿਓਂ ਕਰਜ਼ਾ ਚੱਕ ਰਿਹਾ ਤੇ ਦੂਜੇ ਪਾਸੇ ਉਤਾਰੀ ਜਾ ਰਿਹਾ ਉਸੇ ਕਰਜ਼ੇ ਦੇ ਜ਼ਰੀਏ ਜਿਹੜੇ ਉਸ ਦੇ ਉੱਤੇ ਵਿਆਜ ਪੈ ਰਿਹਾ? ਪੰਜਾਬ ਨੂੰ ਸਿੰਪਲ ਜਿਹੜਾ ਹੈ ਸਿੰਗਲ ਪੁਆਇੰਟ ਫਾਰਮੂਲਾ ਰੱਖਣਾ ਚਾਹੀਦਾ ਹੈ, ਹਾਊ ਟੂ ਰਿਡਿਊਸ ਡੈਟ। ਮੈਂ ਪੰਜਾਬ ਸਰਕਾਰ ਨੂੰ ਮੁਬਾਰਕਬਾਦ ਦੇਵਾਂਗਾ, ਖੁਦ ਲੱਡੂ ਦਾ ਡੱਬਾ ਦੇਵਾਂਗਾ ਜੇ ਹਰ ਸਾਲ ਮੈਨੂੰ ਇਹ ਡਾਟਾ ਮਿਲੇ ਕਿ ਕਿੰਨਾ ਡੈਟ ਮੇਰੀ ਸਟੇਟ ਦਾ ਰਿਡਿਊਸ ਹੋ ਗਿਆ, ਕਿਉਂਕਿ ਡੈਟ ਜਿਹੜਾ ਹੈ ਸਟੇਟ ਦੇ ਹਰ ਵਿਅਕਤੀ ਤੇ ਹਿਊਜ ਬਰਡਨ ਹੈ। ਡੈਟ ਦੀ ਰਿਡਕਸ਼ਨ ਹੋਣੀ ਚਾਹੀਦੀ ਹੈ। ਡੈਟ ਦੀ ਰਿਡਕਸ਼ਨ ਕਿਵੇਂ ਹੋਏਗੀ? ਜੇ ਅਸੀਂ ਪੰਜਾਬ ਦੇ ਵਿੱਚ ਕੈਪੀਟਲ ਲੈ ਕੇ ਆਵਾਂਗੇ। ਅੱਜ ਕਈ ਜਿਹੜੇ ਹੈ ਸਵਾਲ ਨੇ ਮੈਂ ਪੁੱਛਣਾ ਚਾਹੁੰਦਾ ਮੇਰੇ ਸਾਰੇ ਰਾਜਨੀਤਿਕ ਮਿੱਤਰਾਂ ਤੋਂ, ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਰੂਲ ਕੀਤਾ ਪੰਜਾਬ ਦੇ ਵਿੱਚ। ਗੁੜਗਾਉਂ ਦੇ ਵਿੱਚ ਵੀ ਹੈਵ ਸੀਨ ਕਿਸ ਤਰੀਕੇ ਦੇ ਵਿੱਚ ਆਈਟੀ ਬੀਪੀਓ ਦੇ ਵਿੱਚ ਪ੍ਰੋਗਰੈਸ ਕੀਤੀ। ਹੁਣ ਪੰਜਾਬ ਦੇ ਵਿੱਚ ਵੀ ਹੈਵ ਐਨ ਇੰਟਰਨੈਸ਼ਨਲ 에ਅਰਪੋਰਟ ਕਲੋਜ਼ ਟੂ ਮੋਹਾਲੀ ਦੇ ਵਿੱਚ ਵੀ ਹੈਵ ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ, ਟੈਲੈਂਟਡ ਸਾਡੇ ਕੋਲ ਯੂਥ ਹੈ। ਅਸੀਂ ਇੱਥੇ ਆਈਟੀ ਤੇ ਬੀਪੀਓ ਕਿਉਂ ਨਹੀਂ ਲਿਆ ਸਕਦੇ? ਉਹਦੇ ਨਾਲ ਮੈਸਿਵ ਜਿਹੜੀ ਹੈ ਜੌਬ ਜਨਰੇਸ਼ਨ, ਮੈਸਿਵ ਟੈਕਸ ਜਨਰੇਸ਼ਨ ਹੋਏਗੀ, ਉਹਦੇ ਨਾਲ ਅਸੀਂ ਡੈਟ ਰਿਡਿਊਸ ਕਰ ਸਕਦੇ ਹਾਂ। ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਪੰਜਾਬ ਲੈਂਡ ਲੌਕ ਸਟੇਟ ਸੀ। ਅੱਜ ਅੰਮ੍ਰਿਤਸਰ, ਕੋਲਕਾਤਾ, ਦਿੱਲੀ ਇੰਡਸਟਰੀਅਲ ਕੋਰੀਡੋਰ ਬਣ ਰਿਹਾ, ਉਹਦੇ ਨਾਲ ਅਸੀਂ ਵੀ ਵੋਂਟ ਬੀ ਅ ਲੈਂਡ ਲੌਕ ਸਟੇਟ ਐਨੀਮੋਰ। ਪਲੱਸ ਪੰਜਾਬ ਇਜ਼ ਅਰਾਊਂਡ 200 ਕਿਲੋਮੀਟਰਸ ਫਰਮ ਦ ਵੇਅਰ DMIC ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਇਜ਼ ਗੋਇੰਗ ਟੂ ਸਟਾਰਟ। ਤਾਂ ਉਹਦੇ ਨਾਲ ਅਸੀਂ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਦਾ ਹੱਬ ਬਣਾ ਕੇ ਐਕਸਪੋਰਟਸ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਮੋਟੀਵੇਟ ਕਿਉਂ ਨਹੀਂ ਕਰ ਸਕਦੇ? ਉਹ ਤੋਂ ਇਲਾਵਾ ਠੀਕ ਹੈ ਕੁਝ ਇੰਡਸਟਰੀ ਜਿਹੜਾ ਹੈ ਇਨਵੈਸਟਮੈਂਟ ਦੇ ਫੇਅਰਸ ਲਾਏ ਗਏ ਨੇ, ਪੁਰਾਣੀਆਂ ਸਰਕਾਰਾਂ ਨੇ ਵੀ ਲਾਏ, ਸਰਕਾਰ ਤੇ ਵੀ ਲਾਏ, ਬਟ ਜਿਹੜੇ ਅੱਜ ਆਫਬੀਟ ਵੇਜ਼ ਨੇ ਵੈਂਚਰ ਕੈਪੀਟਲ, ਪ੍ਰਾਈਵੇਟ ਇਕੁਇਟੀ, ਐਂਜਲ ਇਨਵੈਸਟਰਸ, ਉਹ ਤੋਂ ਇਲਾਵਾ ਹੈਜ ਫੰਡਸ, ਉਹਨਾਂ ਨੂੰ ਕੀ ਅਸੀਂ ਯੂਜ਼ ਕਰ ਰਹੇ ਹਾਂ? ਆਈ ਥਿੰਕ ਪੰਜਾਬ ਦਾ ਟਾਰਗੇਟ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਕਿ ਅਸੀਂ ਇੱਥੇ ਕੈਪੀਟਲ ਲਿਆਈਏ ਥਰੂ ਆਫਬੀਟ ਮੀਨਸ। ਹਾਂ ਠੀਕ ਹੈ ਜਿੰਦਰ ਸਾਹਿਬ, ਉਹੀ ਤਾਂ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਉਦਯੋਗ ਨੇ ਉਹ ਜੇ ਆ ਨਹੀਂ ਰਹੇ ਤਾਂ ਕਿਉਂ ਨਹੀਂ ਆ ਰਹੇ? ਜਿਹੜੇ ਹੈਗੇ ਨੇ ਉਹ ਬਾਹਰ ਕਿਉਂ ਜਾ ਰਹੇ ਨੇ? ਠੀਕ ਹੈ ਕਾਲੋ ਸਾਹਿਬ ਤੁਸੀਂ ਜਵਾਬ ਦੇਣਾ ਚਾਹੁੰਦੇ ਸੀ ਇੱਕ ਸਵਾਲ ਜਿੰਦਰ ਸਾਹਿਬ ਨੇ। ਆਫਬੀਟ ਆਈਡੀਆ ਜਿਹੜੇ ਹੈ ਸਾਨੂੰ ਯੂਜ਼ ਕਰਨੇ ਪੈਣਗੇ ਤੇ ਸਮਬਡੀ ਹੈਜ਼ ਟੂ ਟੇਕ ਇਨੀਸ਼ੀਏਟਿਵ। ਅਸੀਂ ਵੈਂਚਰ ਕੈਪੀਟਲ ਨੂੰ ਇੰਡੀਆ ਦੀ ਹੋਸਟ ਸਟੇਟਸ ਦੇ ਵਿੱਚ ਲੈ ਕੇ ਆਏ ਹਾਂ, ਪ੍ਰਾਈਵੇਟ ਇਕੁਇਟੀ, ਐਂਜਲ ਇਨਵੈਸਟਮੈਂਟ ਲੈ ਕੇ ਆਏ ਹਾਂ। ਠੀਕ ਹੈ ਤੁਹਾਡੀ ਗੱਲ, ਪਰ ਠੀਕ ਹੈ ਬਹੁਤ ਸਾਰੀਆਂ ਚੁਣੌਤੀਆਂ ਵੀ ਨੇ ਉਹਦੇ ਲਈ ਕਿ ਪੰਜਾਬ ਦੇ ਵਿੱਚ ਇਹ ਕੈਪੀਟਲ ਕਿਵੇਂ ਆਏਗੀ, ਕਿਵੇਂ ਨਿਵੇਸ਼ ਆਏਗਾ। ਕਾਲੋ ਸਾਹਿਬ ਨਹੀਂ, ਆਕਾਸ਼ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ ਜਿੰਦਲ ਸਾਹਿਬ ਨੇ, ਚੰਗੀ ਲੱਗਦੀ ਹੈ ਇਹੋ ਜਿਹੀਆਂ ਗੱਲਾਂ। ਚੰਗਾ ਸਾਡੇ ਕੋਲ ਨਵੇਂ ਐਸੇ ਥਿੰਕ ਟੈਂਕ ਨੇ ਪੰਜਾਬ ਦੇ ਪ੍ਰਤੀ ਸੁਹਿਰਦ ਨੇ, ਪੰਜਾਬ 'ਚ ਮਤਲਬ ਕਿਵੇਂ ਸੂਬੇ ਨੂੰ ਅੱਗੇ ਲੈ ਕੇ ਜਾਣਾ ਹੈ ਉਹਦੇ ਪ੍ਰਤੀ ਇਹਨਾਂ ਦੀਆਂ ਜਿਹੜੇ ਇਹਨਾਂ ਨੇ ਤੱਥ ਪੇਸ਼ ਕੀਤੇ ਨੇ ਉਹ ਚੰਗਾ ਹੈ। ਪਰ ਪ੍ਰੋਬਲਮ ਇੱਥੇ ਇਹ ਹੈ ਜਿੰਦਲ ਸਾਹਿਬ ਬਈ ਜਿਹੜਾ ਸਟੇਟ ਨੂੰ ਚਲਾਉਣ ਦਾ ਜ਼ਿੰਮਾ ਜਿਸ ਸਰਕਾਰ ਕੋਲ ਹੈ ਇਸ ਸਮੇਂ, ਉਹਨਾਂ ਦੇ ਕੋਲ ਵਿਜ਼ਨ ਦੀ ਕਮੀ ਹੈ। ਵਿਜ਼ਨ ਦੀ ਕਮੀ ਕਿਉਂ ਹੈ? ਕਿਉਂਕਿ ਉਹਨਾਂ ਕੋਲ ਕੋਈ ਫੁੱਲ ਪ੍ਰੂਫ ਪਲਾਨ ਨਹੀਂ ਹੈ ਕਿਸੇ ਵੀ ਚੀਜ਼ ਦਾ। ਇਹ ਤਾਂ ਕਹਿੰਦੇ ਨੇ ਅੱਗਾ ਦੌੜ ਪਿੱਛਾ ਚੌੜ ਵਾਲੀ ਕਹਾਵਤ ਹੈ ਇਹਨਾਂ ਦੇ ਕੋਲ। ਕਰਜ਼ਾ ਚੁੱਕ ਕੇ ਕਰਜ਼ਾ ਮੋੜ ਰਹੇ ਨੇ। ਇਹ ਉਹ ਸਰਕਾਰ ਹੈ ਜਿਹੜੀ ਕਰਜ਼ਾ ਮੋੜਨ ਲਈ ਕਰਜ਼ਾ ਚੁੱਕਦੀ ਹੈ। ਔਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਜਿੱਦਾਂ ਹੁਣੇ ਗੱਲ ਕੀਤੀ ਝਿੰਜਰ ਸਾਹਿਬ ਨੇ ਕਿ ਜਿਹੜਾ ਕਰਜ਼ਾ ਸੀਗਾ ਉਹ ਸੀਗਾ ਜਾਂ ਨਾ ਆਪਣੇ ਸੋਈ ਸਾਹਿਬ ਨੇ ਕਿ 2,67,000 ਕਰੋੜ ਦਾ। ਬਿਲਕੁਲ ਠੀਕ ਹੈ, 2,67,000 ਕਰੋੜ ਦਾ ਕਰਜ਼ਾ ਕਿਵੇਂ ਚੜਿਆ ਸੋਈ ਸਾਹਿਬ? ਉਹ ਇਵੇਂ ਚੜਿਆ ਕਿ 10 ਸਾਲ ਲਗਾਤਾਰ ਤੁਹਾਡੀ ਤੇ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਚੱਲੀ। ਉਹਨੇ ਐਸਾ ਪੰਜਾਬ ਦਾ ਸਿਰ ਕਰਜ਼ਾ ਚੜਾਇਆ ਕਿ ਪੰਜਾਬ ਫਿਰ ਉਸ ਤੋਂ ਬਾਅਦ ਹੋਰ ਡਾਊਨ ਜਿਹੜਾ ਜਾਂਦਾ ਗਿਆ। ਕਰਜ਼ਾ ਕਿਵੇਂ ਚੜਾਇਆ ਗਿਆ? ਕਰਜ਼ਾ ਇਦਾਂ ਚੜਾਇਆ ਗਿਆ ਕਿ ਜਿਹੜੇ ਫੰਡਸ ਕੇਂਦਰ ਸਰਕਾਰ ਵੱਲੋਂ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਸੀ, UPA 1 UPA 2, ਉਸ ਸਮੇਂ ਡਾਕਟਰ ਮਨਮੋਹਨ ਸਿੰਘ ਦਾ ਬੜਾ ਵਿਸ਼ੇਸ਼ ਜਿਹੜਾ ਇੱਕ ਖਿੱਚ, ਕਿਉਂਕਿ ਜਿਸ ਸੂਬੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹਦੇ ਨਾਲ ਇੱਕ ਵਿਸ਼ੇਸ਼ ਤੁਹਾਡਾ ਜਿਹੜੀ ਲਗਾਅ ਹੁੰਦਾ। ਡਾਕਟਰ ਮਨਮੋਹਨ ਸਿੰਘ ਹੁਣਾਂ ਨੇ ਪੰਜਾਬ ਨੂੰ ਬਹੁਤ ਸਾਰੇ ਜਿਹੜੇ ਆ ਉਹ ਫੰਡ ਐਲੋਕੇਟ ਕੀਤੇ, ਪਰ ਪੰਜਾਬ 'ਚ ਉਸ ਸਮੇਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਜਿਹੜੀ ਹੈ ਗੱਠਜੋੜ ਦੀ ਸਰਕਾਰ ਸੀ, ਇਹਨਾਂ ਉਸ ਪੈਸੇ ਦਾ ਮਿਸਯੂਜ਼ ਕੀਤਾ ਔਰ ਪੰਜਾਬ ਦੇ ਸਿਰ ਜਿਹੜਾ ਉਹ ਕਰਜ਼ਾ ਚੜਿਆ। ਜਿਹੜਾ ਅੱਜ ਮੌਜੂਦਾ ਹਾਲਾਤ ਨੇ ਪੰਜਾਬ ਦੇ, ਉਹਦੇ ਲਈ ਜੇ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰੀਏ ਤੇ ਇਹਨਾਂ ਨੇ ਆਪਣੇ ਇਸ ਸ਼ਾਰਟ ਸਪੈਨ ਦੇ ਵਿੱਚ ਹੀ 1 ਸਾਲ ਦੇ ਵਿੱਚ ਹੀ 33-34 ਹਜ਼ਾਰ ਕਰੋੜ ਦਾ ਕਰਜ਼ਾ ਲਾ ਲਿਆ ਔਰ ਲਗਭਗ 30 ਹਜ਼ਾਰ ਕਰੋੜ ਦਾ ਪ੍ਰਪੋਜ਼ਲ ਵੀ ਜਿਹੜਾ ਪਿਆ ਹੈ। ਜਿਹੜੀ ਰਿਪੋਰਟ ਵੀ ਹੁਣ ਇਹਨਾਂ ਨੇ ਦਿੱਤੀ ਉਹ ਪਿਛਲੇ ਜਨਵਰੀ ਤੱਕ ਦੀ ਦਿੱਤੀ ਹੈ। ਫਰਵਰੀ ਤੇ ਮਾਰਚ ਦੀ ਜਿਹੜੀ ਬਜਟ ਦੇ ਵਿੱਚ ਜਿਹੜੀ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ, ਫਰਵਰੀ ਤੇ ਮਾਰਚ ਦੇ ਆંકੜੇ ਨਹੀਂ ਉਹਦੇ 'ਚ ਇਹਨਾਂ ਨੇ ਪੇਸ਼ ਕੀਤੇ। ਹਾਂ, ਜਿੱਥੋਂ ਤੱਕ ਰਹੀ ਗੱਲ ਕਿ ਝਿੰਜਰ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਅਕਾਲੀ ਦਲ ਪਿੱਠ ਆਪਣੀ ਥਾਪੜੀ ਸੀ ਅਕਾਲੀ ਦਲ ਨੇ, ਮੈਂ ਦੱਸ ਦਿਆਂ ਨਵੰਬਰ 1996 'ਚ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ ਸੀ ਪੰਜਾਬ ਦੇ ਔਰ ਜਨਵਰੀ ਦੇ ਵਿੱਚ ਉਹਨਾਂ ਨੇ 7.5 ਏਕੜ ਵਾਲੀ ਜਿਹੜੀ ਇਹ ਸਕੀਮ ਲੈ ਕੇ ਆਂਦੀ ਸੀ, ਜਿਸ ਤੇ ਮੋਟਰਾਂ ਦੇ ਬਿੱਲ ਜਿਹੜੇ ਉਹ ਮਾਫ ਕੀਤੇ ਗਏ ਸੀ। ਔਰ ਉਸ ਤੋਂ ਬਾਅਦ
ਫਰਵਰੀ ਤੱਕ ਉਹਨਾਂ ਦੀ ਸਰਕਾਰ ਚੱਲੀ, 97 ਫਰਵਰੀ 97 ਤੱਕ ਉਹ ਮੁੱਖ ਮੰਤਰੀ ਰਹੇ। ਇਹ ਮੈਂ ਔਨ ਰਿਕਾਰਡ ਦੱਸ ਰਿਹਾ ਝਿੰਜਰ ਸਾਹਿਬ, ਸ਼ਾਇਦ ਤੁਹਾਡੀ ਇਸ ਚੀਜ਼ ਦੇ ਜਾਣਕਾਰੀ ਨਾ ਹੋਵੇ, ਇਹਨੂੰ ਜਿਹੜਾ ਨਹੀਂ ਚੈੱਕ ਕਰ ਲਿਓ, ਮੈਂ ਦੱਸ ਦੂੰਗਾ, ਮੈਨੂੰ ਟੋਕੋ ਨਾ ਗੱਲ, ਬੇਨਤੀ ਹੈ ਝਿੰਜਰ ਸਾਹਿਬ ਟੋਕੋ ਨਾ। 1997 ਜਨਵਰੀ 1997 ਚ ਜਿਹੜੀ ਆ 7.5 ਕਿੱਲਿਆਂ ਵਾਲੇ ਜ਼ਿਮੀਦਾਰ ਨੂੰ ਬਿਜਲੀ ਜਿਹੜੀ ਹੈ ਮੋਟਰਾਂ ਦੇ ਉੱਤੇ ਸਬਸਿਡੀ ਦਿੱਤੀ ਗਈ ਸੀ। ਹੁਣ ਆ ਜੀ ਆਪਾਂ ਮੌਜੂਦਾ ਹਾਲਾਤਾਂ ਦੇ, ਜਿੰਦਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਮੁੰਬਈ ਕੋਰੀਡੋਰ ਬਣ ਗਿਆ ਜਾਂ ਕਲਕੱਤਾ ਕੋਰੀਡੋਰ ਬਣ ਗਿਆ। ਮੈਂ ਦੇਖੋ ਜਿੰਦਲ ਸਾਹਿਬ, ਪੰਜਾਬ ਦੇ ਅੱਗੇ ਨਾ ਬਹੁਤ ਵੱਡੇ ਮੈਂ ਸਮਝਦਾ ਕਿ ਕਈ ਤਰੀਕਿਆਂ ਦੀਆਂ ਨਾ ਇੱਕ ਚੈਲੰਜਸ ਵੀ ਨੇ। ਉਹ ਚੈਲੰਜਸ ਕੀ ਨੇ? ਇੱਕ ਤੇ ਅਸੀਂ ਬਾਰਡਰਿੰਗ ਸੂਬਾ ਆ, ਦੂਸਰਾ ਪੰਜਾਬ ਵਰਗੇ ਫਰਜਾਈਲ ਸੂਬੇ ਦੇ ਨਾਲ ਇੰਨੇ ਸੈਂਸਿਟਿਵ ਸੂਬੇ ਦੇ ਉੱਤੇ ਜਦੋਂ ਇਦਾਂ ਦੀ ਸਰਕਾਰ ਬੈਠੇਗੀ ਜਿਹਦੇ ਕੋਲ ਦੂਰਅੰਦੇਸ਼ੀ ਨਹੀਂ ਹੈ, ਤੇ ਪੰਜਾਬ ਇਸੇ ਹੋਰ ਕਰਜ਼ੇ ਦੇ ਬੋਝ ਥੱਲੇ ਦੱਬੇਗਾ। ਜਿਹੜੀ ਸਪੀਡ ਨਾਲ ਕਰਜ਼ਾ ਲੈ ਰਹੀ ਹੈ ਪੰਜਾਬ ਸਰਕਾਰ, ਯਕੀਨ ਜਾਣਿਓ ਆਉਣ ਵਾਲੇ 5 ਸਾਲ ਜੇ ਕੱਢ ਗਏ, ਵੈਸੇ ਤਾਂ ਮੈਨੂੰ ਇਸ ਗੱਲ ਦੀ ਅਸ਼ੋਰੈਂਸ ਹੈ ਕਿ 5 ਸਾਲ ਕੱਢੇਗੀ ਨਹੀਂ ਇਹ ਸਰਕਾਰ, ਪਰ ਜੇ 5 ਸਾਲ ਕੱਢ ਗਏ ਤੇ ਪੰਜਾਬ ਦੇ ਸਿਰੇ ਕਮ ਸੇ ਕਮ 2.5 ਤੋਂ 3 ਲੱਖ ਕਰੋੜ ਦਾ ਵਾਧੂ ਕਰਜ਼ਾ ਛੱਡ ਕੇ ਜਾਣਗੇ। ਠੀਕ ਹੈ, ਜਿਹੜਾ 70 ਸਾਲ ਦੇ ਵਿੱਚ ਪੌਣੇ 3 ਕਰੋੜ ਸੀ ਉਹ ਇੱਕ ਕਰੀਬ 5 ਲੱਖ ਕਰੋੜ ਕਰਕੇ ਜਾਣਗੇ। ਇਹ ਕਿਉਂਕਿ ਅਰਥ ਸ਼ਾਸਤਰੀ ਨੇ ਇਹ ਸ਼ਾਇਦ ਇਸ ਗੱਲ ਨੂੰ ਬਿਹਤਰ ਦੱਸ ਸਕਣਗੇ, ਪਰ ਜਿਹੜਾ ਇਹਨਾਂ ਨੇ ਇੱਕ ਪੁਆਇੰਟ ਰੱਖਿਆ ਕਿ ਜੇਕਰ ਸਰਕਾਰ ਜਿਹੜਾ ਹੈ ਰੈਵਨਿਊ ਵਧਾ ਕੇ ਕਰਜ਼ਾ ਮੋੜੇਗੀ ਤੇ ਉਹਦਾ ਸਵਾਗਤ ਕਰਨਗੇ। ਜਿੰਦਲ ਸਾਹਿਬ, ਅਸੀਂ ਵੀ ਆਪੋਜੀਸ਼ਨ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਜੇਕਰ ਸਰਕਾਰ ਕਰਜ਼ਾ ਮੋੜੇਗੀ, ਰੈਵਨਿਊ ਦੇ ਸੋਰਸ ਵਧਾ ਕੇ ਆਪਣੇ ਇੱਕ ਚੰਗੇ ਵਿਜ਼ਨ ਦੇ ਨਾਲ, ਤੇ ਅਸੀਂ ਵੀ ਸਵਾਗਤ ਕਰਾਂਗੇ। ਪੰਜਾਬ ਤੁਹਾਡਾ, ਸਾਡਾ, ਸਰਕਾਰ ਦਾ, ਸਾਰਿਆਂ ਦਾ। ਸਰਕਾਰ ਕਹਿ ਰਹੀ ਹੈ ਕਿ ਜਿਹੜੀ ਜ਼ਮੀਨ ਜਾਇਦਾਦ ਦੀ ਰਜਿਸਟਰੀ ਸਟੈਂਪ ਡਿਊਟੀ ਸੀਗੀ ਅਸੀਂ 2.5% ਘੱਟ ਕੀਤੀ, ਤੇ ਉਹਦੇ ਨਾਲ ਸਾਡਾ ਰੈਵਨਿਊ ਜਿਹੜਾ ਹੈ ਉਹ ਫਰਵਰੀ ਦੇ ਵਿੱਚ 339 ਕਰੋੜ ਸੀਗਾ, ਮਾਰਚ ਵਿੱਚ ਜਦੋਂ ਘਟਾਈ ਤਾਂ 650 ਕਰੋੜ ਹੋ ਗਿਆ। ਤੁਹਾਨੂੰ ਲੱਗਦਾ ਕਿ ਇਹ ਕੋਈ ਇਹਦੇ ਵਿੱਚ ਇਜ਼ਾਫਾ ਨਹੀਂ ਹੈ? ਤੁਹਾਨੂੰ ਲੱਗਦਾ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ? ਇਹ ਸਿਰਫ ਅੰਕੜਿਆਂ ਦਾ ਖੇਡ ਹੈ? ਤੁਸੀਂ ਮੈਨੂੰ ਪੁੱਛ ਰਹੇ ਹੋ ਸਵਾਲ? ਜੀ ਨਹੀਂ, ਦੇਖੋ ਕਲੰਦਰ, ਇਹ 'ਚ ਗੱਲ ਇਹ ਹੈ ਕਿ ਇਹਨਾਂ ਨੇ ਉਹ ਘਟਾਈ, ਮੰਨ ਲਿਆ ਉਹ ਘਟਾਈ, ਪਰ ਨਾਲ ਇਹ ਵੀ ਤੇ ਦੱਸ ਦੇਣ ਆਬਕਾਰੀ ਦੇ ਉੱਤੇ ਜਿਹੜੀ ਆਪਣੀ ਪਿੱਠ ਥਾਪੜਦੇ ਨੇ ਕਿ ਆਬਕਾਰੀ ਨੀਤੀ ਜਿਹੜੀ ਹੈ ਜਿਸ 'ਚ 41% ਦਾ ਪ੍ਰੋਫਿਟ ਦੱਸਦੇ ਨੇ, 10-12% ਦਾ ਪ੍ਰੋਫਿਟ ਤੇ ਹਰ ਜਿਹੜੀ ਆਬਕਾਰੀ ਹਰ ਸਰਕਾਰ ਹੁੰਦੀ ਹੈ ਹਰ ਸਾਲ 10-12% ਪ੍ਰੋਫਿਟ ਜਿਹੜੀ ਉਹਦੇ ਵਿੱਚ ਨੋਟ ਕਰਦੀ ਹੈ। ਪਰ ਉਹ ਤਾਂ ਕਹਿੰਦੇ 90 ਪੈਸੇ ਦਾ, ਜਿਹੜਾ 90 ਪੈਸੇ 41% ਪ੍ਰੋਫਿਟ ਹੈ ਇਸ ਵਾਰੀ ਇੱਕ ਸਾਲ, ਉਹ 41% ਇਹ ਸਿਰਫ ਆંકੜਿਆਂ ਦਾ ਹੇਰ-ਫੇਰ ਹੈ। ਜਿੰਦਲ ਸਾਹਿਬ ਕੋਲੋਂ ਆંકੜੇ, ਇਹਨਾਂ ਨੂੰ ਕਹੋ ਆંકੜੇ ਖੋਲ ਕੇ ਦੱਸ ਦੇਣ ਜਿੰਦਲ ਸਾਹਿਬ, ਕਿਉਂਕਿ ਸਰਕਾਰ ਦਾ ਨੁਮਾਇੰਦਾ ਤਾਂ ਕੋਈ ਆਇਆ ਨਹੀਂ। ਜਿੰਦਲ ਸਾਹਿਬ ਅਰਥ ਸ਼ਾਸਤਰੀ ਨੇ ਬਿਹਤਰ ਦੱਸ ਸਕਦੇ ਨੇ, ਪਰ ਜਿੰਨੀ ਮੇਰੀ ਜਾਣਕਾਰੀ ਹੈ ਸਿਰਫ ਆંકੜਿਆਂ ਦਾ। ਤੁਸੀਂ ਕਰੋ ਕਿ ਯਕੀਨ ਲਾਇਕ ਇਹਨਾਂ ਨੇ ਇੱਕ ਪ੍ਰੋਜੈਕਟਡ ਫਿਗਰ ਲੈ ਲਈ ਕਿ ਅਸੀਂ 9000 ਕਰੋੜ ਦਾ ਰੈਵਨਿਊ ਜਿਹੜਾ ਹੈ ਉਹ ਆਬਕਾਰੀ ਨੀਤੀ ਦੇ ਰਾਹੀਂ ਆਬਕਾਰੀ ਤੋਂ ਅਸੀਂ ਕਮਾਵਾਂਗੇ। ਉਹ ਇੱਕ ਇਹਨਾਂ ਦੀ ਪ੍ਰੈਡਿਕਟਡ ਫਿਗਰ ਹੈ। ਉਹ ਫਿਗਰ ਕੋਈ ਐਸੀ ਸੋਲਿਡ ਫਿਗਰ ਨਹੀਂ ਹੈ ਕਿ ਹਾਂ ਬਈ ਇੰਨੇ 9000 ਕਰੋੜ ਦਾ ਰੈਵਨਿਊ ਆਵੇਗਾ। ਇਹਨਾਂ ਨੇ ਸਿਰਫ ਇੱਕ ਪ੍ਰੈਡਿਕਸ਼ਨ ਕਰ ਲਈ ਕਿ 9000 ਕਰੋੜ ਹੈ। ਉਹ 9000 ਕਰੋੜ ਦਾ 41%, 41 ਕੀ ਹੈ ਭਾਵੇਂ 51% ਭਾਵੇਂ। ਠੀਕ ਹੈ ਝਿੰਜਰ ਸਾਹਿਬ, ਇੱਕ ਤਾਂ ਜਵਾਬ ਦੇ ਦਿਓ ਜੋ ਕਾਲੂ ਸਾਹਿਬ ਨੇ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਅਕਾਲੀ ਦਲ ਇਲਜ਼ਾਮ ਲਾ ਰਿਹਾ ਕਿ ਆਬਕਾਰੀ ਦੇ ਵਿੱਚ 200 ਕਰੋੜ ਦਾ ਘਟਾਲਾ ਹੋਇਆ, ਉਹ ਕਿਵੇਂ ਅਕਾਲੀ ਦਲ ਕਿਸ ਆਧਾਰ ਤੇ ਜਿਹੜਾ ਇਲਜ਼ਾਮ ਲਾ ਰਿਹਾ ਕਿ 200 ਕਰੋੜ ਦਾ ਘਟਾਲਾ ਕਰ ਲਿਆ ਗਿਆ? ਉਹਦਾ ਜਵਾਬ ਵੀ ਮੈਂ ਦੇ ਦਿੰਦਾ। ਮੇਰੀ ਬੇਨਤੀ ਹੈ ਕਿ ਕਾਂਗਰਸ ਦੇ ਬੁਲਾਰੇ ਨੂੰ ਦੀ ਗੱਲ ਮੈਂ ਬੜੇ ਪਿਆਰ ਨਾਲ ਸੁਣੀ। ਹੁਣ ਗੱਲ ਸੁਣ ਲਿਓ ਸਾਰੀ ਧਿਆਨ ਨਾਲ। ਪਹਿਲੀ ਗੱਲ, ਕਰਜ਼ਾ ਪੰਜਾਬ ਤੇ ਚੜ੍ਹਨਾ ਕਦੋਂ ਸ਼ੁਰੂ ਹੋਇਆ? ਉਦੋਂ ਜਦੋਂ ਤੁਹਾਡੀ ਸਰਕਾਰ ਨੇ ਇੱਥੇ ਪੰਜਾਬ ਮਿਲਾਈ ਸੀ, ਉਹਦਾ ਜਿਹੜਾ ਇੰਨੇ ਸਾਲ ਦਾ ਕਰਜ਼ਾ ਚੜ੍ਹਿਆ ਉੱਥੋਂ ਸਟਾਰਟ ਹੋਇਆ ਕੰਮ। ਦੂਜੀ ਗੱਲ, ਜਿਹੜੀ ਕਾਂਗਰਸ ਦੇ ਬੁਲਾਰੇ ਕਹਿੰਦੇ ਨੇ ਕਿ ਅਸੀਂ ਮੋਟਰਾਂ ਦੇ ਬਿੱਲ ਮਾਫ ਕਰ ਗਏ ਸੀ, ਜਨਵਰੀ ਤੇ ਫਰਵਰੀ ਤੱਕ ਸਰਕਾਰ ਰਹੀ, ਉਹ ਐਲਾਨ ਸੀ, ਉਹ ਉਦਾਂ ਦਾ ਐਲਾਨ ਸੀ ਜਿੱਦਾਂ ਦਾ ਐਲਾਨ ਤੁਸੀਂ ਆ 2017 ਚ ਕੈਪਟਨ ਸਾਹਿਬ ਕਰਕੇ ਆਏ ਸੀ। ਕੀ ਕਰਕੇ ਆਏ ਸੀ? ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਕਰਜ਼ਾ ਖਤਮ, ਕੁਰਕੀ ਖਤਮ ਹੋ ਗਈ। ਤੁਸੀਂ ਕਹਿ ਕੇ ਆਏ ਸੀ ਕਿ ਘਰ ਘਰ ਨੌਕਰੀ ਕਰਤੀ ਖਤਮ। ਤੁਸੀਂ ਕਹਿ ਕੇ ਆਏ ਸੀ ਕਿ ਕੋਆਪਰੇਟ ਬੈਂਕਾਂ ਵਾਲਾ ਵੀ, ਪ੍ਰਾਈਵੇਟ ਵਾਲਾ ਵੀ, ਸਰਕਾਰੀ ਵਾਲਾ ਵੀ, ਆੜਤੀਆਂ ਵਾਲਾ ਵੀ ਸਾਰਾ ਕਰਜ਼ਾ ਮਾਫ ਕਰ ਦਾਂਗੇ, ਕਰਤਿਆ। ਇਹ ਉਦਾਂ ਦਾ ਹੀ ਸੀ। 1997 ਦੇ ਵਿੱਚ ਵੋਟਾਂ ਤੋਂ ਐਲਾਨ ਸੀ ਕਿ 7.5 ਪਾਵਰ ਦੀਆਂ ਮੋਟਰਾਂ ਤੋਂ ਬਾਅਦ ਅਸੀਂ ਮੋਟਰਾਂ ਦੇ ਬਿੱਲ ਮਾਫ ਕਰਾਂਗੇ, ਪਰ ਨਹੀਂ, ਵੋਟਰਾਂ ਦੇ ਬਿੱਲ ਜੇ ਮਾਫ ਕੀਤੇ ਸੀ ਸ਼੍ਰੋਮਣੀ ਅਕਾਲੀ ਸਰਕਾਰ ਨੇ 1997 ਦੇ ਵਿੱਚ ਕੀਤੇ ਸੀ। ਇਹ ਗੱਲ ਨੂੰ ਔਨ ਰਿਕਾਰਡ ਮੈਂ ਗੱਲ ਕਹਿ ਰਿਹਾ, ਤੱਥਾਂ ਤੇ ਗੱਲ ਕਹਿ ਰਹੇ ਹਾਂ, ਹਵਾ 'ਚ ਤੀਰ ਨਹੀਂ ਮੈਂ ਮਾਰ ਰਿਹਾ। 1 ਮਹੀਨੇ ਤੁਸੀਂ ਕਿਹੜੇ ਬਿੱਲ ਮਾਫ ਕਰ ਗਏ ਸੀ? ਉੱਥੇ ਬਿੱਲ ਮਾਫ ਕੀਤੇ ਸੀ ਸ਼੍ਰੋਮਣੀ ਅਕਾਲੀ ਸਰਕਾਰ ਨੇ ਆ ਕੇ। ਤੁਸੀਂ 5 ਸਾਲ ਦੇ ਵਿੱਚ ਕੀ ਕੁਝ ਵਾਅਦੇ ਕਰਕੇ ਮੁੱਕ ਰਹੇ ਹੋ, ਸਾਰੇ ਪੰਜਾਬ ਨੂੰ ਪਤਾ। ਤਾਂ ਹੀ ਚਲੋ ਹੁਣ ਜਿਹੜੀ ਅੱਜ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ 200 ਕਰੋੜ ਦਾ ਘਟਾਲਾ ਹੋਇਆ, ਉਹ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਦਿੱਲੀ ਦੀਆਂ ਪਾਲਿਸੀਆਂ ਨੇ ਇਹ ਕਹਿੰਦੇ ਸੀ ਅਸੀਂ 6000 ਕਰੋੜ ਤੋਂ ਵੱਧ ਜਿਹੜਾ ਉਹ ਐਕਸਾਈਜ਼ ਦੇ ਵਿੱਚ ਇਕੱਠਾ ਕਰਾਂਗੇ। ਆંકੜੇ ਪੇਸ਼ ਕਰਨਾ ਕਿ ਹੁਣ ਐਕਸਾਈਜ਼ ਦੇ ਵਿੱਚ ਕੀਤਾ ਕੀ ਆ।
ਸਾਰਾ ਸਾਲ ਇਹਨਾਂ ਦੀਆਂ ਪਾਲਿਸੀਆਂ ਬਣਾਉਂਦੇ ਲੰਘੇ, ਕਦੇ ਕੋਈ ਪਾਲਿਸੀ ਕਦੇ ਕੋਈ ਪਾਲਿਸੀ, ਇਹ ਕੋਈ ਇੱਕ ਸਿਰਫ ਪਾਲਿਸੀ ਚੱਜ ਨਾਲ ਦੇ ਨਹੀਂ ਸਕੇ। ਤੇ ਇਹ ਇਹਨਾਂ ਗੱਲਾਂ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਕਿਹਾ ਕਿ ਉਹੀ ਬੰਦੇ, ਉਹੀ ਅਫਸਰ, ਜਿਹੜੇ ਠੇਕੇਦਾਰ, ਉਹੀ ਬੰਦੇ ਜਿਹੜੇ ਦਿੱਲੀ 'ਚ ਪਾਲਿਸੀ ਬਣਾ ਰਹੇ ਸੀ, ਉਹਨਾਂ ਨੇ ਪੰਜਾਬ ਦੀ ਪਾਲਿਸੀ ਬਣਾਈ ਆ। ਤੇ ਇਹਨਾਂ ਨੇ ਵੱਡਾ ਜਿਹੜਾ ਠੀਕ ਹੈ ਚੰਜਰ ਸਾਹਿਬ, ਮੈਂ ਤੁਹਾਡੇ ਸਵਾਲ ਨੂੰ, ਹਾਂ, ਜੋ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਅੱਜ ਸਵਾਲ ਕੀਤਾ ਤੇ ਉਹਨਾਂ ਨੇ ਸਿੱਧਾ ਪੰਜਾਬ ਬੀਜੇਪੀ ਪ੍ਰਧਾਨ ਨੂੰ ਸਵਾਲ ਪੁੱਛਿਆ ਕਿ ਉਹੀ ਨੀਤੀ ਆ ਜਿਹੜੀ ਦਿੱਲੀ 'ਚ ਸੀ ਉਹੀ ਪੰਜਾਬ 'ਚ ਚੱਲ ਰਹੀ ਹੈ, ਤਾਂ ਫਿਰ ਬੀਜੇਪੀ ਇਹ ਦੱਸੇ ਕਿ ਤੁਸੀਂ ਉਹੀ ਐਕਸ਼ਨ ਪੰਜਾਬ 'ਚ ਕਿਉਂ ਨਹੀਂ ਕਰ ਰਹੇ। ਸੋਈ ਸਾਹਿਬ ਇਹਦਾ ਜਵਾਬ ਜ਼ਰੂਰ ਦਿਓ। ਸਮਝ ਨਹੀਂ ਆਇਆ ਤੁਸੀਂ ਕੀ ਕਹਿਣਾ ਚਾਹੁੰਦੇ ਜੇ। ਜੋ ਅੱਜ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੀ ਆਬਕਾਰੀ ਨੀਤੀ ਦਾ ਪੰਜਾਬ ਸਰਕਾਰ ਜ਼ਿਕਰ ਕਰ ਰਹੀ ਹੈ, ਉਹ ਕਹਿ ਰਹੇ ਨੇ ਇਹ ਉਹੀ ਨੀਤੀ ਹੈ ਜਿਹੜੀ ਦਿੱਲੀ 'ਚ ਲਾਗੂ ਕੀਤੀ ਗਈ ਤੇ ਮਨੀਸ਼ ਸਿਸੋਦੀਆ ਇਹਦੇ ਘਾੜੇ ਸੀ। ਦਿੱਲੀ 'ਚ ਕਾਰਵਾਈ ਹੋ ਗਈ, ਉਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ, ਪਰ ਪੰਜਾਬ 'ਚ ਉਹੀ ਨੀਤੀ ਚੱਲ ਰਹੀ ਹੈ। ਪਰ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਦੀ, ਉਹ ਇਸ ਮਾਮਲੇ 'ਚ ਕੋਈ ਐਕਸ਼ਨ ਨਹੀਂ ਲੈ ਰਹੀ, ਕੋਈ ਕਾਰਵਾਈ ਨਹੀਂ ਕਰ ਰਹੀ, ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕਰ ਰਹੀ। ਚਲੋ ਗੁਰਵਿੰਦਰ ਜੀ, ਉਹ ਤੇ ਏਜੰਸੀਜ਼ ਦਾ ਕੰਮ ਹੈਗਾ। ਜਦੋਂ ਏਜੰਸੀਜ਼ ਨੂੰ ਲੱਗੇਗਾ ਕਿ ਪੰਜਾਬ 'ਚ ਵੀ ਉਸ ਤਰ੍ਹਾਂ ਦੇ ਘਟਾਲੇ ਹੋਏ ਨੇ ਜਿਵੇਂ ਕਿ ਮਨੀਸ਼ ਸਿਸੋਦੀਆ ਜੀ ਦੇ ਉੱਪਰ ਇਲਜ਼ਾਮ ਲੱਗੇ ਨੇ, ਨੈਚੁਰਲੀ ਆ ਕਿ ਉਹ ਐਕਸ਼ਨ ਜਿਹੜੇ ਹੈ ਲੈ ਜਾਣਗੇ। ਮੈਂ ਹੁਣ ਜਿੰਦਰ ਸਾਹਿਬ ਨੂੰ ਕੁਝ ਆਂਕੜੇ ਦੇਣਾ ਚਾਹਨਾ, ਸ਼ਾਇਦ ਇਹਨਾਂ ਨੂੰ ਸਮਝ ਆ ਜਾਏ ਕਿ ਪੰਜਾਬ ਲੈਂਡ ਲੋਕ ਸਟੇਟ ਸੀਗੀ। ਠੀਕ ਹੈ, ਉਹ ਗੱਲ ਥੋੜੀ ਕਲੀਅਰ ਕਰ ਦਿਓ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਨੀਤੀ ਨਹੀਂ ਹੈ ਪੰਜਾਬ ਦੇ ਵਿੱਚ, ਜੋ ਦਿੱਲੀ ਵਾਲੀ ਸੇਮ ਨੀਤੀ ਪੰਜਾਬ ਦੇ ਵਿੱਚ ਨਹੀਂ ਹੈ। ਬੀਜੇਪੀ ਨੂੰ ਇਹ ਲੱਗਦਾ ਹੈ ਵੱਖਰੀ ਨੀਤੀ ਹੈ ਪੰਜਾਬ ਦੀ ਜਿਹੜੀ, ਜੇ ਨਹੀਂ, ਮੈਂ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਵੱਖਰੀ ਨੀਤੀ ਹੈਗੀ ਆ। ਅਸੀਂ ਬਾਰ-ਬਾਰ ਕਿਹਾ ਕਿ ਇਹਨਾਂ ਨੇ ਸੇਮ ਨੀਤੀ ਜਿਹੜੀ ਆ ਅਡਾਪਟ ਕੀਤੀ ਹੈ, ਜਿਹੜੀ ਇਹਨਾਂ ਨੇ ਦਿੱਲੀ 'ਚ ਅਡਾਪਟ ਕੀਤੀ ਸੀਗੀ। ਇਹਨਾਂ ਨੇ ਘਰ-ਘਰ ਸ਼ਰਾਬ ਜਿਹੜੀ ਦਿੱਲੀ 'ਚ ਦਿੱਤੀ ਸੀਗੀ, ਤੇ ਉਹੀ ਘਰ-ਘਰ ਸ਼ਰਾਬ ਇਹਨਾਂ ਨੇ ਪੰਜਾਬ 'ਚ ਛੱਡ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਏਜੰਸੀਜ਼ ਆਰ ਕੀਪਿੰਗ ਅ ਵਾਚ ਔਨ ਇਟ। ਜੇ ਕਿਤੇ ਵੀ ਕਰਪਸ਼ਨ ਦੀ ਬੂ ਆਏਗੀ, ਜੇ ਦਿੱਲੀ ਕਿਸੇ ਨੇ ਕਿਤੇ ਕਰਪਸ਼ਨ ਕੀਤੀ ਹੋਏਗੀ, ਤੇ ਉਹਦਾ ਵੀ ਜਿਹੜਾ ਉਹਦੇ ਮੁਤਾਬਿਕ ਵੀ ਐਕਸ਼ਨ ਉਹਦਾ ਲਿਆ ਜਾਏਗਾ। ਹੁਣ ਮੈਂ ਤੁਹਾਨੂੰ ਆਪ ਨੇ ਦੱਸਿਆ, ਯਾਨੀ ਕਿ ਹਾਲ ਫਿਲਹਾਲ ਮੰਨਿਆ ਜਾਵੇ ਕਿ ਅਜਿਹਾ ਕੁਝ ਨਹੀਂ ਹੈ ਪੰਜਾਬ 'ਚ, ਹਾਲ ਫਿਲਹਾਲ ਤਾਂ ਇਹ ਮੰਨਿਆ ਜਾਵੇ ਜੇ ਕੋਈ ਐਕਸ਼ਨ ਨਹੀਂ ਹੋਏਗਾ ਜੀ। ਦੇਖੋ, ਮੈਂ I am saying that ਗੁਰਿੰਦਰ ਜੀ, why you are asking me this? ਨਹੀਂ ਸੋਈ ਸਾਹਿਬ, ਦੇਖੋ ਤੁਹਾਡੇ ਜੋ ਵਿਰੋਧੀ ਧਿਰਾਂ ਨੇ ਪੰਜਾਬ 'ਚ ਉਹੀ ਪੁੱਛ ਰਹੀਆਂ ਨੇ ਕਿ ਉਹ ਅਕਾਲੀ ਦਲ ਅੱਜ ਇਹੀ ਕਹਿ ਕੇ ਗਿਆ ਕਿ ਦੇਖੋ ਤੁਸੀਂ ਨੀਤੀ ਕੰਪੇਅਰ ਕਰੋ, ਜਿਹੜੀ ਦਿੱਲੀ 'ਚ ਚੱਲ ਰਹੀ ਸੀ ਉਹੀ ਪੰਜਾਬ 'ਚ ਚੱਲ ਰਹੀ ਹੈ। ਜਾਂ ਤਾਂ ਤੁਹਾਨੂੰ ਇਹ ਹੋਵੇ ਕਿ ਨਹੀਂ ਵੱਖਰੀ ਨੀਤੀ ਹੈ ਇਸ ਕਰਕੇ ਪੰਜਾਬ 'ਚ, ਕਿਉਂਕਿ 1 ਸਾਲ ਤਾਂ ਹੋ ਚੁੱਕਿਆ ਪੰਜਾਬ ਦੇ ਵਿੱਚ ਵੀ ਆਪ ਦੀ ਸਰਕਾਰ ਨੂੰ। ਗੁਰਿੰਦਰ ਜੀ, ਮੈਂ ਤੁਹਾਨੂੰ ਉਹੀ ਕਹਿ ਰਿਹਾ, ਅਕਾਲੀ ਦਲ ਤੋਂ ਪੁੱਛ ਕੇ ਤੇ ਸੈਂਟਰ ਏਜੰਸੀਜ਼ ਨੇ ਐਕਸ਼ਨ ਲੈਣਾ ਨਹੀਂ ਹੈ। ਨਾ ਹੀ ਅਕਾਲੀ ਦਲ ਦੀ ਐਡਵਾਂਸ ਸੈਂਟਰ ਏਜੰਸੀ ਨੂੰ ਚਾਹੀਦੀ ਹੋਈ, ਨਾ ਮੇਰੀ ਐਡਵਾਈਸ ਜਾਂ ਤੁਹਾਡੀ ਐਡਵਾਈਸ ਚਾਹੀਦੀ ਹੋਈ। ਸੈਂਟਰ ਏਜੰਸੀਜ਼ ਨੇ ਆਪਣਾ ਕੰਮ ਕਰਨਾ ਹੈਗਾ ਐਂਡ ਦੇ ਵਿਲ ਡੂ देयर ਵਰਕ। ਹੁਣ ਇਸ ਵਕਤ ਪੰਜਾਬ ਦੀ ਹਾਲਤ ਆ ਹੈਗੀ ਹੈ ਕਿ ਪੰਜਾਬ ਦਾ ਜਿਹੜਾ ਡੈਟ ਹੈ ਅਬਾਊਟ 54% ਆਫ ਦੀ ਜੀਡੀਪੀ। ਹੁਣ ਜਿੱਥੋਂ ਇੰਨਾ ਵੱਡਾ ਡੈਟ ਹੋਵੇ, ਪੰਜਾਬ ਦਾ ਜੀਡੀਪੀ ਹਿੰਦੁਸਤਾਨ 'ਚ ਸੂਬਿਆਂ 'ਚ 16ਵੇਂ ਨੰਬਰ ਤੇ ਹੈ, ਤੇ ਪੰਜਾਬ ਜਿਹੜਾ ਹੈਗਾ ਨੰਬਰ 1 ਤੇ ਹੈਗਾ, ਜਿਹੜੀ ਜੀਐਸਡੀਪੀ ਤੇ ਬੋਰੋ ਡੈਟ ਦੀ ਰੇਸ਼ੋ ਹੈਗੀ ਹੈ। ਜਦੋਂ ਜਿੰਦਰ ਸਾਹਿਬ ਗੱਲਾਂ ਕਰ ਰਹੇ ਸੀਗੇ ਨਾ, ਮੈਨੂੰ ਲੱਗਦਾ ਸ਼ਾਇਦ ਜਿੰਦਰ ਸਾਹਿਬ ਬੰਬੇ 'ਚ ਬੈਠੇ ਹੋਏ ਨੇ, ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ। ਜਿੰਦਰ ਸਾਹਿਬ, ਆ ਗੱਲਾਂ ਚੰਗੀਆਂ ਲੱਗਦੀਆਂ ਮੁੰਬਈ 'ਚ, ਜਿੱਥੇ ਐਟਮੋਸਫੇਅਰ ਹੋਵੇ, ਜਿੱਥੇ ਫॉर ਦੀ ਇਨਵੈਸਟਮੈਂਟ, ਆ ਗੱਲਾਂ ਚੰਗੀਆਂ ਲੱਗਦੀਆਂ ਹੈਗੀਆਂ। ਜਦੋਂ ਸਾਡੇ ਕੋਲ ਆਪਣੇ ਜਿਹੜਾ ਹਿਊਮਨ ਰਿਸੋਰਸ ਹੈ ਜਾਂ ਗਵਰਨੈਂਸ ਹੈ ਉਹ ਵਧੀਆ ਹੋਵੇ। ਅੱਜ ਤੁਹਾਨੂੰ ਸ਼ਾਇਦ ਪਤਾ ਹੋਣਾ ਹੈ ਕਿ ਹਰ ਵਾਰੇ ਤਕਰੀਬਨ 2 ਲੱਖ ਤੋਂ ਲੈ ਕੇ 3 ਲੱਖ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਹੈ, ਉਸ ਤੋਂ ਕਿੰਨਾ ਪੈਸਾ ਲੋਕਾਂ ਦਾ ਬਾਹਰ ਜਾ ਰਿਹਾ ਹੈ। ਯੂ ਵਿਲ ਨੋਟ ਬੀ ਸਰਪ੍ਰਾਈਜ਼ਡ ਕਿ ਆਫਟਰ 5 ਇਅਰਸ ਪੰਜਾਬ ਵਿਲ ਨੋਟ ਬੀ ਆਫ ਪੰਜਾਬੀਜ਼। ਪੰਜਾਬ ਪੰਜਾਬੀਆਂ ਦਾ ਰਹਿਣਾ ਹੀ ਨਹੀਂ ਹੈ। ਇਸ ਪੰਜਾਬ ਨੂੰ ਕਈ ਲੋਕਾਂ ਨੇ ਹੋਰ ਰੂਲ ਕਰਨਾ ਹੈਗਾ। ਇਸ ਵਕਤ ਜ਼ਰੂਰਤ ਸੀਗੀ ਇੱਕ ਸਰਕਾਰ ਦੀ ਜਿਹੜੀ ਅੱਛੀ ਨੀਤੀ ਲੈ ਕੇ ਆਂਦੀ, ਫਾਈਨੈਂਸ਼ੀਅਲ ਡਿਸਪਲਿਨ ਲੈ ਕੇ ਆਂਦੀ, ਜਿਹੜੀ ਆ ਸਰਕਾਰ ਨੇ ਨਹੀਂ ਕੀਤਾ। ਇਹਨਾਂ ਨੇ ਕਿਹਾ ਜ਼ਰੂਰ, ਇਹਨਾਂ ਨੇ ਕੀਤਾ ਨਹੀਂ। ਅੱਜ ਪੰਜਾਬ 'ਚ ਇਨਵੈਸਟਮੈਂਟ ਕਿਉਂ ਆਏਗੀ ਜੀ? ਜਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਦਾਂ ਦੀ ਬੁਰੀ ਸਿਚੁਏਸ਼ਨ ਹੈ ਲਾਅ ਐਂਡ ਆਰਡਰ ਦੀ, ਕਿ ਉਹ ਇਨਵੈਸਟਮੈਂਟ ਪੰਜਾਬ 'ਚ ਕਿੱਦਾਂ ਆਏਗੀ? ਤੁਹਾਨੂੰ ਸ਼ਾਇਦ ਪਤਾ ਹੋਣਾ, ਟੋਟਲ ਪੰਜਾਬ ਦੇ ਵਿੱਚ ਜਿਹੜੇ ਇੰਡਸਟਰੀਅਲ ਹਾਊਸਸ ਨੇ, 5 ਇੰਡਸਟਰੀਅਲ ਹਾਊਸਸ ਨੇ ਜਿਨ੍ਹਾਂ ਦੀ ਜਿਹੜੀ ਟਰਨਓਵਰ ਹੈਗੀ ਹੈ which is more than $1 billion. Otherwise there is small industries. Ludhiana is shrink to around 40% ਲੁਧਿਆਣੇ ਦੀ ਇੰਡਸਟਰੀ ਜਿਹੜੀ ਬਾਹਰ ਜਾ ਚੁੱਕੀ ਹੈ। ਤੁਸੀਂ ਰੈਵਨਿਊ ਲਿਆਓਗੇ ਕਿੱਥੋਂ? ਯੂ ਆਰ ਜਸਟ ਸ਼ੋਇੰਗ ਕਿ ਚੱਲੀ ਦੀਆਂ ਗੱਲਾਂ ਕਰਦੇ ਹੋ, ਮੰਗੇਤੀ ਲਾਲ ਕੇ ਵਸੀਮ ਸੁਪਨੇ ਦਿਖਾ ਕੇ ਪੰਜਾਬ ਨੂੰ ਡੈਟ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ, which is not going to happen. ਪੰਜਾਬ ਠੀਕ ਹੈ ਸੋਈ ਸਾਹਿਬ, ਮੈਂ ਇੱਕ ਮਿੰਟ ਰੁਕ ਰਿਹਾ। ਠੀਕ ਹੈ, ਮੈਂ ਚਿੰਦਰ ਸਾਹਿਬ ਤੇ ਕਾਲੂ ਸਾਹਿਬ ਤੁਹਾਡੇ ਕੋਲੋਂ ਸਵਾਲ ਕਰਨਾ ਚਾਹੁੰਦੇ ਹੋ। ਚਿੰਦਰ ਸਾਹਿਬ, ਤੁਸੀਂ ਸਹਿਮਤ ਹੋ ਜੋ ਜਵਾਬ ਦਿੱਤਾ ਸੋਈ ਸਾਹਿਬ ਨੇ, ਜਿਹੜਾ ਸੀ ਦਿੱਲੀ ਦੀ ਆਬਕਾਰੀ ਨੀਤੀ ਵਾਲਾ ਤੁਸੀਂ ਸਵਾਲ ਕਰ ਰਹੇ ਸੀ, ਤੁਸੀਂ ਉਹਨਾਂ ਦੇ ਜਵਾਬ ਨਾਲ ਸਹਿਮਤ ਹੋ? ਮੈਂ ਤੁਹਾਨੂੰ ਉਹਦਾ ਪਰਦਾ ਚੱਕ ਦਿੰਦਾ ਕਿ ਪੰਜਾਬ ਦੇ ਵਿੱਚ ਕਾਰਵਾਈ ਕਿਉਂ ਨਹੀਂ ਹੋ ਰਹੀ, ਦਿੱਲੀ 'ਚ ਕਿਉਂ ਹੋ। ਥੋੜਾ ਜਿਹਾ ਮੈਂ ਕੁੰਡੇ ਇਸ ਗੱਲ ਤੋਂ ਚੱਕੀ ਦਿੰਦਾ ਕਿਉਂਕਿ ਪੰਜਾਬ ਦੇ ਵਿੱਚ ਸੇਮ ਉਦਾਂ ਹੀ ਹੋਣਾ ਜਿਵੇਂ ਕੈਪਟਨ ਸਾਹਿਬ ਵਾਲਾ ਸੀਨ ਹੋਇਆ ਸੀ।
ਭਗਵੰਤ ਮਾਨ ਜੀ ਵੀ ਇੱਕ ਦਿਨ ਬੀਜੇਪੀ ਦੀ ਜਾਣਗੇ। ਸਾਰੀ ਇਹ ਦਾਲ ਰਲੀ ਹੋਈ ਹੈ ਇਸ ਟਾਈਮ, ਕਿਉਂਕਿ ਜਿਹੜੇ ਹਿਸਾਬ ਨਾਲ ਭਗਵੰਤ ਮਾਨ ਜੀ ਨੇ ਦਿੱਲੀ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਖੇਡ ਖੇਡੀ ਆ, ਜਿਹੜੇ ਹਿਸਾਬ ਨਾਲ ਪੂਰੇ ਸਿੱਖ ਭਾਈਚਾਰੇ ਨੂੰ ਮੈਂ ਕਹਿੰਦਾ ਕਿ ਪੂਰੇ ਵਰਲਡ ਦੇ ਵਿੱਚ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਆ ਦਿੱਲੀ ਦੇ ਨਾਲ ਰਲ ਕੇ, ਜਿਹੜੇ ਪੰਜਾਬ ਦੇ ਕਿੰਨੇ ਬੇਕਸੂਰ ਕਿੰਨੇ 100 ਨੌਜਵਾਨ ਚੱਕ ਕੇ ਸਿੱਟੇ ਨੇ ਅੰਦਰ, ਉਹਨੇ ਪੁੱਛਗਿੱਛਾਂ ਤੇ ਉਹਨਾਂ ਨੂੰ ਜਲੀਲ ਕਰਨ ਦੀ ਹਰਕਤ ਕੀਤੀ ਆ, ਇਹ ਸਾਰੇ ਰਲੇ ਹੋਏ ਨੇ। ਤਾਂ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਰਵਾਈਆਂ ਨਹੀਂ ਹੋ ਰਹੀਆਂ। ਕਾਰਵਾਈ ਕਿੱਦਾਂ ਹੋਏਗੀ ਪੰਜਾਬ ਦੇ ਵਿੱਚ, ਕਿਉਂਕਿ ਮੁੱਖ ਮੰਤਰੀ ਦਾ ਰਲਿਆ ਹੋਇਆ ਦਿੱਲੀ ਦੇ ਨਾਲ। ਇਹ ਉਦਾਂ ਹੀ ਹੋਣਾ 2024 ਤੋਂ ਬਾਅਦ ਇਹ ਭਾਂਡਾ ਫੁੱਟਣਾ। ਕੈਪਟਨ ਸਾਹਿਬ ਆਵਾਂਗੇ, ਇਹ ਵੀ ਤੁਹਾਡੇ ਸਾਹਮਣੇ ਬੀਜੇਪੀ ਜਾਣਗੇ ਭਗਵੰਤ ਮਾਨ ਜੀ, ਮੈਂ ਤੁਹਾਨੂੰ ਕਰ ਦੇਣਾ ਭਵਿੱਖਬਾਣੀ, ਪਤਾ ਸਾਰਿਆਂ ਨੂੰ ਹੈ, ਬਸ ਕੋਈ ਬੋਲਦਾ ਨਹੀਂ ਤੇ ਮੈਂ ਗੱਲ ਖੋਲ ਕੇ ਤੁਹਾਡੇ ਸਾਹਮਣੇ ਰੱਖਤੀ ਹੈ। ਇਹ ਹੋਣਾ ਤੁਹਾਡੇ ਸਾਹਮਣੇ ਹੋਣਾ ਸਾਰਾ ਕੁਝ। ਠੀਕ, ਕਾਲੂ ਸਾਹਿਬ ਮੈਂ ਨਾ ਸੋਈ ਸਾਹਿਬ ਨੂੰ ਸੁਣ ਰਿਹਾ ਸੀ। ਸੋਈ ਸਾਹਿਬ ਸ਼ਾਇਦ ਤੁਸੀਂ ਅੱਜ ਪਾਰਟੀ ਲਾਈਨ ਲੈ ਕੇ ਨਹੀਂ ਆਏ। ਮੈਂ ਇਹਨਾਂ ਦੇ ਉਹ ਗਰੇਵਾਲ ਸਾਹਿਬ ਹਰਜੀਤ ਗਰੇਵਾਲ ਜੀ ਦੀ ਆਉਣ ਤੋਂ ਪਹਿਲਾਂ ਇੱਕ ਇੰਟਰਵਿਊ ਸੁਣ ਰਿਹਾ ਸੀ, ਕਿਸੇ ਨੇ ਰਿਐਕਸ਼ਨ ਮੰਗਿਆ ਲਿਆ ਸੀ, ਸ਼ਾਇਦ ਤੁਹਾਡਾ ਹੀ ਚੈਨਲ ਸੀ ਜੇ ਮੈਂ ਗਲਤ ਨਹੀਂ ਹਾਂ ਤੇ, ਜਾਂ ਕੋਈ ਹੋਰ ਚੈਨਲ ਸੀ। ਉੱਤੇ ਉਹ ਕਹਿ ਰਹੇ ਸੀਗੇ ਕਿ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਦਿੱਲੀ ਵਾਲੀ ਪਾਲਿਸੀ ਨਹੀਂ ਹੈ। ਹੁਣ ਇਸ ਚੀਜ਼ ਦੀ ਕਲੈਰਿਟੀ ਕੌਣ ਲਿਆਵੇ? ਇੱਕ ਬੰਨੇ ਤੇ ਇਹ ਅਸੀਂ ਮੰਨ ਰਹੇ ਹਾਂ ਕਿ ਇਹ ਇਨ ਭਿੰਨ ਦਿੱਲੀ ਵਾਲੀ ਪਾਲਿਸੀ ਹੈ। ਉਹ ਬਿਆਨ ਜਿਹੜਾ ਅੱਜ ਮਜੀਠੀਆ ਸਾਹਿਬ ਨੇ ਵੀ ਉੱਤੇ ਮੋਹਰ ਲਾਈ ਹੈ, ਕਹਿੰਦੇ ਜੀ ਇਹ ਦਿੱਲੀ ਵਾਲੀ ਪਾਲਿਸੀ ਹੈ। ਹਰਜੀਤ ਗਰੇਵਾਲ ਜੀ ਅੱਜ ਕਹਿ ਰਹੇ ਕਿ ਦਿੱਲੀ ਵਾਲੀ ਪਾਲਿਸੀ ਨਹੀਂ ਹੈ, ਇਹ ਪੰਜਾਬ ਦੀ ਜਿਹੜੀ ਪਾਲਿਸੀ ਹੈ ਉਹ ਵੱਖਰੀ ਪਾਲਿਸੀ ਹੈ। ਉਹ ਜਿਹੜੀ ਆ ਪਿੱਛੇ ਜੇ ਸਰਾਹਨਾ ਕਰਦੇ ਵੀ ਦਿਖੇ ਮੁੱਖ ਮੰਤਰੀ ਪੰਜਾਬ ਦੀ ਕਈ ਮੁੱਦਿਆਂ ਦੇ ਉੱਤੇ। ਇਹ ਸਮਝਣਾ ਚਾਹੁੰਦੇ ਹਾਂ ਅਸੀਂ ਕਿ ਜਿਹੜਾ ਦੋਹਰਾ ਚਰਿੱਤਰ ਹੈ ਨਾ ਇਹਨਾਂ ਦਾ, ਬੀਜੇਪੀ ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਨੂੰ ਬਣਾ ਕੇ ਆਪਣਾ ਚਿਹਰਾ ਰਿਪਰੈਜ਼ੈਂਟ ਕਰਨਾ ਚਾਹੁੰਦੀ ਹੈ, ਇਹ ਦਰਅਸਲ ਪੰਜਾਬੀਆਂ ਨੂੰ ਵੈਸੇ ਹੁਣ ਪਤਾ ਲੱਗ ਗਿਆ ਕਿ ਦੋਵੇਂ ਇੱਕ ਹੀ ਨੇ। ਇਹ ਬਿਲਕੁਲ ਇੱਕ ਦੂਜੇ ਦੇ ਨਾਲ, ਜਿੱਦਾਂ ਪਹਿਲਾਂ ਇਹਨਾਂ ਦਾ ਅਕਾਲੀ ਦਲ ਤੇ ਬੀਜੇਪੀ ਦਾ 9 ਮਾਰਚ ਦਾ ਰਿਸ਼ਤਾ ਸੀ, ਅੱਜ ਕੱਲ੍ਹ ਟੁੱਟ ਗਿਆ। ਮੈਂ ਸਮਝ ਸਕਦਾ ਝਿੰਜਰ ਸਾਹਿਬ ਦੀ ਤਕਲੀਫ ਨੂੰ ਕਿ ਉਹ ਰਿਸ਼ਤਾ ਟੁੱਟਿਆ, ਰਿਸ਼ਤੇ ਟੁੱਟੇ ਦਾ ਇੰਨਾ ਕੁ ਦੁੱਖ ਤੇ ਹੁੰਦਾ ਹੀ ਹੈ ਬਈ ਉਹ ਸ਼ਰੀਕਾਂ ਨਾਲ ਲਾ ਲਈ ਹੁਣ ਉਹਨਾਂ ਨੇ। ਸੋ ਇਹ ਅੱਜ ਕੱਲ੍ਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਜਿਹੜੀ ਹੈ ਬੀਜੇਪੀ ਦੀ ਝੋਲੀ 'ਚ ਬੈਠੀ ਸੀ, ਉਹਨਾਂ ਦੀ ਆਰਐਸਐਸ ਦੀ ਬੀ ਟੀਮ ਦੀ ਵਜ੍ਹਾ ਕੰਮ ਕਰ ਰਹੀ ਸੀ। ਹੁਣ ਮੈਂ ਆ ਜਾਂਦਾ ਵਾਪਸ, ਜਿਹੜਾ ਸੋਈ ਸਾਹਿਬ ਨੇ ਫਿਰ ਇੱਕ ਗੱਲ ਕਹੀ ਕਿ ਪੰਜਾਬ ਜਿਹੜਾ ਹੈ ਉਹਦੇ ਉੱਤੇ ਇੰਡਸਟਰੀ ਨਹੀਂ ਆ ਸਕਦੀ, ਪੰਜਾਬ ਨੂੰ ਜਿਹੜੀ ਹੈ ਆਮ ਆਦਮੀ ਪਾਰਟੀ ਜਾਂ ਦੂਜੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹ ਪੰਜਾਬ ਦੇ ਨਾਲ ਮਤਰਿਆ ਜਿਹੜਾ ਸਲੂਕ ਕਰਦੀਆਂ ਰਹੀਆਂ ਨੇ। ਸੋਈ ਸਾਹਿਬ, ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਸੀ, ਉਹਦੇ ਉੱਤੇ 3 ਜਿਹੜੇ ਕਾਲੇ ਕਾਨੂੰਨ ਜਿਹੜੇ ਸੀ ਖੇਤੀ ਦੇ, ਉਹ ਥੋਪਣ ਦਾ ਕੰਮ ਕਿਹਨੇ ਕੀਤਾ ਸੀ? 700 ਦੇ ਕਰੀਬ ਜਿਹੜੇ ਆ ਕਿਸਾਨਾਂ ਦੀ ਸ਼ਹਾਦਤ ਹੋਈ ਹੈ ਬਾਰਡਰਾਂ ਦੇ ਉੱਤੇ। ਕਿਸਾਨ 1 ਸਾਲ ਤੋਂ ਵੱਧ ਸਮਾਂ ਜਿਹੜਾ ਹੈ ਬਾਰਡਰਾਂ ਦੇ ਉੱਤੇ, ਜਿਨ੍ਹਾਂ ਉਹਨਾਂ ਨੇ ਹਨੇਰੀਆਂ, ਝੱਖੜ, ਮੀਂਹ, ਠੰਡ ਸਭ ਕੁਝ ਝੱਲਿਆ, ਉਹਨਾਂ ਨੇ ਆਪਣੇ ਪਿੰਡਾਂ ਦੇ ਉੱਤੇ ਹੰਡਾਇਆ। ਉਹ ਕਿੰਨੇ 3 ਕਾਲੇ ਕਾਨੂੰਨ ਕੌਣ ਲੈ ਕੇ ਆਇਆ? ਉਹ ਕਾਲਾ ਕਾਨੂੰਨ ਸੋਈ ਸਾਹਿਬ ਆ ਰਿਹਾ, ਬਿਲਕੁਲ ਤੁਸੀਂ ਜਵਾਬ ਦੇ ਦਿਓ। ਮੈਂ ਸੋਈ ਸਾਹਿਬ, ਗੱਲ ਆਪਾਂ ਉਹ ਕਰੀਏ ਜਿਹਦੇ ਨਾਲ ਕੋਈ ਪੰਜਾਬ ਦੇ ਜਿਹੜਾ ਇਹ ਏਡਾ ਵੱਡਾ ਜਿਹੜਾ ਕਰਜ਼ਾ ਚੜਿਆ ਨਾ ਪੰਜਾਬ ਦੇ ਸਿਰ ਤੇ, ਉਹ ਚ ਸਾਰੇ ਕਸੂਰਵਾਰ ਨੇ, ਸਾਰੀਆਂ ਸਰਕਾਰਾਂ ਕਸੂਰਵਾਰ ਨੇ, ਅਸੀਂ ਸਾਰੇ ਕਸੂਰਵਾਰ। ਉਹ ਆਪਾਂ ਕਰਜ਼ਾ ਕਿਵੇਂ ਲਾਉਣਾ ਹੈ? ਮੇਰੀ ਬੇਨਤੀ ਹੈ, ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਆਪਾਂ ਉਹ ਕਰਜ਼ਾ ਕਿਵੇਂ ਲਾਉਣਾ ਹੈ? ਆਪਾਂ ਇੱਕ ਸਾਰਥਕ ਜਿਹੜੀ ਹੈ ਉਹਦੇ ਐਂਡ ਵੱਲ ਚੱਲੀਏ ਕਿ ਆਪਾਂ ਇਹ ਕਿੱਦਾਂ ਇਹਦੇ ਤੇ ਕਰਜ਼ਾ ਲਾਉਣਾ। ਠੀਕ ਹੈ ਸੋਈ ਸਾਹਿਬ, ਜਵਾਬ ਦਿਓ। ਜਿੰਦਲ ਜੀ ਦਾ ਵੀ ਐਕਸ਼ਨ ਲੈਣਾ। ਜਿੰਦਲ ਸਾਹਿਬ ਛੋਟਾ ਜਿਹਾ ਝਿੰਜਰ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਕਿ ਜਿਹੜੇ ਕਾਂਗਰਸ ਦੇ ਸਮੇਂ ਜਿਹੜਾ ਹੈ ਉਹ ਕਰਜ਼ਾ ਚੜਿਆ, ਇਹਨਾਂ ਨੇ ਆਰਮੀ ਤੇ ਜਿਹੜੀ ਹੈ ਪੈਰਾ ਮਿਲਟਰੀ ਫੋਰਸਿਸ ਬੁਲਾਈਆਂ ਸੀ। ਮੈਂ ਵੀ ਪਰ ਲੋਕਾਂ ਦੇ ਸਾਹਮਣੇ ਦੱਸ ਦਿੰਨਾ ਕਿ ਜਦੋਂ 97 ਚ ਬਾਅਦ ਸਰਕਾਰ ਬਣੀ ਨਾ ਅਕਾਲੀ ਦਲ ਦੀ, ਤੇ ਇੱਕ ਕਮੇਟੀ ਬਣਾਈ ਗਈ ਜਿਹੜੀ ਹੈ ਸੈਂਟਰ ਵੱਲੋਂ। ਉਹ ਕਮੇਟੀ ਨੇ ਆ ਕੇ ਇਹਨਾਂ ਦੇ ਮਾਣਯੋਗ ਮੁੱਖ ਮੰਤਰੀ ਜਿਹੜੇ ਸਾਬਕਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ ਬਈ ਤੁਸੀਂ ਕੀ ਗੱਲ ਉਸ ਕਰਜ਼ੇ ਦੇ ਜਿਹੜਾ ਪੰਜਾਬ ਦੇ ਸਮੇਂ ਅੱਤਵਾਦ ਦਾ ਜਿਹੜਾ ਦੌਰ ਦੇ ਵਿੱਚ ਕਰਜ਼ਾ ਚੜਿਆ ਹੈ, ਉਸ ਕਰਜ਼ੇ ਨੂੰ ਲਾਉਣ ਲਈ ਤੁਸੀਂ ਆਪਣੀ ਕੀ ਜਿਹੜੀ ਹੈ ਉਹ ਦਲੀਲ ਦਿੰਦੇ ਹੋ? ਤੇ ਬਾਦਲ ਸਾਹਿਬ ਨੇ ਉੱਥੇ ਬੜੇ ਢੰਗ ਤਰੀਕੇ ਦੇ ਨਾਲ, ਜਿਵੇਂ ਉਹਨਾਂ ਦੀ ਆਦਤ ਹੈ, ਉਹਨਾਂ ਨੇ ਕਰਜ਼ੇ ਦੀ ਤਾਂ ਕੋਈ ਗੱਲ ਨਹੀਂ ਕੀਤੀ, ਆਪਣੇ ਲਈ ਸੁਰੱਖਿਆ ਤੇ ਦਿੱਲੀ 'ਚ ਕੋਠੀਆਂ ਦੀ ਜ਼ਰੂਰ ਮੰਗ ਰੱਖਾ ਹੈ। ਸੋ ਕਰਜ਼ਾ ਇਸ ਕਰਕੇ ਜਿਹੜਾ ਪੰਜਾਬ ਦਾ ਕਰਜ਼ਾ ਜਿਹੜਾ, ਠੀਕ ਹੈ ਸੋਈ ਸਾਹਿਬ ਤੋਂ ਮਾਫੀ ਦੀ ਗੱਲ ਕਰ ਰਹੇ ਸੀ। ਬਿਲਕੁਲ ਇਸ ਤਰ੍ਹਾਂ ਹੈ ਕਿ ਹੁਣ ਜਿੰਦਲ ਜੀ ਮੈਂ 1 ਮਿੰਟ ਤੁਹਾਡੇ ਕੋਲ ਆ ਰਿਹਾ। ਸੋਈ ਸਾਹਿਬ ਦਾ 1 ਮਿੰਟ ਜਵਾਬ ਲੈ ਲਾਂ ਜੀ। ਮੈਂ ਰਾਜਨੀਤੀ ਕਾਲੋ ਸਾਹਿਬ ਦੀ ਗੱਲ ਤੇ ਨਹੀਂ ਸੀ ਕਰਨਾ ਚਾਹੁੰਦਾ, ਲੇਕਿਨ ਆ ਕਾਲੋ ਸਾਹਿਬ ਦੀ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਬਣ ਕੇ ਆਈ ਸੀ ਨਾ, ਇਹਨਾਂ ਨੇ ਤੁਸੀਂ ਇੱਕ ਗੱਲ ਹੁਣੇ ਕੀਤੀ ਸੀ, ਕਰਜ਼ਾ ਚੁੱਕੀ ਖਤਮ ਦੀ ਪੂਰੀ ਰਕਮ 4600 ਕਰੋੜ ਰੁਪਈਆ ਮੋੜਿਆ ਸੀ। 2 ਮਿੰਟ ਰੁਕ ਜਾਓ। 4600 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਦਾ ਲਾਇਆ ਸੀ 2008 ਦੇ ਵਿੱਚ। ਸਰਕਾਰ ਨੇ ਸੋਈ ਸਾਹਿਬ ਨੂੰ ਗੱਲ ਪੂਰੀ ਕਰ ਦਿਓ। 2008 ਵਿੱਚ ਯੂਪੀਏ ਸਰਕਾਰ ਨੇ ਜਵਾਬ ਦੇ ਦਿਓ, ਉਹਨੂੰ ਗੱਲ ਪੂਰੀ ਕਰ ਲੈਣ ਦਿਓ। ਪੂਰੇ ਦੇਸ਼ ਦੇ ਕਿਸਾਨਾਂ ਦਾ ਲਾਇਆ ਸੀ, ਮਾਫ ਕੀਤਾ ਸੀ। ਇਹ 2008 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨਾਂ ਦਾ 71000 ਕਰੋੜ ਰੁਪਇਆ ਮਾਫ ਕੀਤਾ ਸੀ। ਪੰਜਾਬ ਦੇ ਸਰਕਾਰ ਨੇ 4600 ਕਰੋੜ ਰੁਪਇਆ ਮਾਫ ਕੀਤਾ ਸੀ। ਤੁਹਾਡੀ ਗੱਲ ਆ ਕਿ ਸੋਈ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ, ਜਿਹਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੋਵੇ। ਠੀਕ ਹੈ ਸੋਈ ਸਾਹਿਬ, ਗੱਲ ਪੂਰੀ ਕਰੋ। ਮੇਰੀ ਬੇਨਤੀ ਹੈ, ਉਹਨਾਂ ਨੂੰ ਗੱਲ ਪੂਰੀ ਕਰਨ ਦਿਓ। ਜੀ ਸੋਈ ਸਾਹਿਬ।
ਗੁਰਿੰਦਰ ਜੀ 1 ਲੱਖ ਕਰੋੜ ਕਿਸਾਨਾਂ ਦੇ ਉੱਪਰ ਕਰਜ਼ਾ ਸੀ ਜੀ। ਤਾਂ ਕਹਿ ਰਹੇ ਨੇ 4000 ਕਰੋੜ ਮਾਫ ਕੀਤਾ ਸੀ ਊਧਮ ਜਜ਼ੀਰਾ। ਹੁਣ ਇਹਨਾਂ ਨੂੰ ਪੁੱਛ ਲਓ ਕਿ ਜਿਹੜੇ ਇਹਨਾਂ ਦੇ ਬੰਦੇ ਮੰਤਰੀ ਜਿਹੜੇ ਜਾਂ ਐਮਐਲਏ ਪੁਰਾਣੇ ਫੜੇ ਜਾ ਰਹੇ ਨੇ, ਕਿਸੇ ਦੇ ਉੱਪਰ 3000 ਕਰੋੜ ਦਾ ਇਲਜ਼ਾਮ ਲੱਗ ਰਿਹਾ, ਕਿਸੇ ਦੇ ਉੱਪਰ 4000 ਕਰੋੜ ਤੱਕ। ਕੋਈ ਕਹਿੰਦਾ ਜੀ ਉਹ ਜੰਗਲ ਵੇਚ ਖਾ ਗਿਆ ਜੀ, ਕੋਈ ਕਹਿੰਦਾ ਜੀ ਉਹਨਾਂ ਨੇ ਐਸਸੀ ਕੈਟਾਗਰੀ ਦੇ ਵਜੀਫੇ ਖਾ ਕੇ ਉਹਨਾਂ ਨੇ ਆ ਕੇ 90,000 ਕਰੋੜ ਲੱਖ ਤੇ ਇਹਨਾਂ ਨੇ ਖਾ ਲਿਆ ਪੰਜਾਬ ਦੇ ਪਿਛਲੇ 1 ਸਾਲ ਦੇ ਵਿੱਚ, ਪਿਛਲੇ ਸਰਕਾਰ ਦੇ ਵਿੱਚ। ਇਹਦਾ ਮਤਲਬ ਹੈ ਵੀ ਕਰਜ਼ਾ ਚੜਿਆ ਕਿੱਥੋਂ ਹੈ? ਕਰਜ਼ਾ ਪੋਲੀਟੀਸ਼ੀਅਨਸ ਤੋਂ ਕਰਜ਼ਾ ਚੜਿਆ ਜਿਹੜੇ ਡਰਗ ਨੈਕਸਸ ਦੇ ਨਾਲ ਇਨਵੋਲਵ ਸੀਗੇ ਲੋਕੀ। ਕਰਜ਼ਾ ਚੜਿਆ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਐਕਸਾਈਜ਼ ਪਾਲਿਸੀ ਆਪ ਬਣਾਉਂਦੇ ਸੀਗੇ, ਐਲਵਨ ਆਪ ਬਣਾਉਂਦੇ ਸੀਗੇ, ਫੈਕਟਰੀਆਂ ਆਪ ਬਣਾਉਂਦੀ ਸੀ। ਇਹਨਾਂ 10 ਸਾਲ ਸਰਕਾਰ ਹਟਾਈ ਆ ਅਕਾਲੀ ਦਲ ਦੇ ਨਾਲ। ਸੋਈ ਸਾਹਿਬ ਉਸ ਸਮੇਂ ਕਰਜ਼ਾ ਆਇਆ, ਉਸ ਸਮੇਂ ਡਰੱਗਸ ਆਏ ਨੇ, ਉਸ ਸਮੇਂ ਆਬਕਾਰੀ ਨੀਤੀਆਂ ਬਣੀਆਂ ਨੇ, ਉਸ ਸਮੇਂ ਜਿਹੜਾ ਬਹੁਤ ਵੱਡਾ ਜਿਹੜਾ ਰੇਤ ਜਿਹੜੀ ਆ ਉਹ ਸੋਨੇ ਦੇ ਭਾਅ ਵੇਚੀ ਗਈ ਆ। 10 ਸਾਲ ਤੁਹਾਡੀ ਸਰਕਾਰ ਰਹੀ ਹੈ ਅਕਾਲੀ ਦਲ ਦੇ ਨਾਲ। ਸੋਈ ਸਾਹਿਬ ਕਿਉਂ ਭੁੱਲਦੇ ਜੇ, ਕਿਉਂ ਭੁੱਲਦੇ ਜੇ? ਇਹ ਉਸ ਪਾਰਟੀ ਦੇ ਨੇਤਾ ਨੇ ਸੋਈ ਸਾਹਿਬ ਜਿਨ੍ਹਾਂ ਦੀ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ 2 ਲੱਖ ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਸੀ, ਜਿਨ੍ਹਾਂ ਦੀ ਆਪਣੀ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ 2 ਲੱਖ। ਬੰਗਾਰੂ ਲక్ష్మణ ਕਿਹਦਾ ਪ੍ਰਧਾਨ ਸੀ? ਬੀਜੇਪੀ ਦਾ ਪ੍ਰਧਾਨ ਸੀ ਬੰਗਾਰੂ ਲక్ష్మణ। 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਦਾ ਉਹਦਾ ਜਿਹੜੀ ਆ ਵੀਡੀਓ ਆ ਗਈ ਸੀ। ਉਹ ਪਾਰਟੀ ਗੱਲ ਕਰੇਗੀ? ਕਮਾਲ ਕਰਦੇ ਸੋਈ ਸਾਹਿਬ। I am waiting for my opportunity, my dear friend. I only want 1 minute. ਜਿੰਦਰ ਸਾਹਿਬ ਮੈਂ ਆ ਰਿਹਾ, ਮੈਂ ਤੁਹਾਨੂੰ 5 ਮਿੰਟ ਦੇ ਰਿਹਾ ਸਰ, ਮੈਂ 2 ਮਿੰਟ ਚ ਆ ਰਿਹਾ। ਸੋਈ ਸਾਹਿਬ ਦੀ ਗੱਲ ਪੂਰੀ ਹੋ ਰਹੀ ਹੈ ਜੀ। ਠੀਕ ਹੈ ਜਿੰਦਰ ਸਾਹਿਬ ਗੱਲ ਅਸੀਂ ਇਹ ਕਰ ਰਹੇ ਹਾਂ ਕਿ ਕੀ ਮੌਜੂਦਾ ਸਥਿਤੀ ਦੇ ਵਿੱਚ ਪੰਜਾਬ ਲਈ sufficiently long time. Now please allow me to speak. ਹਾਂਜੀ ਜਿੰਦਰ ਸਾਹਿਬ ਮੈਂ ਤੁਹਾਡੇ ਕੋਲ ਹੀ ਆ ਰਿਹਾ। ਤੁਸੀਂ ਕੀ ਪੰਜਾਬ ਦੀ ਆਰਥਿਕਤਾ, ਹਾਂ ਬਿਲਕੁਲ ਆ ਤਾਂ ਰਹੇ ਹੋ 10 ਮਿੰਟ ਤੋਂ, ਬਟ ਆ ਨਹੀਂ ਰਹੇ ਹੋ। ਪਲੀਜ਼ ਅਲਾਉ ਮੀ ਟੂ ਸਪੀਕ। ਨਹੀਂ ਠੀਕ ਹੈ, ਤੁਸੀਂ ਜ਼ਰੂਰ ਆਪਣੀ ਗੱਲ ਰੱਖੋ ਜੀ। ਜੀ ਦੇਖੋ I have respect for all the 3 political parties. ਹੁਣੇ ਕੁਝ ਗੱਲਾਂ ਰੱਖੀਆਂ ਗਈਆਂ ਸੀ। ਮੈਂ ਉਹ ਵਿਅਕਤੀ ਹਾਂ ਜਿਹਦਾ ਕੋਈ ਪੋਲੀਟੀਕਲ ਇੰਟਰਸਟ ਨਹੀਂ ਹੈ। ਮੈਂ ਆਪਣੇ ਪਿਆਰੇ ਸੂਬੇ ਦੀ ਤਰੱਕੀ ਚਾਹੁੰਦਾ। ਇਹ ਗੱਲ ਕੀਤੀ ਗਈ ਸੀ ਕਿ ਪੰਜਾਬ ਲੈਂਡਲੌਕ ਸੀ, ਲੈਂਡਲੌਕ ਹੀ ਰਹੇਗਾ। ਮੈਂ ਕੁਝ ਡੇਟਾ ਆਪਣੇ ਮਿੱਤਰਾਂ ਦੇ ਸਾਹਮਣੇ ਰੱਖਦਾ। ਅੱਜ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਜ਼ਨਰੀ ਗਾਈਡੈਂਸ ਕਰਕੇ ਸਾਡੀ ਕੰਟਰੀ ਹਾਈਐਸਟ GDP ਗਰੋਥ ਪੂਰੀ ਦੁਨੀਆ ਦੇ ਵਿੱਚ ਐਗਜ਼ਿਬਿਟ ਕਰ ਰਹੀ ਹੈ। ਜੇ ਮੇਰੇ ਮਿੱਤਰ ਚਾਹਣ ਤਾਂ US ਦਾ, ਜਰਮਨੀ ਦਾ, UK ਦਾ ਜਾਂ ਸਾਡੇ ਨੇਬਰਿੰਗ ਕੰਟਰੀ ਸਭ ਦਾ ਡੇਟਾ ਦੇ ਦੇਣਾ। ਪਲੱਸ ਜਿਹੜਾ ਇਹ ਲੈਂਡਲੌਕ ਸਟੇਟ ਦੀ ਗੱਲ ਕਰਦੇ ਹੈ, ਹੋਰ ਸਾਡੀ ਸੈਂਟਰਲ ਗਵਰਨਮੈਂਟ ਦੇ ਟੈਲੈਂਟ ਨਾਲ ਕੀ ਹੋਇਆ ਹੈ। ਅੱਜ ਸਾਡੀ ਬੋਰੋਇੰਗ ਕੀ ਹੋ ਰਹੀ ਹੈ ਬੁਲੇਟ ਟ੍ਰੇਨ ਪ੍ਰੋਜੈਕਟ ਵਾਸਤੇ, ਔਰ ਮੈਂ ਪੰਜਾਬ ਨਾਲ ਕਿਵੇਂ ਰਿਲੇਟ ਕਰਾਂਗਾ ਉਹ ਤਾਂ ਆਵਾਂਗਾ। 0.1% ਤੇ ਜਾਪਾਨ ਨੇ ਫੰਡਿੰਗ ਦਿੱਤੀ ਹੈ ਬੁਲੇਟ ਟ੍ਰੇਨ ਪ੍ਰੋਜੈਕਟ ਵਾਸਤੇ। ਇਹ ਸਾਡੀ ਸੈਂਟਰਲ ਗਵਰਨਮੈਂਟ ਦੀ ਕੈਪੇਬਿਲਿਟੀ ਹੈ ਤੇ ਉਹਨਾਂ ਦੀ ਲੈਂਡਲੌਕ ਸਟੇਟ ਦੀ ਡੈਫੀਨੇਸ਼ਨ ਫੋਲੋ ਕੀ ਹੁੰਦੀ ਹੈ? ਪਲੀਜ਼ ਹੋਲਡ ਇਟ ਹੈਂਡ। ਵੀ ਡੂ ਨਾਟ ਹੈਵ ਸੀ ਅਰਾਊਂਡ ਅਸ, ਵੀ ਡੂ ਨਾਟ ਹੈਵ ਪੋਰਟ ਅਰਾਊਂਡ ਅਸ। ਉਹ ਸੋਈ ਸਾਹਿਬ ਤੁਹਾਡੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ ਜਿੰਦਲ ਸਾਹਿਬ, ਕਰ ਲੈਣ ਦਿਓ, ਕੋਈ ਗੱਲ ਨਹੀਂ। ਠੀਕ ਹੈ ਗੱਲ ਪੂਰੀ ਕਰਨ ਦਿਓ। ਸੋਈ ਸਾਹਿਬ ਮੇਰੀ ਬੇਨਤੀ ਹੈ ਜਿੰਦਲ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ। ਜੀ ਜਿੰਦਲ ਜੀ। Sir, Kolkata Delhi Industrial Corridor, what does that mean? The central government is connecting Amritsar to Kolkata Industrial Corridor. Fast trucks would run on that, train would run on that, so that way you will be connected to ਮੈਂ sea. ਜਵਾਬ ਮੈਂ ਕੁਲਵਿੰਦਰ ਜੀ ਮੈਨੂੰ ਜਵਾਬ ਮੈਂ ਸਵਾਲ ਪੁੱਛਣਾ ਜਿੰਦਲ ਸਾਹਿਬ। ਸਾਡੀ ਸਟੇਟ ਲੈਂਡਲੌਕ ਨਹੀਂ ਰਹੇਗੀ। ਪਲੀਜ਼ ਥੋੜਾ ਫਾਰਵਰਡ ਲੁਕਿੰਗ ਕਰੋ। ਪਿੱਛੇ ਸਟੇਟ ਦੇ ਵਿੱਚ ਦਿੱਕਤਾਂ ਰਹੀਆਂ, ਪ੍ਰੋਬਲਮਸ ਰਹੀਆਂ, ਬਟ ਕੀ ਅਸੀਂ ਸਿਰਫ ਪੁਰਾਣੀਆਂ ਦਿੱਕਤਾਂ ਡਿਸਕਸ ਕਰਨੀਆਂ ਜਾਂ ਅੱਗੇ ਸਟੇਟ ਨੂੰ ਅਸੀਂ ਗਰੋਥ ਦੇ ਜਿਹੜਾ ਹੈ ਉਹਦੇ ਪੈਰਾਮੀਟਰਸ ਤੇ ਲੈ ਕੇ ਜਾਣਾ ਹੈ? ਠੀਕ ਹੈ ਜਿੰਦਰ ਸਾਹਿਬ ਜੋ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਨਵੀਂ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਇੰਨਾ ਮਾਲੀਆ ਲੈ ਕੇ ਆ ਗਏ। ਪਿੱਛੇ ਜੇ ਇਨਵੈਸਟ ਪੰਜਾਬ ਸਮਿਟ ਹੋਇਆ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜੋ ਨਿਵੇਸ਼ ਦਾ ਦਾਅਵਾ ਕਰ ਰਹੀ ਹੈ ਮੌਜੂਦਾ ਸਰਕਾਰ, ਉਹ ਨਿਵੇਸ਼ ਪੰਜਾਬ 'ਚ ਆ ਜਾਏਗਾ? ਦੇਖੋ ਪੰਜਾਬ ਦੇ ਵਿੱਚ ਨਿਵੇਸ਼ ਬਿਲਕੁਲ ਆ ਸਕਦਾ ਹੈ, ਬਟ ਮਾਹੌਲ ਦੇਣਾ ਉਹ ਸਟੇਟ ਗਵਰਨਮੈਂਟ ਦੀ ਡਿਊਟੀ ਹੈ। ਸਟੇਟ ਗਵਰਨਮੈਂਟ ਦੀ ਡਿਊਟੀ ਹੈ ਉਹਨਾਂ ਨੂੰ ਕੰਫਰਟ ਦੇਣਾ, ਉਹਨਾਂ ਨੂੰ ਮਾਹੌਲ ਦੇਣਾ। ਹੁਣੀ ਕਿਸੇ ਨੇ ਜਿਹੜਾ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਗੱਲ ਕੀਤੀ ਸੀ। ਲਾਅ ਐਂਡ ਆਰਡਰ ਨੂੰ ਲੈ ਕੇ ਸਿੱਧੀ ਜੀ ਗੱਲ ਤੁਹਾਨੂੰ ਕਹਾਂ, ਜਿਹੜਾ ਵੀ ਬੰਦਾ ਪੰਜਾਬ ਨੂੰ ਪਿਆਰ ਕਰਦਾ, ਚਾਹੇ ਪੰਜਾਬ ਦੇ ਵਿੱਚ ਰਹਿੰਦਾ ਜਾਂ ਪੰਜਾਬ ਤੋਂ ਬਾਹਰ ਰਹਿੰਦਾ ਹੈ, ਉਹਦੇ ਮਨ ਦੇ ਵਿੱਚ ਤਕਲੀਫ ਰਹੀ ਹੈ। ਜਿਹੜੇ ਅੱਜ ਤੋਂ 2 ਮਹੀਨੇ ਪਹਿਲਾਂ, 1.5 ਮਹੀਨੇ ਪਹਿਲਾਂ ਇੰਸੀਡੈਂਟ ਹੋਏ ਹੈ ਜਾਂ ਹੁਣ ਵੀ ਜੋ ਇੰਸੀਡੈਂਟਸ ਹੋ ਰਹੇ ਹੈ, ਤਾਂ ਉਹ ਮਨ ਦੇ ਵਿੱਚ ਉਹਦੇ ਕੁਝ ਤਕਲੀਫ ਹੈ। ਤਾਂ ਲਾਅ ਐਂਡ ਆਰਡਰ ਨੂੰ ਸਾਨੂੰ ਪਰਫੈਕਟ ਕਰਨਾ ਪਏਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਦੂਜਾ ਜਿਹੜਾ ਸਾਡੇ ਕੋਲ ਟੈਲੈਂਟ ਹੈ, ਜਿਹੜਾ ਪੰਜਾਬੀ ਯੂਥ ਦਾ ਐਂਟਰਪ੍ਰਾਈਜ਼ਿੰਗ ਐਬਿਲਿਟੀ ਹੈ, ਟੈਲੈਂਟ ਹੈ, ਉਹ ਸਾਡੇ ਕੋਲ ਇਹੋ ਜਿਹੀ ਇੱਕ ਆਊਟਸਟੈਂਡਿੰਗ ਚੀਜ਼ ਹੈ ਕਿ ਜੇ ਇੱਥੇ ਇੰਡਸਟਰੀਲਿਸਟ ਆਏਗਾ ਉਹਦੀ ਆਊਟਪੁੱਟ ਵਧੇਗੀ। ਲੈਂਡਲੌਕ ਦਾ ਜਵਾਬ ਮੈਂ ਪਹਿਲੇ ਹੀ ਦੇ ਚੁੱਕਿਆ। ਡੈਟ ਅਸੀਂ ਕਿਸ ਰੇਟ ਤੇ ਲੈ ਸਕਦੇ ਹਾਂ ਇੰਡਸਟਰੀਅਲ ਇਨਫਰਾਸਟ੍ਰਕਚਰ ਵਾਸਤੇ, ਉਹਦਾ ਐਗਜ਼ਾਮਪਲ ਸਾਡੀ ਸੈਂਟਰਲ ਗਵਰਨਮੈਂਟ ਉਹ ਦਿਖਾ ਚੁੱਕੀ ਹੈ। ਉਹਦੇ ਇਲਾਵਾ
ਅੱਜ ਦੀ ਤਰੀਕ ਦੇ ਵਿੱਚ ਜਿਹੜੇ ਮੈਂ ਨਵੇਂ ਵੇਜ ਤੇ ਮੀਨਸ ਦੱਸੇ ਉਹਦੇ ਨਾਲ ਹਿੰਦੁਸਤਾਨ ਦੇ ਵਿੱਚ ਕਈ ਸਟੇਟਸ ਦੇ ਵੈਂਚਰ ਕੈਪੀਟਲਿਸਟ ਨੇ, ਕਈ ਸਟੇਟ ਦੇ ਐਂਟਰਪ੍ਰੈਨਿਓਰਸ ਨੇ ਕਾਮਯਾਬੀ ਕਰਕੇ ਦਿਖਾਈ ਹੈ। ਪੰਜਾਬ ਦੇ ਸਾਡੇ ਕਈ ਯੂਥ ਨੇ ਪੰਜਾਬ ਤੋਂ ਬਾਹਰ ਜਾ ਕੇ ਸਟਾਰਟਅਪਸ ਤੇ ਹੋਰ ਦੇ ਵਿੱਚ ਉਹ ਚੀਜ਼ਾਂ ਕਰਕੇ ਦਿਖਾਈਆਂ, ਸਕਸੈਸਫੁਲੀ ਕਰਕੇ ਦਿਖਾਈਆਂ। ਤਾਂ ਵਾਈ ਨਾਟ ਇਨ ਪੰਜਾਬ? ਮੈਂ ਤਾਂ ਇਹ ਸਵਾਲ ਪੁੱਛਣਾ ਚਾਹੁੰਦਾ, ਇਹ ਮੇਰੇ ਤਿੰਨੇ ਜਿਹੜਾ ਹੈ ਮਿੱਤਰਾਂ ਨੂੰ ਮੈਂ ਵਿਦ ਡਿਊ ਰਿਗਾਰਡਸ ਐਂਡ ਲੋਟ ਆਫ ਰਿਸਪੈਕਟ ਪੁੱਛਣਾ ਚਾਹੁੰਦਾ ਕਿ ਅਸੀਂ ਮੋਹਾਲੀ ਨੂੰ ਜਿਹੜਾ ਹੈ ਗੁੜਗਾਉਂ ਵਾਂਗੂ ਆਈਟੀ, ਬੀਪੀਓ, ਕੇਪੀਓ, ਐਲਪੀਓ ਦੇ ਵਿੱਚ ਡਿਵੈਲਪ ਨਹੀਂ ਕਰ ਸਕਦੇ? ਕਿਉਂ ਨਹੀਂ ਡਿਵੈਲਪ ਕਰ ਸਕਦੇ? ਕਿਉਂ ਅਸੀਂ ਉਸ ਵਿਜ਼ਨ ਕਰਨੀ ਨਹੀਂ ਜਾ ਰਹੇ? ਡਜ਼ਨਟ ਮੋਹਾਲੀ ਹੈਵ ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ? ਕੀ ਸਾਡੇ ਮੋਹਾਲੀ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਵਿੱਚ ਆਈਟੀ ਤੇ ਬੀਪੀਓ ਦਾ ਟੈਲੈਂਟ ਨਹੀਂ ਹੈ? ਠੀਕ ਹੈ ਜਿੰਦਰ ਸਾਹਿਬ, ਗੱਲ ਪੂਰੀ ਕਰਿਓ, ਥੋੜਾ ਸਮਾਂ ਘੱਟ ਹੈ ਮੇਰੇ ਕੋਲ। ਜੀ 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 ਮੇਰਾ ਇਹ ਕਹਿਣਾ ਹੈ ਕਿ ਅਸੀਂ ਇਨਵੈਸਟਮੈਂਟ ਵੀ ਲਿਆ ਸਕਦੇ ਹਾਂ, ਅਸੀਂ ਜਿਹੜਾ ਹੈ ਇੱਥੇ ਜੌਬ ਓਪਰਚੁਨਿਟੀਜ਼ ਵੀ ਪ੍ਰਮੋਟ ਕਰ ਸਕਦੇ ਹਾਂ, ਪਲੱਸ ਜਿਹੜਾ ਲਾਸ ਆਫ ਹਿਊਮਨ ਕੈਪੀਟਲ ਹੈ ਜਿਹੜਾ ਯੂਥ ਇੱਥੋਂ ਜਾ ਰਿਹਾ ਉਹਨੂੰ ਵੀ ਰੋਕ ਸਕਦੇ ਹਾਂ। ਬਟ ਵੀ ਨੀਡ ਟੂ ਹੈਵ ਪੋਜ਼ਿਟਿਵ ਐਂਡ ਪ੍ਰੋਪਰ ਅਪਰੋਚ। ਪਿੱਛੇ ਕੁਝ ਚੀਜ਼ਾਂ ਹੋਈਆਂ ਤਾਂ ਹੁਣ ਅੱਜ ਆਮ ਆਦਮੀ ਪਾਰਟੀ ਦੇ ਉੱਪਰ ਹੈ ਕਿ ਉਹ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਟ੍ਰੇਡ ਕਰਦੇ ਨੇ। ਜਿਸ ਤਰ੍ਹਾਂ ਲੋਨ ਘੱਟ ਕਰਨ ਦੀ ਗੱਲ ਹੈ, ਬਿਲਕੁਲ ਮੈਂ ਸਾਰੇ ਮਿੱਤਰਾਂ ਦੀ ਸਮਰਥਨ ਕਰਦਾ। ਲੋਨ ਘੱਟ ਕਰਨਾ ਪਹਿਲਾ ਟਾਰਗੇਟ ਹੋਣਾ ਚਾਹੀਦਾ ਹੈ, ਬਟ ਉਹ ਤੋਂ ਬਾਅਦ ਸੈਕੰਡਰੀ ਟਾਰਗੇਟ ਹੋਣਾ ਚਾਹੀਦਾ ਇਨਵੈਸਟਮੈਂਟ ਲਿਆਂਦੀ ਜਾਵੇ, ਇੰਡਸਟਰੀ ਲਿਆਂਦੀ ਜਾਵੇ, ਤੇ ਸਾਰਾ ਕੁਝ ਪੋਸੀਬਲ ਹੈ। ਬਟ ਡਿਊਟੀ ਠੀਕ ਹੈ, ਵਿਜ਼ਨ ਰੱਖਣਾ ਚਾਹੀਦਾ ਹੈ, ਪੰਜਾਬ ਦੀ ਜਵਾਨੀ ਨੂੰ ਮੌਕਾ ਮਿਲਣਾ ਚਾਹੀਦਾ। ਠੀਕ ਹੈ ਤੁਹਾਡੀ ਗੱਲ। ਕਾਲੂ ਸਾਹਿਬ ਮੈਂ ਜਿੰਦਲ ਸਾਹਿਬ ਅੱਜ ਤਾਂ ਮੈਂ ਕਹੂੰਗਾ ਕਿ ਸੋਈ ਸਾਹਿਬ ਦੇ ਵੀ ਸਾਰੇ ਬਰਾਊਨੀ ਪੁਆਇੰਟ ਜਿਹੜੇ ਨੇ ਉਹ ਸਕੋਰ ਕਰ ਗਏ। ਜਿੰਦਲ ਸਾਹਿਬ ਵੀ ਬਿਲਕੁਲ, ਜਿੰਦਲ ਸਾਹਿਬ ਮਾਫੀ ਚਾਹੂੰਗਾ ਪਰ ਤੁਸੀਂ ਆਪਾਂ ਪਹਿਲਾਂ ਵੀ ਇੱਕ ਦੋ ਡਿਬੇਟਾਂ ਤੇ ਆਏ ਆ, ਤੁਸੀਂ ਕਾਫੀ ਹੱਦ ਤੱਕ ਜਿਹੜਾ ਮੋਦੀ ਸਾਹਿਬ ਦੀ ਜਿਹੜੀ ਆ ਸਿਫਤ ਕਰਦੇ ਆ, ਤੁਹਾਨੂੰ ਮੈਂ ਅਕਸਰ ਸੁਣਿਆ, ਪਹਿਲਾਂ ਵੀ ਇੱਕ ਦੋ ਡਿਬੇਟਾਂ 'ਚ ਆਪਾਂ ਆਏ ਆ। ਨਾਲ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਜੀਡੀਪੀ ਦੇਸ਼ ਦੀ ਜਿਹੜੀ ਹੈ ਸਭ ਤੋਂ ਬਿਹਤਰ ਹੈ, ਇਹ ਵੀ ਦੱਸ ਦਿਓ ਕਿ ਦੇਸ਼ ਦੇ ਵਿੱਚ ਇਨਫਲੇਸ਼ਨ ਕਿੰਨੀ ਹੈ, ਇਹ ਵੀ ਦੱਸ ਦਿਓ ਕਿ ਦੇਸ਼ 'ਚ ਮਹਿੰਗਾਈ ਕਿੱਦਾਂ ਵਧੀ ਹੈ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕੋਰੀਡੋਰਸ ਬਣ ਰਹੇ ਨੇ, ਇਹ ਦੱਸ ਦਿਓ ਕਿ ਇਹ ਇੱਕ ਰਾਹੁਲ ਗਾਂਧੀ ਹੁਣਾਂ ਨੇ ਜਿਹੜਾ ਉੱਥੇ ਸਦਨ ਦੇ ਵਿੱਚ ਸਵਾਲ ਪੁੱਛਿਆ ਸੀ, ਉਹਦਾ ਖਮਿਆਜਾ ਉਹਨਾਂ ਨੂੰ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹਦੀ ਕੁਰਬਾਨੀ ਦੇ ਕੇ ਭਰਨਾ ਪਿਆ। ਉਹ ਅਡਾਨੀ ਤੇ ਅੰਬਾਨੀਆਂ ਦੀ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਪੈਰਵੀ ਕਰ ਰਹੇ ਨੇ, ਉਹਨਾਂ ਨੂੰ ਜਿਹੜਾ ਫਾਇਦੇ ਪਹੁੰਚਾ ਰਹੇ ਨੇ, ਔਰ ਜਿਸ ਤਰੀਕੇ ਦੇ ਨਾਲ ਮਹਿੰਗਾਈ ਵੱਧ ਰਹੀ ਹੈ, ਆਮ ਲੋਕ ਪਿਸ ਰਹੇ ਨੇ। ਹੁਣੇ ਇਹਨਾਂ ਨੇ ਕਿਹਾ ਕਿ 80,000 ਕਰੋੜ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਜਿਹੜਾ ਕੇਂਦਰ ਸਰਕਾਰ ਨੇ ਕਿਹਾ ਅਸੀਂ ਭੋਜਨ ਦੇਣ ਦਾ ਕੰਮ ਕਰ ਰਹੇ ਹਾਂ। ਤੇ ਮੈਨੂੰ ਇੱਕ ਗੱਲ ਦੱਸੋ ਜਿੰਦਲ ਸਾਹਿਬ ਕਿ ਅਸੀਂ ਝੂਠੇ ਇੰਨੇ ਆંકੜੇ ਪੇਸ਼ ਕਰਕੇ ਆਪਣੇ ਹੀ ਲੋਕਾਂ ਨੂੰ ਅਸੀਂ ਉਸ ਜਾਲ ਦੇ ਵਿੱਚ ਕਿਉਂ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੀ ਕੋਈ ਆਊਟਪੁੱਟ ਨਹੀਂ ਨਿਕਲਣੀ। ਔਰ ਜਿਹੜੀ ਗੱਲ ਰਹੀ ਸੂਬੇ ਦੀ ਇੱਕ ਕਹਾਵਤ ਹੈ ਕਿ ਮਾਂ ਫਿਰੇ ਫੋਸੀ ਫੋਸੀ ਤੇ ਪੁੱਤ ਘੀਰੇ ਬਖਸ਼ੇ। ਸੂਬੇ ਦੇ ਹਾਲਾਤ ਦਿਨੋਂ ਦਿਨ ਜਿਹੜੇ ਆ ਬਦ ਤੋਂ ਬੱਤਰ ਹੁੰਦੇ ਜਾ ਰਹੇ ਆ, ਔਰ ਮਾਨ ਸਾਹਿਬ ਕੋਈ ਨਾ ਕੋਈ ਨਵੀਂ ਰੋਜ਼ ਜਿਹੜੀ ਆ ਸਕੀਮ ਜਿਹੜੀ ਆ ਜਾ ਕੇ ਕਿਤੇ ਨਾ ਕਿਤੇ ਮੀਡੀਆ ਦੇ ਸਾਹਮਣੇ ਜਿਹੜੀ ਉਹ ਗੱਲ ਕਰ ਆਉਂਦੇ ਨੇ। ਆ ਪਰਸੋਂ ਇਹਨਾਂ ਨੇ ਗੱਲ ਕੀਤੀ ਕਿ ਜਿਹੜੇ ਲਿਫਾਫੇ ਜਿਹੜੇ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਡਰੱਗਸ ਦੇ ਵਾਲੇ ਕੇਸਿਸ ਦੇ ਵਿੱਚ, ਇੱਕ ਵੀ ਜਣਾ ਬਖਸ਼ਿਆ ਨਹੀਂ ਜਾਊਗਾ। ਅਜੇ ਤੱਕ ਕਿੱਥੇ ਨੇ ਉਹ ਨਾਮ? ਮੇਰੇ ਹਿਸਾਬ ਨਾਲ ਤੇ ਉਹ 'ਚ ਕੋਈ ਨਾਮ ਹੋਣਾ ਹੀ ਨਹੀਂ ਹੈ। ਵੈਸੇ ਵੀ ਇਹ ਸਰਕਾਰ ਦਾ ਜਿਹੜਾ ਆਧਾਰ ਹੈ, ਚਾਹੇ ਉਹ ਕੇਂਦਰ ਵਾਲੀ ਦਾ ਚਾਹੇ ਪੰਜਾਬ ਵਾਲੀ ਦਾ, ਦੋਵਾਂ ਦਾ ਜਿਹੜਾ ਆਧਾਰ ਹੈ ਉਹ ਝੂਠ ਤੇ ਟਿਕਿਆ ਹੋਇਆ, ਝੂਠ ਤੇ ਟੋਟਲ ਟਿਕਿਆ ਹੋਇਆ। ਕੇਂਦਰ ਦਾ ਜਿਹੜਾ ਜਿਸ ਤਰੀਕੇ ਦੇ ਨਾਲ ਉਹ ਆਪਣੇ ਮਿੱਤਰ ਕਾਲ ਜਿਹੜਾ ਉਹਨਾਂ ਦਾ ਚੱਲ ਰਿਹਾ, ਅੰਬਾਨੀ ਅਡਾਨੀਆਂ ਨੂੰ ਫਾਇਦੇ ਦੇ ਕੇ ਉਹ ਦੇਸ਼ ਦਾ ਬੇੜਾ ਗਰਕ ਕਰਨ ਤੇ ਉਤਾਰੂ ਨੇ। ਔਰ ਇਦਾਂ ਹੀ ਸੂਬਾ ਸਰਕਾਰ ਹੈ ਜਿਹੜੀ ਹੈ ਦਿੱਲੀ ਤੋਂ ਲੈ ਕੇ ਡਾਇਰੈਕਸ਼ਨਸ, ਚਾਹੇ ਉਹ ਮੋਦੀ ਸਾਹਿਬ ਦੇ ਰਹੇ ਹੋਣ, ਮੈਂ ਚਾਹੂੰਗਾ ਜਵਾਬ ਦੇ ਦਿਓ ਇਸ ਚੀਜ਼ ਦਾ। ਉਹ ਕਹਿੰਦੇ ਕਿ ਝੂਠ ਦੇ ਆਧਾਰ ਤੇ ਟਿਕਿਆ ਵਾਲੇ ਨਹੀਂ। ਠੀਕ ਥੋੜਾ ਸਮਾਂ ਘੱਟ, ਜਿਸ ਤਰੀਕੇ ਦਾ ਵਿਜ਼ਨ ਹੈ ਪੰਜਾਬ ਸਰਕਾਰ। ਸੋਈ ਸਾਹਿਬ ਦੇਖੋ ਇਸ ਤਰ੍ਹਾਂ ਹੈ ਕਿ ਸਾਡੀ ਪੁਲਿਸ ਹੋ ਰਹੀ ਹੈ, ਨਾ ਖਾਊਂਗਾ ਨਾ ਖਾਣੇ ਦੂੰਗਾ, ਇਹਨਾਂ ਨੂੰ ਹਜਮ ਨਹੀਂ ਹੋ ਰਿਹਾ ਕਿਉਂਕਿ ਕਾਂਗਰਸ ਦਾ ਨਾਂ ਹੀ ਕਰਪਸ਼ਨ ਰਿਹਾ, ਕਾਂਗਰਸ ਦੂਜਾ ਨਾਂ ਰਿਹਾ ਕਰਪਸ਼ਨ। ਤੇ ਮੋਦੀ ਸਾਹਿਬ ਨੇ ਕਿਹਾ ਮੈਂ ਕਰਪਸ਼ਨ ਕਰਨ ਨਹੀਂ ਦੇਣੀ। ਅੱਜ ਤੁਸੀਂ ਆਪਣੇ ਦੇਸ਼ ਦੀ ਬੇਇੱਜ਼ਤੀ ਜਿਹੜੀ ਹੈ ਦੂਜੇ ਦੇਸ਼ਾਂ 'ਚ ਜਾ ਕੇ ਕਰਨ ਨੂੰ ਆਪਣੀ ਇੱਜ਼ਤ ਸਮਝਦੇ ਜੇ। ਪੰਜਾਬੀਓ ਦੇਖੋ, ਕਿਸੇ ਨੇ ਨਹੀਂ ਕੀਤੀ ਕੋਈ ਬੇਇੱਜ਼ਤੀ। ਜੇ ਤੁਹਾਡਾ ਕੋਈ ਲੀਡਰ ਕਿਸੇ ਮਹਿਲਾ ਪ੍ਰਤੀ ਭੱਦਰ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ, ਕੀ ਗੱਲ ਉਹ ਦੇਸ਼ ਦਾ ਅਪਮਾਨ ਨਹੀਂ? ਅਸੀਂ ਉਸ ਪੰਜਾਬ ਦੇ ਵਾਸੀ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਸੋ ਕਿਉ ਮੰਦਾ ਆਖੀਏ ਜਿਨ ਜੰਮੇ ਰਾਜਾਨ। ਤੁਸੀਂ ਸੋਨੀਆ ਗਾਂਧੀ ਦੀ ਬੇਇੱਜ਼ਤੀ ਤੁਹਾਡਾ ਪ੍ਰਧਾਨ ਮੰਤਰੀ ਕਰਦਾ ਰਿਹਾ ਬਾਹਰਲੇ ਦੇਸ਼ਾਂ 'ਚ ਜਾ ਕੇ, ਇਸ ਦੇਸ਼ ਦੇ ਅਲੱਗ-ਅਲੱਗ ਮੰਚਾਂ ਦੇ ਉੱਤੇ। ਕੀ ਗੱਲ ਉਦੋਂ ਨਹੀਂ ਤੁਹਾਨੂੰ ਇਹ ਗੱਲ ਸਮਝ ਆਈ? ਤੁਸੀਂ ਡਰ ਚੁੱਕੇ ਹੋ ਰਾਹੁਲ ਗਾਂਧੀ ਤੋਂ, ਤੁਸੀਂ ਡਰ ਚੁੱਕੇ ਹੋ ਕਾਂਗਰਸ ਪਾਰਟੀ ਤੋਂ। ਇਸ ਕਰਕੇ ਜਿਹੜਾ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੇਠਲੇ ਪੱਧਰ ਦੇ ਕੰਮ ਕਰ ਰਹੇ ਹੋ, ਦੇਸ਼ ਮਾਫ ਨਹੀਂ ਕਰੇਗਾ 2024 ਦੀਆਂ ਚੋਣਾਂ 'ਚ।
सोई साहब देश माफ नहीं करेगा 2024 ਦੀਆਂ ਚੋਣਾਂ 'ਚ ਇਹ ਗੱਲ ਯਾਦ ਰੱਖੋ ਮੇਰੀ ਦੇਸ਼ ਮਾਫ ਨਹੀਂ ਕਰੇਗਾ 2024 ਦੀਆਂ ਚੋਣਾਂ 'ਚ ਕਾਂਗਰਸ ਸਰਕਾਰ ਬਣਾਵੇਗੀ ਨਿਕਲਿਆ ਜਾਏਗਾ ਅਦਰਵਾਈਜ਼ ਪੰਜਾਬ ਕਾਲੂ ਸਾਹਿਬ ਥੋੜਾ ਮੇਰੇ ਕੋਲ ਸਮਾਂ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਚਿੰਜਰ ਸਾਹਿਬ, ਕਾਲੂ ਸਾਹਿਬ ਤੇ ਆਕਾਸ਼ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸੋ ਸੂਬਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਮਾਲੀਏ ਦੇ ਖੇਤਰ ਦੇ ਵਿੱਚ ਲਗਾਤਾਰ ਬਿਹਤਰ ਜਿਹੜਾ ਹੈ ਉਹ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਹੋਰ ਲੀਹ ਦੇ ਉੱਤੇ ਆਏਗੀ। ਹਾਲਾਂਕਿ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਿਰਫ ਅੰਕੜਿਆਂ ਦਾ ਖੇਡ ਹੈ, ਅੱਗੇ ਜ਼ਿਮਨੀ ਚੋਣਾਂ ਆਉਣ ਵਾਲੀਆਂ ਨੇ, ਲੋਕਾਂ ਨੂੰ 1 ਸਾਲ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਦੇਣਾ ਹੈ ਤੇ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅਜਿਹੇ ਅੰਕੜੇ ਜਿਹੜੇ ਉਹ ਪੇਸ਼ ਕੀਤੇ ਜਾ ਰਹੇ ਆ।